देखो अच्छा बुरा सारिਆਂ 'ਚ ਹੈ ਮੇਰੇ 'ਚ ਵੀ ਹੋਊਗਾ ਤੁਹਾਡੇ 'ਚ ਵੀ ਹੋਊਗਾ ਬਿਲਕੁਲ ਕੋਈ ਵੀ ਪੂਰਾ ਬੁਰਾ ਨਹੀਂ ਹੈ ਕੋਈ ਵੀ ਪੂਰਾ ਅੱਛਾ ਨਹੀਂ ਹੈ ਬਿਲਕੁਲ ਸੋ ਜੇ ਉਹ ਮੇਰਾ ਪਰਸੈਪਸ਼ਨ ਹੈ ਉਹਨੂੰ ਮੈਂ ਕਿਵੇਂ ਵੇਖਿਆ ਉਹ ਹਰ ਇੱਕ ਨਾਲ ਬੁਰਾ ਨਹੀਂ ਹੋ ਸਕਦਾ ਡਿਪਰੈਸ਼ਨ ਦੀ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਕਿ ਉਹ ਇੰਗਲਿਸ਼ ਵਰਡ ਡਿਪਰੈਸਡ ਤੋਂ ਆਇਆ ਹੈ ਸੋ ਬਹੁਤ ਈਜ਼ੀਲੀ ਸਾਰੇ ਲੋਕ ਯੂਜ਼ ਕਰ ਲੈਂਦੇ ਸੋ ਦੈਟ ਇਜ਼ ਵਾਟ ਇਟ ਇਜ਼ ਬਟ ਡਿਪਰੈਸ਼ਨ ਐਜ਼ ਅ ਡਿਸਆਰਡਰ ਇਜ਼ ਜਿਵੇਂ ਤੁਹਾਨੂੰ ਸਿੰਪਟਮਸ ਹੋਣਗੇ ਤੁਹਾਡਾ ਉੱਠਣ ਦਾ ਨਹੀਂ ਜੀ ਕਰ ਰਿਹਾ ਤੁਹਾਡਾ ਲੋ ਮੂਡ ਹੈ ਤੁਹਾਨੂੰ ਦੁੱਖ ਲੱਗ ਰਿਹਾ ਕਿਸੇ ਚੀਜ਼ ਦਾ ਤੁਹਾਡੇ ਨਾਲ ਕੁਝ ਟਰਾਮਾ ਹੋਇਆ ਜਾਂ ਕੋਈ ਸਿਚੁਏਸ਼ਨ ਨਾਰਮਲ ਸਿਚੁਏਸ਼ਨ ਵੀ ਹੋਈ ਕਈ ਲੋਕਾਂ ਨੂੰ ਜਿਵੇਂ ਲੱਗ ਗਿਆ ਉਸ ਚੀਜ਼ ਦਾ ਧੱਕਾ ਮੇਰੇ ਨਾਲ ਕੁਝ ਹੋ ਜਾਣਾ ਹੈ ਜਾਂ ਪਤਾ ਨਹੀਂ ਕੋਈ ਚੀਜ਼ ਨੂੰ ਲੈ ਕੇ ਕਿ ਇਹਦਾ ਰਿਜ਼ਲਟ ਤਾਂ ਮਾੜਾ ਹੀ ਆਣਾ ਹੈ ਮੈਂ ਪਹਿਲਾਂ ਹੀ ਸੋਚ ਲਈ ਕਿ ਮੇਰੇ ਨਾਲ ਹੁਣ ਜਿਵੇਂ ਸਪੋਜ਼ਿਟਲੀ ਮੈਂ ਕਰਮਨ ਨਾਲ ਇੰਟਰਵਿਊ ਕਰਨੀ ਹੈ ਪਰ ਮੈਂ ਆਲਰੇਡੀ ਸੋਚ ਲਵਾਂਗੀ ਕਿ ਇੰਟਰਵਿਊ ਗੰਦੀ ਹੀ ਹੋਣੀ ਹੈ ਮੈਂ ਜੋ ਮਰਜ਼ੀ ਕਰ ਲਾਂ ਸੋ ਸਮਟਾਈਮਸ ਵੈਨ ਯੂ ਆਰ ਫੀਲਿੰਗ ਲੋ ਜਾਂ ਕੋਈ ਸਾਈਕੋਲੋਜਿਸਟ ਜਦੋਂ ਲੋ ਫੀਲ ਕਰਦਾ ਹੈ ਤਾਂ ਅਸੀਂ ਕਹਿ ਦਿੰਦੇ ਵੀ ਯਾਰ ਤੈਨੂੰ ਤੇ ਪਤਾ ਹੀ ਹੈ ਵੀ ਕੀ ਕਰਨਾ ਹੈ ਤੂੰ ਕਰ ਲੈ ਬੜੀ ਆਮ ਜੀ ਗੱਲ ਹੈ ਸਾਰੇ ਕਹਿ ਦਿੰਦੇ ਪਰ ਗੱਲ ਇਹ ਹੈ ਤਾਂ ਅਸੀਂ ਵੀ ਇਨਸਾਨ ਫੀਲਿੰਗਸ ਤੇ ਸਾਰਿਆਂ 'ਚ ਹੁੰਦੀਆਂ ਸੋ देयर आर ਸੋ ਮੈਨੀ ਰੇਂਜ ਆਫ ਥੈਰੇਪੀਜ਼ ਦੈਟ ਯੂ ਡੂ ਇੱਕ ਬਸ ਗੱਲਾਂ ਨਹੀਂ ਹੁੰਦੀਆਂ ਦੇਖ ਬੰਦਾ ਥੈਰੇਪੀ ਲਈ ਤਾਂ ਹੀ ਜਾਂਦਾ ਨਾ ਜਦੋਂ ਉਹਨੂੰ ਲੱਗਦਾ ਮੈਨੂੰ ਕੋਈ ਵੀ ਨਹੀਂ ਸਮਝ ਰਿਹਾ ਐਂਡ ਹਾਲੀਵੁੱਡ ਐਂਡ ਬਾਲੀਵੁੱਡ ਨੇ ਬਹੁਤ ਗਲਤ ਹਿਪਨੋਥੈਰੇਪੀ ਦਾ ਦਿਖਾਇਆ ਹੈ ਉਹ ਹਿਪਨੋਸਿਸ ਹੁੰਦਾ ਹੈ ਉਹ ਹਿਪਨੋਥੈਰੇਪੀ ਨਹੀਂ ਹੈ ਉਹ ਵਸ਼ੀਕਰਨ ਹੈ ਇਹੋ ਜਿਹਾ ਅਸੀਂ ਕੁਝ ਨਹੀਂ ਕਰਦੇ ਜਿਵੇਂ ਆਪਾਂ ਮੈਂ ਤੁਹਾਨੂੰ ਦੱਸਦੀ ਨਾ ਤਾਂ ਹੀ ਕਹਿੰਦੇ ਨਾ ਜਦੋਂ ਆਪਾਂ ਸੌਣ ਤੋਂ 1 ਘੰਟਾ ਪਹਿਲਾਂ ਤੇ ਉੱਠਣ ਤੋਂ 1 ਘੰਟਾ ਪਹਿਲਾਂ ਬਾਅਦ ਉਦੋਂ ਵੀ ਤੁਹਾਡਾ ਬਿਲਕੁਲ ਉਹ ਜਿਹੜਾ ਟਾਈਮ ਹੈ ਉਹ ਸਬਕੌਂਸ਼ੀਅਸ ਦਾ ਓਪਨ ਹੁੰਦਾ ਉਦੋਂ ਵੀ ਜੋ ਚੀਜ਼ ਤੁਸੀਂ ਆਪਣੇ ਦਿਮਾਗ 'ਚ ਪਾ ਰਹੇ ਹੋ ਨਾ ਸਿੱਧਾ ਸਬਕੌਂਸ਼ੀਅਸ ਜਾਏਗੀ ਸੋ ਬੀ ਵੈਰੀ ਮੈਂ ਬਹੁਤ ਪੇਸ਼ੈਂਟਸ ਨੂੰ ਕਹਿੰਦੀ ਹਾਂ ਕਦੀ ਕਦੀ ਮੇਰੇ ਤੋਂ ਵੀ ਹੋ ਜਾਂਦਾ ਬਟ ਆਈ ਟਰਾਈ ਟੂ ਇਗਨੋਰ ਇਟ ਕਿ ਫੋਨ ਘੱਟੋ ਘੱਟ ਸੌਣ ਤੋਂ ਪਹਿਲਾਂ ਯੂਜ਼ ਕਰੋ ਬਿਕਾਜ਼ ਉਹ ਸਿੱਧਾ ਉੱਥੇ ਜਾ ਰਿਹਾ ਮੈਂ ਕਹਿੰਦੀ ਹਾਂ ਆਉਣ ਦਿਓ ਤਾਂ ਫਿਰ ਜਾਣ ਦਿਓ ਫੜ ਕੇ ਨਾ ਬੈਠੋ ਕੋਈ ਵੀ ਥਾਟ ਨਹੀਂ ਆਪਣੇ ਤੋਂ ਗਲਤੀ ਕਿੱਥੇ ਹੋ ਰਹੀ ਹੈ ਆਪਾਂ ਉਹਨੂੰ ਫੜ ਕੇ ਬਹਿ ਜਾਂਦੇ ਕੀ ਸਾਈਕੋਲੋਜਿਸਟਸ ਜਾਂ ਸਾਈਕੋਲੋਜੀ ਪ੍ਰੈਕਟਿਸ ਕਰਨ ਵਾਲੇ ਰੱਬ 'ਚ ਯਕੀਨ ਰੱਖ ਸਕਦੇ ਹਨ ਕਿਸੇ ਇੱਕ ਚੀਜ਼ ਤੇ ਪਾਵਰ ਤੇ ਗੋਡ ਤੇ ਬਿਲੀਵ ਹੋਣਾ ਇਜ਼ ਅ ਵੈਰੀ ਗੁੱਡ ਥਿੰਗ ਉਹੀ ਹੈ ਸਾਇੰਸ ਵੀ ਵਰਕ ਕਰ ਰਹੀ ਹੈ ਸਪਿਰਿਚੁਅਲਿਟੀ ਵੀ ਵਰਕ ਕਰ ਰਹੀ ਹੈ ਸਾਰਾ ਕੁਝ ਇਕੱਠੇ ਇਹ ਚੀਜ਼ਾਂ ਇਕੱਠੇ ਕੰਮ ਕਰਦੀਆਂ ਸਾਈਕੋਲੋਜੀ ਮੈਨੀਫੈਸਟੇਸ਼ਨ ਦੇ ਲਾਅ ਆਫ ਅਟਰੈਕਸ਼ਨ ਦੀ ਗੱਲ ਕਰਦੀ ਹੈ ਕੋਈ ਇਹੋ ਜਿਹੀ ਸਿਚੁਏਸ਼ਨ ਹੋਈ ਕੁਛ ਇਹੋ ਜਿਹਾ ਤੁਹਾਡੀ ਲਾਈਫ 'ਚ ਹੋਇਆ ਜਾਂ ਕਿਸੇ ਨੇ ਇਹੋ ਜਿਹੀ ਕੋਈ ਗੱਲ ਕਹਿ ਦਿੱਤੀ ਛੋਟੇ ਹੁੰਦੇ ਕੋਈ ਬੱਚੇ ਨੂੰ ਕੋਈ ਗੱਲ ਕਹਿ ਦਿੰਦਾ ਉਹ ਵੀ ਉਹ ਦਿਲ ਨੂੰ ਲਾ ਲੈਂਦਾ ਤੇ ਉਹਦੇ ਨਾਲ ਕੋਈ ਵੀ ਸਿਮਿਲਰ ਚੀਜ਼ ਜਦੋਂ ਉਹਨੂੰ ਸੇਮ ਫੀਲ ਹੋਏਗੀ ਨਾ ਅੱਗੇ ਫਿਊਚਰ 'ਚ ਜਾ ਕੇ ਉਹਨੂੰ ਉਹੀ ਸਾਰੀ ਫੀਲਿੰਗਸ ਆਉਣਗੀਆਂ ਜਿਹੜੀਆਂ ਉਹਨੂੰ ਉਦੋਂ ਮਿਲੀਆਂ ਸੀ ਸਾਈਕੋਲੋਜੀ ਕਹਿੰਦੀ ਹੈ ਕਿ ਭੂਤ ਹੁੰਦੇ ਮੈਂ ਅੱਖਾਂ ਖੋਲੀਆਂ ਮੈਂ ਆਸੇ-ਪਾਸੇ ਵੇਖਿਆ ਮੈਨੂੰ ਕੋਈ ਨਹੀਂ ਦਿਸਿਆ ਮੈਂ ਕਿਹਾ ਹੈ ਤਾਂ ਕੋਈ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਾਰਟ ਟੂ ਹਾਰਟ ਵਿਦ ਕਰਮਨ ਵਿੱਚ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਬਹੁਤ ਨਿੱਘਾ ਸਵਾਗਤ ਹੈ ਅੱਜ ਸਾਡੇ ਨਾਲ ਹਰਮੀਨ ਢਿੱਲੋਂ ਜੀ ਮੌਜੂਦ ਸਨ ਜੋ ਕਿ 10 ਸਾਲ ਤੋਂ ਸਾਈਕੋਲੋਜਿਸਟ ਵਾਂਗ ਪ੍ਰੈਕਟਿਸ ਕਰ ਰਹੇ ਨੇ ਐਜ਼ ਅ ਥੈਰੇਪਿਸਟ ਪ੍ਰੈਕਟਿਸ ਕਰ ਰਹੇ ਉਹਨਾਂ ਨੇ ਪਹਿਲਾਂ ਪੜ੍ਹਾਇਆ ਵੀ ਹੈ ਤੇ ਉਹਨਾਂ ਨੇ ਕਨਵਰਸੇਸ਼ਨ ਗੱਲਬਾਤ ਦੇ ਦਰਮਿਆਨ ਦੱਸਿਆ ਕਿ ਕੋਵਿਡ ਤੋਂ ਬਾਅਦ 25% ਡਿਪਰੈਸ਼ਨ ਦੇ ਕੇਸਿਸ 'ਚ ਵਾਧਾ ਹੋਇਆ ਤੇ ਇਹ ਇਨਫੋਰਮੇਸ਼ਨ ਇਹ ਸਟੈਟਿਸਟਿਕਸ WHO ਵੱਲੋਂ ਆਈਆਂ ਨੇ ਤੇ ਜੋ ਕਿ ਸਾਨੂੰ ਪ੍ਰੋਪਰਲੀ ਅਵੇਅਰ ਕਰਾਉਂਦੀਆਂ ਨੇ ਕਿ ਹਾਊ ਇੰਪੋਰਟੈਂਟ ਇਟ ਇਜ਼ ਕਿ ਅਸੀਂ ਮੈਂਟਲ ਹੈਲਥ ਨੂੰ ਵੀ ਉਨੀ ਤਵੱਜੋ ਦਈਏ ਉਨੀ ਤਰਜੀਹ ਦਈਏ ਜਿੰਨੀ ਸਾਨੂੰ ਫਿਜ਼ੀਕਲ ਹੈਲਥ ਨੂੰ ਦੇਣ ਦੀ ਇੰਪੋਰਟੈਂਟ ਜਾਂ ਉਹਨੂੰ ਅਸੀਂ ਲੋੜ ਮਹਿਸੂਸ ਕਰਦੇ ਹਾਂ ਕਿਉਂਕਿ ਜਿਹੜੀਆਂ ਚੀਜ਼ਾਂ ਤਾਂ ਦਿਸ ਰਹੀਆਂ ਨੇ ਉਹਦਾ ਇਲਾਜ ਤੇ ਬਹੁਤ ਛੇਤੀ ਮੁਮਕਿਨ ਹੋ ਜਾਂਦਾ ਹੈ ਪਰ ਜੋ ਅੰਦਰ ਕਨਫਿਊਜ਼ਨ ਹੈ ਜੋ ਅੰਦਰ ਕਮੜਾਸਾ ਹੈ ਜੋ ਨਹੀਂ ਦਿਸ ਰਿਹਾ ਉਹਦਾ ਇਲਾਜ ਵੀ ਮੌਜੂਦ ਹੈ ਮੁਮਕਿਨ ਵੀ ਹੈ ਬਸ ਉਹ ਹਿੰਮਤ ਚਾਹੀਦੀ ਹੈ ਉਹ ਇੱਕ ਐਕਸੈਪਟੈਂਸ ਚਾਹੀਦੀ ਹੈ ਕਿ ਅਸੀਂ ਜਾ ਕੇ ਉਹ ਲਈਏ ਸੋ ਕਿਉਂ ਲੈਣਾ ਚਾਹੀਦਾ ਹੈ ਉਹ ਕੀ ਹੈ ਵਾਟ ਇਜ਼ ਡਿਪਰੈਸ਼ਨ ਐਂਗਜ਼ਾਇਟੀ ਕੀ ਹੈ ਸਟ੍ਰੈਸ ਕੀ ਹੈ ਸਿੰਪਟਮਸ ਕੀ ਨੇ ਐਨਰਜੀਜ਼ ਕੀ ਹੈ ਸੁਪਨੇ ਕੀ ਨੇ ਜੋ ਸਾਨੂੰ ਸੁਪਨੇ ਆਉਂਦੇ ਨੇ ਉੱਦਾਂ ਵੀ ਸੁਪਨੇ ਕੀ ਨੇ ਤੇ ਉੱਦਾਂ ਵੀ ਸੁਪਨੇ ਕੀ ਨੇ ਅਸੀਂ ਇਹ ਸਾਰੀਆਂ ਗੱਲਾਂ ਕੀਤੀਆਂ ਨੇ ਇਸ ਕਨਵਰਸੇਸ਼ਨ ਦੇ ਵਿੱਚ ਬਹੁਤ ਚੰਗੀ ਕਨਵਰਸੇਸ਼ਨ ਸੀਗੀ ਬਹੁਤ ਇਨਸਾਈਟਫੁਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਤੇ ਮੈਂ ਉਮੀਦ ਕਰਦੀ ਹਾਂ ਤੁਹਾਨੂੰ ਬਹੁਤ ਪਸੰਦ ਆਊਗੀ ਆਓ ਵੇਖਦੇ ਹਾਂ ਅੱਜ ਦੀ ਗੱਲਬਾਤ ਸਤਿ ਸ਼੍ਰੀ ਅਕਾਲ ਹਰਮੀਨ ਜੀ ਸਤਿ ਸ਼੍ਰੀ ਅਕਾਲ ਕਰਵਰ ਹਾਊ ਆਰ ਯੂ ਆਈ ਐਮ ਗੁੱਡ ਥੈਂਕ ਯੂ ਸੋ ਮਚ ਫॉर ਕਮਿੰਗ ਮਾਈ ਪਲੇਜ਼ਰ ਬਹੁਤ ਸੋਹਣੇ ਲੱਗ ਰਹੇ ਹੋ ਤੁਸੀਂ ਹੋਈ ਤੁਸੀਂ ਸੋਹਣੇ ਨਹੀਂ ਕੌਣ ਕਹਿ ਰਿਹਾ ਹਾਊ ਇਜ਼ ਐਵਰੀਬਾਡੀ ਐਟ ਹੋਮ ਐਵਰੀਬਾਡੀ ਇਜ਼ ਗੁੱਡ ਗ੍ਰੇਟ ਤੁਸੀਂ ਆਪਣਾ ਪੋਡਕਾਸਟ ਮੈਂਟਲ ਹੈਲਥ ਬਾਰੇ ਹੋਊਗਾ ਸਾਈਕੋਲੋਜੀ ਬਾਰੇ ਹੋਊਗਾ ਐਂਡ ਦੀ ਇੰਪੋਰਟੈਂਸ ਆਫ ਇਟ ਆਈ ਵਾਂਟ ਟੂ ਹੈਵ ਅ ਲਿਟਲ ਬੈਕਗ੍ਰਾਉਂਡ ਚੈੱਕ ਅਬਾਊਟ ਯੂ ਕਿ ਤੁਸੀਂ ਕਦੋਂ ਸ਼ੁਰੂ ਕੀਤਾ ਤੇ ਤੁਹਾਡੀ ਪੜ੍ਹਾਈ ਕਿਸ 'ਚ ਹੈ ਸਾਰਾ ਕੁਝ ਡੈਫੀਨਿਟਲੀ ਜੀ ਮੈਂ +1 ਤਾਂ ਮੇਰੇ ਕੋਲ ਮੈਡੀਕਲ ਸੀ +1 +2 ਬਟ ਸਾਈਕੋਲੋਜੀ ਇੱਕ ਇਹੋ ਜਿਹੀ ਚੀਜ਼ ਸੀ ਜਿਹੜੀ ਮੈਨੂੰ ਹਮੇਸ਼ਾ ਇੰਟਰਸਟ ਕਰਦੀ ਸੀ ਬਿਕਾਜ਼ ਆਈ ਰੈਡ ਅ ਬੁੱਕ ਬਹੁਤ ਚੰਗੀ ਇੱਕ ਫੇਮਸ ਆਥਰ ਹੈ ਸਿਡਨੀ ਸ਼ੈਲਡਨ ਤੇ ਮੈਂ ਉਹਨਾਂ ਦੀ ਸੋ ਮੈਂ ਉਹਨਾਂ ਦੀ ਬੁੱਕ ਪੜ੍ਹੀ ਉਹਦੇ 'ਚ ਮੈਨੂੰ ਇਹ ਪਤਾ ਲੱਗਿਆ ਕਿ
ਯੂ نو देयर इज ਸਮਥਿੰਗ ਕਾਲਡ ਮੈਂਟਲ ਡਿਸਆਰਡਰ ਕਿ ਪ੍ਰੋਟੈਗਨਿਸਟ ਨੂੰ ਇੱਕ ਮੈਂਟਲ ਡਿਸਆਰਡਰ ਸੀਗਾ ਸੋ ਆਈ ਗॉट ਇੰਟ੍ਰੀਗਡ ਕਿ ਯੂ نو ਫਿਜ਼ੀਕਲ ਹੈਲਥ ਤੇ ਫਿਜ਼ੀਕਲ ਡਿਸੇਬਿਲਿਟੀਜ਼ ਜਾਂ ਫਿਜ਼ੀਕਲ ਜਿਹੜੀ ਆਪਣੀ ਇਸ਼ੂਜ਼ ਨੇ ਜਿਵੇਂ ਡਾਇਬੀਟੀਜ਼ ਹੋ ਗਿਆ ਕੈਂਸਰ ਹੋ ਗਿਆ ਉਹ ਦਿਖਦੀਆਂ ਤੇ ਉਹ ਲੋਕਾਂ ਨੂੰ ਪਤਾ ਵੀ ਲੱਗਦਾ ਤੇ ਉਹਦਾ ਡਾਕਟਰ ਇਲਾਜ ਵੀ ਕਰ ਦਿੰਦੇ ਬਟ ਇੱਕ ਇਹੋ ਜਿਹੀ ਜਿਹੜੀ ਮਾਨਸਿਕ ਆਪਣੇ ਰੋਗ ਨੇ ਜਾਂ ਮੈਂਟਲ ਇਸ਼ੂਜ਼ ਨੇ ਉਹ ਪਤਾ ਨਹੀਂ ਲੱਗਦੇ ਇੰਨੀ ਛੇਤੀ ਐਂਡ ਹਾਊ ਅਮੇਜ਼ਿੰਗ ਜਾਂ ਇੰਟ੍ਰੀਗਿੰਗ ਕਿੰਨਾ ਹੈਗਾ ਕਿ ਉਹਨਾਂ ਨੂੰ ਤੁਸੀਂ ਯੂ نو ਠੀਕ ਕਰੋ ਉਹੋ ਜਿਹੇ ਪੇਸ਼ੈਂਟਸ ਨਾਲ ਡੀਲ ਕਰੋ ਸੋ ਉਸ ਉੱਥੇ ਸੀਡ ਕਿਤੇ ਨਾ ਕਿਤੇ ਦਿਮਾਗ 'ਚ ਪੈ ਗਿਆ ਬਟ ਉਦੋਂ ਜਦੋਂ ਅਸੀਂ ਪੜ੍ਹਦੇ ਸੀਗੇ ਉਦੋਂ ਜ਼ਿਆਦਾ ਡਾਕਟਰਸ ਤੇ ਇੰਜੀਨੀਅਰਸ ਬਣਦੇ ਸੀ ਜਿਹੜਾ ਕੋਈ ਥੋੜਾ ਜਿਹਾ ਹੁਸ਼ਿਆਰ ਬੱਚਾ ਸੀਗਾ ਉਹਨੂੰ ਕਹਿੰਦੇ ਸੀ ਜਾਂ ਤੁਸੀਂ ਡਾਕਟਰ ਬਣ ਜਾਣਾ ਜਾਂ ਤੁਸੀਂ ਇੰਜੀਨੀਅਰ ਬਣ ਜਾਣਾ ਤੇ ਕੁੜੀਆਂ ਲਈ ਜਨਰਲੀ ਡਾਕਟਰ ਸੀਗਾ ਤੇ ਮੁੰਡਿਆਂ ਲਈ ਇੰਜੀਨੀਅਰ ਸੀਗਾ ਤੇ ਬਸ ਫਿਰ ਉਵੇਂ +1 +2 ਚ ਪੜਿਆ ਬਟ ਮੇਰਾ ਇੱਕ ਮੈਡੀਕਲ ਕਾਲਜ 'ਚ ਹੋ ਵੀ ਗਈ ਸੀ ਐਡਮਿਸ਼ਨ ਬਟ ਮੈਂ ਆਪਣੇ ਫਾਦਰ ਨੂੰ ਕਿਹਾ ਕਿ ਇਹ ਮੈਨੂੰ ਚੀਜ਼ ਜਿਵੇਂ ਅੰਦਰੋਂ ਨਹੀਂ ਮਨ ਕਰ ਰਿਹਾ ਕਿ ਮੈਂ ਕਰਾਂ ਆਈ ਵਾਂਟ ਟੂ ਸਟੱਡੀ ਸਾਈਕੋਲੋਜੀ ਸੋ ਉੱਥੋਂ ਫਿਰ ਉਹ ਕਹਿੰਦੇ ਕੋਈ ਗੱਲ ਨਹੀਂ ਬੇਟਾ ਕਰ ਲਓ ਪਰ ਡਾਕਟਰ ਤਾਂ ਨਾ ਦੇ ਅੱਗੇ ਲੱਗਣਾ ਹੀ ਲੱਗਣਾ ਹੈ ਉਹ ਵੀ ਨਹੀਂ ਤਾਂ PhD ਕਰਨੀ ਪੈਣੀ ਮੈਂ ਕਿਹਾ ਕੋਈ ਨਹੀਂ ਕਰ ਲਾਂਗੇ ਜੀ ਬਸ ਉੱਥੋਂ ਫਿਰ I did +1 +2 in medical but then ਮੈਂ ਕਾਲਜ ਗ੍ਰੈਜੂਏਸ਼ਨ 'ਚ ਫਿਰ ਮੈਂ ਹਿਊਮੈਨਿਟੀਜ਼ ਦੇ ਸਬਜੈਕਟ ਲਏ BA ਫਰਸਟ ਈਅਰ 'ਚ ਤੁਹਾਡੇ ਕੋਲ ਇੱਥੇ ਹੈ ਨਹੀਂ ਗਈ ਸੀ ਆਪਸ਼ਨ ਆਨਰਸ ਦੀ ਬਟ ਸੈਕੰਡ ਈਅਰ ਤੋਂ ਤੁਸੀਂ ਸਾਈਕੋਲੋਜੀ ਆਨਰਸ ਜਾਂ ਕੋਈ ਵੀ ਆਨਰਸ ਲੈ ਸਕਦੇ ਹੋ ਸੋ ਮੈਂ BA ਵਿਦ ਆਨਰਸ ਕੀਤੀ ਸਾਈਕੋਲੋਜੀ ਫਿਰ ਮੈਂ ਪੰਜਾਬ ਯੂਨੀਵਰਸਿਟੀ ਤੋਂ ਮਾਸਟਰਸ ਕੀਤੀ ਫਿਰ ਇੱਥੋਂ ਹੀ ਮੈਂ PhD ਵੀ ਕੀਤੀ ਜੀ ਰਾਈਟ and you're practicing since 10 years yeah it's all been almost 10 years ਕਿਵੇਂ ਰਹੇ ਨੇ ਪੂਰੇ 10 ਸਾਲ if you want to just ਇੱਕ ਲਾਈਨ 'ਚ ਜੇ ਦੱਸਣਾ ਹੋਵੇ how would you describe it it was kind of a growth like progress ਹੋਈ ਹੈ ਜਦੋਂ ਅਸੀਂ ਸ਼ੁਰੂ ਕੀਤਾ ਸੀ ਉਦੋਂ ਲੋਕਾਂ ਨੂੰ ਸ਼ਾਇਦ ਇੰਨਾ ਪਤਾ ਨਹੀਂ ਸੀ ਅਵੇਅਰਨੈਸ ਨਹੀਂ ਸੀ ਹੌਲੀ ਹੌਲੀ ਮੈਂ ਵੇਖਿਆ ਲੋਕਾਂ 'ਚ ਅਵੇਅਰਨੈਸ ਆਈ ਕਰੋਨਾ ਤੋਂ ਬਾਅਦ ਪੈਂਡੈਮਿਕ ਤੋਂ ਬਾਅਦ ਜ਼ਿਆਦਾ ਆਈ ਫਿਰ ਜਿਵੇਂ ਆਪਾਂ ਨੂੰ ਨਿਊਜ਼ 'ਚ ਬਹੁਤ ਸਾਰੇ ਸੁਣਨ ਨੂੰ ਮਿਲਦੇ ਸੀਗੇ ਕੇਸਿਸ ਕਿਸੇ ਨੇ ਸੁਸਾਈਡ ਕੀਤਾ ਜਾਂ ਹੌਲੀ ਹੌਲੀ ਇਸ ਚੀਜ਼ ਦੀ ਅਵੇਅਰਨੈਸ ਵਧੀ ਤੇ ਇਸ ਪ੍ਰੋਫੈਸ਼ਨ ਨੂੰ ਵੀ ਇੱਕ ਚੰਗਾ ਦਰਜਾ ਦਿੱਤਾ ਗਿਆ ਪਹਿਲਾਂ ਸ਼ਾਇਦ ਇਹਨਾਂ ਨਹੀਂ ਵੀ ਪਤਾ ਸੀ ਲੋਕਾਂ ਨੂੰ ਸੋ it's been like a growth you know right yeah do you as a psychologist feel ਕਿ ਤੁਹਾਡੀ understanding of other people ਇੰਨੀ ਜ਼ਿਆਦਾ ਹੋ ਜਾਂਦੀ ਹੈ that sometimes you ignore the bad in them ਇਦਾਂ ਹੁੰਦਾ ਨਹੀਂਗਾ ਵੀ ਤੁਸੀਂ ਕਿਸੇ ਨੂੰ ਇੰਨਾ ਅੰਡਰਸਟੈਂਡ ਕਰਨ ਲੱਗ ਪੈਂਦੇ ਹੋ ਕਿ ਤੁਸੀਂ ਉਹਦੀ ਗਲਤੀ ਦੀ ਵੀ ਕਾਜ਼ ਇਫੈਕਟ ਪਤਾ ਕਰਕੇ ਫਿਰ ਉਹ ਆਪਣੇ ਆਪ ਨੂੰ ਹਾਰਮ ਨਹੀਂ ਕਰਦੀ ਚੀਜ਼ ਨਹੀਂ ਤੁਹਾਡੇ 'ਚ ਐਕਸੈਪਟੈਂਸ ਆਉਂਦੀ ਹੈ ਕਿ ਅਗਲਾ ਦੇਖੋ ਅੱਛਾ ਬੁਰਾ ਸਾਰਿਆਂ 'ਚ ਹੈ ਮੇਰੇ 'ਚ ਵੀ ਹੋਊਗਾ ਤੁਹਾਡੇ 'ਚ ਵੀ ਹੋਊਗਾ ਬਿਲਕੁਲ ਕੋਈ ਵੀ ਪੂਰਾ ਬੁਰਾ ਨਹੀਂ ਹੈ ਕੋਈ ਵੀ ਪੂਰਾ ਅੱਛਾ ਨਹੀਂ ਬਿਲਕੁਲ ਸੋ ਜੇ ਉਹ ਮੇਰਾ ਪਰਸੈਪਸ਼ਨ ਹੈ ਉਹਨੂੰ ਮੈਂ ਕਿਵੇਂ ਵੇਖਿਆ ਉਹ ਹਰ ਇੱਕ ਨਾਲ ਬੁਰਾ ਨਹੀਂ ਹੋ ਸਕਦਾ ਉਹ ਮੇਰੇ ਨਾਲ ਕੋਈ ਉਹੋ ਜਿਹਾ ਸਿਚੁਏਸ਼ਨ ਹੋਈ ਹੈ ਜਾਂ ਉਹਦਾ ਕੋਈ ਇਹੋ ਜਿਹਾ ਸਿਚੁਏਸ਼ਨ 'ਚ ਜਿਹਦੇ 'ਚ ਉਹਦਾ ਉਹ ਸ਼ਾਇਦ ਸਾਈਡ ਬਾਹਰ ਆਈ ਹੈ ਬਟ ਜ਼ਰੂਰੀ ਨਹੀਂ ਨਾ ਉਹ ਸਾਰਿਆਂ 'ਚ ਹੀ ਉਹਦਾ ਹਾਂ until and unless if there is some mental severe issue ਅਦਰਵਾਈਜ਼ ਅਗਰ ਜੇ ਉਹਦਾ ਸਾਰਿਆਂ ਨਾਲ ਠੀਕ ਹੈ ਤਾਂ ਫਿਰ ਉਹ ਥੋੜੀ ਤੁਹਾਡੇ 'ਚ ਐਕਸੈਪਟੈਂਸ ਆਉਣ ਲੱਗ ਜਾਂਦੀ ਹੈ ਕਿ ਠੀਕ ਹੈ ਸਾਰਿਆਂ 'ਚ ਸਾਰਾ ਕੁਝ ਹੁੰਦਾ ਕਈ ਗੱਲਾਂ ਛੱਡਣੀਆਂ ਵੀ ਚਾਹੀਦੀਆਂ ਇਟਸ ਈਜ਼ੀਅਰ ਫॉर ਯੂ ਇਟਸ ਈਜ਼ੀਅਰ ਫॉर ਯੂ ਤੁਹਾਡੇ ਲਈ ਆਸਾਨ ਹੈ ਦੂਜਿਆਂ ਲਈ ਨਹੀਂ ਆਸਾਨ ਤੁਸੀਂ ਆਪਦੇ ਲਈ ਆਸਾਨ ਕਰ ਦਿਓ ਚੀਜ਼ਾਂ ਛੱਡ ਕੇ ਬਟ ਜਿੱਦਾਂ ਅੱਜ ਕੱਲ ਯੂਥ ਇੰਸਟਾਗ੍ਰਾਮ ਬਹੁਤ ਸਕਰੋਲ ਕਰਦੀ ਹੈ ਇੰਸਟਾਗ੍ਰਾਮ ਤੇ ਇੱਕ ਆਪਣਾ ਸਾਈਕੋਲੋਜੀ ਹੱਬ ਹੈ ਇਫ ਯੂ ਨੋ ਵਾਟ ਆਈ ਗॉड ਇਟਸ ਗੂਗਲ ਇੰਸਟਾਗ੍ਰਾਮ ਠੀਕ ਹੈ ਬਹੁਤ ਸਾਰੀਆਂ ਚੀਜ਼ਾਂ ਅੱਛੀਆਂ ਵੀ ਦੱਸਦੇ ਨੇ ਬਟ ਸਾਰਾ ਕੁਝ ਪਲੀਜ਼ ਉਹਨੂੰ ਫੇਸ ਵੈਲਿਊ ਤੇ ਨਾ ਲਓ ਸਮਝੋ ਜਾਂ ਉਹਦੇ ਬਾਰੇ ਸਟੱਡੀ ਕਰੋ ਜਾਂ ਪ੍ਰੋਫੈਸ਼ਨਲ ਨੂੰ ਪੁੱਛੋ ਬਿਕਾਜ਼ ਉੱਥੇ ਲਿਖਿਆ ਹੁੰਦਾ ਨਾ ਸਾਈਕੋਲੋਜੀ ਸੇਜ਼ ਤੇ ਅੱਗੇ ਹੈ ਨਹੀਂ ਇਹੋ ਜਿਹਾ ਬਹੁਤ ਕੁਝ ਆਉਂਦਾ ਬਟ ਆਪਾਂ ਸਾਰਾ ਕੁਝ ਨਹੀਂ ਜਿਵੇਂ ਆਪਾਂ ਨੂੰ ਜੇ ਲੈਣੀ ਐਡਵਾਈਸ ਪ੍ਰੋਫੈਸ਼ਨਲ ਦੇ ਡਾਕਟਰ ਦੀ ਵੀ ਤੇ ਆਪਾਂ ਡਾਕਟਰ ਕੋਲ ਹੀ ਜਾਂਦੇ ਹਾਂ ਨਾ ਆਪਾਂ ਗੂਗਲ ਤੋਂ ਪੜ੍ਹ ਕੇ ਆਪਣਾ ਡਾਇਗਨੋਸਿਸ ਕਰਕੇ ਨਹੀਂ ਬੈਠ ਜਾਂਦੇ ਹਾਂ ਬਿਲਕੁਲ ਸੋ ਐਵੇਂ ਹੀ ਇਹੀ ਆਪਣੀ ਫੀਲਡ ਹੈ ਜੀ ਜੇ ਤੁਹਾਨੂੰ ਲੱਗਦਾ ਹੈ ਕੁਝ ਹੈ ਜਾਂ ਤੁਸੀਂ ਸਾਰਾ ਕੁਝ ਐਵੇਂ ਨਹੀਂਗਾ ਬਹੁਤ ਸਾਰੇ ਚੈਨਲ ਨੇ ਆਪਣਾ ਚਲਾਉਣਾ ਹੈ ਜਾਂ ਕੁਝ ਉਹਨਾਂ ਦੇ ਕੋਈ ਆਈ ਡੋਨਟ ਨੋ ਅੱਜ ਕੱਲ੍ਹ ਇੱਕ ਜ਼ਰੀਆ ਹੈ ਪੈਸੇ ਕਮਾਉਣ ਦਾ ਵੀ ਪੇਜਸ ਬਣਾਉਣ ਦਾ so but don't believe everything that you see of course depression anxiety and stress disorder yes these three are ਕਿਤਨਾ ਕਿਤੇ ਇੰਟਰਲਿੰਕਡ yes, ਬਟ ਉਹਨਾਂ 'ਚ ਡਿਫਰੈਂਸ ਵੀ ਹੈ of course ਹੈਗਾ ਜੀ ਤੇ ਜੇ ਆਪਣੇ 'ਚ ਹਫਤਾ ਕੁ ਸਟ੍ਰੈਸ ਹੈ ਜਾਂ 2 ਹਫਤੇ ਸਟ੍ਰੈਸ ਹੈ ਆਪਾਂ ਸਡਨਲੀ ਅੱਜ ਕੱਲ੍ਹ ਤੇ ਬਹੁਤ ਈਜ਼ੀਲੀ ਕਲੇਮ ਕਰ ਦਿੰਦੇ ਆ ਕਿ ਸਾਨੂੰ ਡਿਪਰੈਸ਼ਨ ਹੈ ਸੈਲਫ ਡਾਇਗਨੋਸਿਸ ਜਾਂ ਸਾਨੂੰ ਡਿਪਰੈਸ਼ਨ ਹੈ ਜਾਂ ਜੇ ਥੋੜੀ ਬਹੁਤ ਕੋਈ ਥ੍ਰੈਟ ਪ੍ਰੈਜ਼ੈਂਟ ਹੋਇਆ ਹੈ ਤੇ ਆਫ ਕੋਰਸ ਤੁਹਾਡਾ ਫਲਾਈਟ ਰਿਸਪੌਂਸ ਜੇ ਤੁਸੀਂ ਡਰ ਰਹੇ ਹੋ ਥੋੜਾ ਭੱਜਣ ਦਾ ਕੀ ਕੀਤਾ ਹੈ ਫਾਈਟ ਫਲਾਈਟ ਅਸੀਂ ਉਹਨੂੰ ਐਂਜ਼ਾਈਟੀ ਕਹਿ ਦਿੰਦੇ ਆ
which is very normal. हर एक इंसान 'ਚ ਹੁੰਦੀ ਹੈ, right? If the threat is present and you're feeling anxious, then your anxiety is valid. ਯੈਸ ਪਰ ਆਪਾਂ ਆਪਣੀ ਲੇਬਲਿੰਗ ਖੁਦ ਕਰਨ ਲੱਗ ਗਏ ਆ, ਸੋ ਆਈ ਵਾਂਟ ਕਿ ਤੁਸੀਂ ਵਿਊਅਰਸ ਨੂੰ ਦੱਸੋ ਕਿ ਇਹਨਾਂ ਤਿੰਨਾਂ 'ਚ ਡਿਫਰੈਂਸ ਕੀ ਹੈ, Right. ਸੋ ਦੈਟ ਦੇ ਇਫ ਦੇ ਫੀਲ ਕਿ ਮੇਰੇ 'ਚ ਆ ਪ੍ਰੋਬਲਮ ਆ ਰਹੀ ਹੈ ਤਾਂ ਉਹਨੂੰ ਸਮਝ ਸਕਣ ਕਿ ਆਪਾਂ ਇਹਨੂੰ ਡਿਪਰੈਸ਼ਨ ਨਹੀਂ ਕਹਿਣਾ, ਕਿਉਂਕਿ ਜੇ ਆਪਾਂ ਨਾਰਮਲ ਸਟ੍ਰੈਸ ਨੂੰ ਵੀ ਡਿਪਰੈਸ਼ਨ ਕਹੀ ਜਾਵਾਂਗੇ ਤਾਂ ਚਾਂਸਸ ਆ ਕਿ ਤੁਸੀਂ ਵਾਕਈ ਡਿਪਰੈਸ਼ਨ 'ਚ ਜਾ ਸਕਦੇ ਹੋ। ਅੱਜ ਕੱਲ ਦਾ ਸਲੈਂਗ ਐਂਡ ਸਲਰ ਜਿਹੜਾ ਆਪਾਂ ਬਹੁਤ ਈਜ਼ੀਲੀ ਇਹ ਵਰਡਸ ਯੂਜ਼ ਕਰ ਦਿੰਦੇ ਹਾਂ, ਉਹ ਬਹੁਤ ਵੱਡੀ ਗਲਤੀ ਹੋ ਰਹੀ ਹੈ ਸਾਰਿਆਂ ਤੋਂ, ਬਿਕਾਜ਼ ਸੀ ਡਿਪਰੈਸ਼ਨ ਤੇ ਐਂਗਜ਼ਾਈਟੀ ਮੂਡ ਡਿਸਆਰਡਰਸ ਚ ਆਉਂਦੇ ਹੈ। ਓਕੇ, ਡਿਪਰੈਸ਼ਨ ਜਿਹੜਾ ਹੈਗਾ ਆਪਾਂ ਉਹਨੂੰ ਡਿਸਆਰਡਰ ਜਾਂ ਆਪਾਂ ਉਹਨੂੰ ਕਦੋਂ ਇੱਕ ਡਿਜ਼ੀਜ਼ ਜਾਂ ਡਿਸਆਰਡਰ ਮੰਨਦੇ ਹਾਂ ਜਦੋਂ ਉਹ ਤੁਹਾਡੇ ਨਾਰਮਲ ਫੰਕਸ਼ਨਿੰਗ ਨੂੰ ਅਫੈਕਟ ਕਰਨ ਲੱਗ ਜਾਏ। ਸੀ ਲੈਟਸ ਸੇ 2 ਵੀਕਸ, ਵੈਸੇ ਆਪਾਂ 2 ਵੀਕਸ ਹੀ ਲੈ ਕੇ ਚੱਲਦੇ ਹਾਂ, ਜੇ 2 ਵੀਕਸ ਤੋਂ ਉੱਤੇ ਤੁਹਾਡੀ ਉਹ ਨਾਰਮਲ ਫੰਕਸ਼ਨਿੰਗ ਨੂੰ ਅਫੈਕਟ ਕਰ ਰਿਹਾ, that means then you need to take care of it. how, like if you're not able to get up from the bed? See, for depression symptoms are different. It is more of a mood disorder. मैं एक दिन ਲਈ sad feel ਕਰ ਸਕਦੀ ਹਾਂ, ਪਰ ਇਹਦਾ ਮਤਲਬ ਇਹ ਨਹੀਂ ਮੈਨੂੰ ਡਿਪਰੈਸ਼ਨ ਹੋ ਗਿਆ। I feel depressed. See, ਕਿ ਇਹ ਡਿਪਰੈਸ਼ਨ ਦੀ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਕਿ ਉਹ ਇੰਗਲਿਸ਼ ਵਰਡ ਡਿਪਰੈਸਡ ਤੋਂ ਆਇਆ ਹੈ, ਸੋ ਬਹੁਤ ਈਜ਼ੀਲੀ ਸਾਰੇ ਲੋਕ ਯੂਜ਼ ਕਰ ਲੈਂਦੇ ਆ। ਸੋ ਦੈਟ ਇਜ਼ ਵਾਟ ਇਟ ਇਜ਼, ਬਟ ਡਿਪਰੈਸ਼ਨ ਐਜ਼ ਅ ਡਿਸਆਰਡਰ ਇਜ਼ ਜਿਵੇਂ ਤੁਹਾਨੂੰ ਸਿੰਪਟਮਸ ਹੋਣਗੇ, ਤੁਹਾਡਾ ਉੱਠਣ ਦਾ ਨਹੀਂ ਜੀ ਕਰ ਰਿਹਾ, ਤੁਹਾਡਾ ਲੋ ਮੂਡ ਹੈ, ਤੁਹਾਨੂੰ ਦੁੱਖ ਲੱਗ ਰਿਹਾ ਕਿਸੇ ਚੀਜ਼ ਦਾ, ਤੁਹਾਡੇ ਨਾਲ ਕੁਝ ਟਰਾਮਾ ਹੋਇਆ ਜਾਂ ਕੋਈ ਸਿਚੁਏਸ਼ਨ, ਨਾਰਮਲ ਸਿਚੁਏਸ਼ਨ ਵੀ ਹੋਈ, ਕਈ ਲੋਕਾਂ ਨੂੰ ਜਿਵੇਂ ਲੱਗ ਗਿਆ ਉਸ ਚੀਜ਼ ਦਾ ਧੱਕਾ, ਪਰ ਉਹ ਇੱਕ ਅੱਧੇ ਦਿਨ ਬਾਅਦ ਤੱਕ ਨਹੀਂ ਜਾ ਰਹੀ, ਉਹ 2 ਹਫ਼ਤੇ ਤੋਂ ਜ਼ਿਆਦਾ ਰਹਿ ਰਹੀ ਹੈ ਤੁਹਾਡੇ ਨਾਲ, ਉਹ ਤੁਹਾਨੂੰ ਕੰਟੀਨਿਊਸ ਤੁਹਾਡੇ ਤੋਂ ਉੱਠਿਆ ਨਹੀਂ ਜਾ ਰਿਹਾ, ਤੁਸੀਂ ਸੈਡ ਫੀਲ ਕਰ ਰਹੇ ਹੋ, ਤੁਹਾਨੂੰ ਕਿਸੇ ਚੀਜ਼ 'ਚ ਮੋਟੀਵੇਸ਼ਨ ਨਹੀਂ ਆ ਰਹੀ, ਤੁਹਾਡਾ ਜਿਹੜਾ ਡੇਲੀ ਰੂਟੀਨ ਦਾ ਕੰਮ ਹੈ, ਜੇ ਤੁਸੀਂ ਉੱਠ ਕੇ ਨਹਾਉਣਾ ਹੀ ਹੈ ਸਪੋਜ਼ਲੀ, ਉਹ ਵੀ ਨਹੀਂ ਤੁਹਾਡਾ ਜੀ ਕਰ ਰਿਹਾ ਕਿ ਮੈਂ ਕਰਾਂ, ਯੂ ਨੋ, ਜੇ ਉਹ 2 ਵੀਕਸ ਲਈ ਕੰਟੀਨਿਊਸਲੀ ਹੁੰਦਾ ਤਾਂ ਉਹ ਡਿਪਰੈਸ਼ਨ 'ਚ ਆਉਂਦਾ। ਠੀਕ ਹੈ ਜੀ। ਐਂਗਜ਼ਾਈਟੀ ਹੈ ਜਿਵੇਂ ਆਪਾਂ ਐਂਗਸ਼ੀਅਸ ਫੀਲ ਕਰਦੇ ਹਾਂ, ਸੋ ਦੈਟ ਇਜ਼ ਹਾਊ ਐਂਗਜ਼ਾਈਟੀ ਕੇਮ, ਰਾਈਟ? ਐਂਗਸ਼ੀਅਸ ਜੇ ਆਪਾਂ ਨੂੰ ਕਨਸਟੈਂਟ ਵਰੀ ਜਾਂ ਫੀਅਰ ਰਹਿੰਦੀ ਹੈ ਕਿਸੇ ਚੀਜ਼ ਦੀ, ਦੈਟ ਇਜ਼ ਹਾਊ ਇਟ ਇਜ਼ ਡਿਫਰੈਂਟ। ਵੀ ਕੁਝ ਹੋ ਜਾਊਗਾ, ਕੁਝ ਹੋ ਜਾਊਗਾ, ਮੇਰੇ ਨਾਲ ਕੁਝ ਹੋ ਜਾਣਾ ਹੈ, ਜਾਂ ਪਤਾ ਨਹੀਂ ਕੋਈ ਚੀਜ਼ ਨੂੰ ਲੈ ਕੇ ਕਿ ਇਹਦਾ ਰਿਜ਼ਲਟ ਤਾਂ ਮਾੜਾ ਹੀ ਆਣਾ ਹੈ। ਮੈਂ ਪਹਿਲਾਂ ਹੀ ਸੋਚ ਲਈ ਕਿ ਮੇਰੇ ਨਾਲ ਹੁਣ ਜਿਵੇਂ ਸਪੋਜ਼ਲੀ ਮੈਂ ਕਰਮਨ ਨਾਲ ਇੰਟਰਵਿਊ ਕਰਨੀ ਹੈ, ਪਰ ਮੈਂ ਆਲਰੇਡੀ ਸੋਚ ਲੂੰਗੀ ਕਿ ਇੰਟਰਵਿਊ ਗੰਦੀ ਹੀ ਹੋਣੀ ਹੈ, ਮੈਂ ਜੋ ਮਰਜ਼ੀ ਕਰ ਲਾਂ, ਤੇ ਇਸ ਚੀਜ਼ ਦੀ ਮੈਨੂੰ ਐਂਗਜ਼ਾਈਟੀ ਤੇ ਫੀਅਰ ਰਹੇਗੀ। ਜਾਂ ਪਾਸਟ ਦੇ ਬਾਰੇ ਸੋਚੀ ਜਾਓ, ਓਕੇ, ਉਹਦਾ ਵੀ ਐਂਗਜ਼ਾਈਟੀ ਨਾਲ ਹੁੰਦਾ, ਜਿਹੜੇ ਪਾਸਟ ਐਕਸਪੀਰੀਐਂਸਸ ਹੁੰਦੇ, ਬਟ ਉਹਦਾ ਆਪਾਂ ਕੁਝ ਕਰ ਨਹੀਂ ਸਕਦੇ, ਸੋ ਵੀ ਹੈਵ ਟੂ ਲੈਟ them go and future ਦੇ, ਤੋ fear and worry is anxiety. Depression is when you feel sad, right? Stress is like, stress ਲਈ ਕੋਈ normal stressor ਹੋਣਾ ਜ਼ਰੂਰੀ ਹੈ। How do you differentiate between anxiety, depression and stress? is ਕਿ ਇੱਕ stressor ਨਾਲ ਤੁਹਾਨੂੰ stress ਹੋਏਗਾ ਕਿ ਮੇਰੇ ਨਾਲ ਜੇ supposedly ਹੁਣ ਮੈਂ ਤੁਹਾਨੂੰ, ਜੇ ਮੇਰਾ ਬੌਸ ਮੇਰੇ ਕੋਲ ਆਏਗਾ ਮੈਨੂੰ stress ਹੋ ਜਾਂਦਾ, ਤਾਂ ਉਹ stressor ਹੋਣਾ ਜ਼ਰੂਰੀ ਹੈ, ਤਾਂ that is stress. And if the stressor is not present and yeah, you're not like feeling, anxiety can be कि मेरे को वो होगा, मैंने already सोच लिया, worry, fear. डिप्रेशन ਨਾਲ ਉਹ ਚੀਜ਼ ਹੋ ਗਈ, ਪਰ ਉਹ ਸੈਡਨੈਸ, ਮੂਡ, ਫੀਲਿੰਗ ਮੇਰੇ ਨਾਲ ਚੱਲ ਰਹੀ ਹੈ ਹੁਣ ਤੱਕ, ਆਈ ਐਮ ਨਾਟ ਲੈਟਿੰਗ ਗੋ ਆਫ ਦੈਟ। ਬਟ ਸਟ੍ਰੈਸ ਦਾ ਹੈ ਕਿ ਉਹ ਜੇ ਸਟ੍ਰੈਸਰ ਹੋਏਗਾ ਤਾਂ ਹੀ ਮੈਨੂੰ ਸਟ੍ਰੈਸ ਹੁੰਦਾ, ਅਦਰਵਾਈਜ਼ ਮੈਨੂੰ, ਮੈਂ ਨਾਰਮਲ ਹਾਂ, ਮੈਨੂੰ ਕੁਝ ਇੰਨਾ ਨਹੀਂ। ਜੇ ਮੇਰੇ ਕੋਲ ਮੇਰਾ ਬੌਸ ਆਉਂਦਾ ਤਾਂ ਮੈਨੂੰ ਪੈਲਪੀਟੇਸ਼ਨਸ ਹੋਣ ਲੱਗ ਜਾਂਦੇ ਆ ਜਾਂ ਮੈਨੂੰ ਘਬਰਾਹਟ ਹੋਣ ਲੱਗ ਜਾਂਦੀ ਹੈ, ਦੈਟ ਇਜ਼ ਸਟ੍ਰੈਸ। ਸੇ ਤੈਨੂੰ ਐਵੇਂ ਡਿਫਰੈਂਟ, ਐਂਡ ਇਹਦਾ 2 ਵੀਕਸ ਲਈ ਹੋਣਾ ਜ਼ਰੂਰੀ ਹੈ, ਤਾਂ ਹੀ ਆਪਾਂ ਜੇ 2 ਹਫ਼ਤੇ ਪੀਰੀਅਡ ਕੰਟੀਨਿਊਸ ਰਹਿੰਦਾ ਹੈ, ਉਸ ਤੋਂ ਬਾਅਦ ਵੀ ਜੇ ਰਹਿੰਦਾ, ਹਾਂ, ਦੈਨ ਯੂ ਨੀਡ ਟੂ ਟੇਕ ਰੀਅਲੀ ਕੇਅਰ ਆਫ ਇਟ ਐਂਡ ਗੋ ਸੀ ਅ ਪ੍ਰੋਫੈਸ਼ਨਲ। ਜਿੱਦਾਂ ਹੁਣ ਤੁਸੀਂ ਸਿੰਪਟਮਸ ਡਿਸਕ੍ਰਾਈਬ ਕੀਤੇ ਨੇ, ਤੇ ਜੇ ਕੋਈ ਇਦਾਂ ਫੀਲ ਕਰ ਰਿਹਾ ਹੈ, ਉਹ ਸਮਝ ਜਾਣ ਕਿ ਮੈਨੂੰ ਆ ਪ੍ਰੋਬਲਮ ਹੈ, ਤੇ ਉਹ ਆਪਦੇ ਲਈ ਸਾਈਕਲ ਆਪ ਤੋੜਨਾ ਚਾਹੁੰਦੇ ਨੇ, ਦੇ ਵਾਂਟ ਟੂ ਬ੍ਰੇਕ ਦ ਸਾਈਕਲ, ਰਾਈਟ, ਤਾਂ ਉਹ ਕੀ ਕਰ ਸਕਦੇ ਨੇ? ਸੀ ਪਹਿਲਾਂ ਤਾਂ ਆਪਾਂ ਬਹੁਤ ਛੋਟੀ ਛੋਟੀ ਚੀਜ਼ਾਂ ਹੈ, ਇੱਕ ਤਾਂ ਮਾਈਂਡ ਐਂਡ ਬੋਡੀ ਦਾ ਡਾਇਰੈਕਟ ਰਿਲੇਸ਼ਨ ਹੈ, ਹੁਣ ਸਾਨੂੰ ਸਮਝ ਆਉਣ ਲੱਗ ਗਈ ਹੈ, ਸਾਈਕੋਲੋਜੀ ਨੂੰ ਵੀ ਸਮਝ ਆਉਣ ਲੱਗ ਗਈ ਹੈ, ਤੇ ਫਿਜ਼ੀਕਲ ਓਬਵੀਅਸਲੀ ਡਾਕਟਰਸ ਨੂੰ ਵੀ ਸਮਝ ਆਉਣ ਲੱਗ ਗਈ। ਜੇ ਮੈਂਟਲ ਹੈਲਥ ਖਰਾਬ ਹੈ, ਫਿਜ਼ੀਕਲ ਹੈਲਥ ਅਫੈਕਟ ਹੋਊਗੀ, ਜੇ ਫਿਜ਼ੀਕਲ ਹੈਲਥ ਖਰਾਬ ਹੈ, ਮੈਂਟਲ ਹੈਲਥ ਖਰਾਬ ਹੋਊਗੀ, ਵਾਈਸਾ ਵਰਸਾ। ਜੇ ਤੁਹਾਡੀ ਫਿਜ਼ੀਕਲ ਹੈਲਥ ਅੱਛੀ ਹੈ, ਤੁਸੀਂ ਕਿਤੇ ਨਾ ਕਿਤੇ ਆਪਣੀ ਮੈਂਟਲ ਹੈਲਥ 'ਤੇ ਉਹਦਾ ਅੱਛੀ ਉਹ ਆਉਂਦਾ ਹੀ ਆਉਂਦਾ ਇਫੈਕਟ। ਫਿਜ਼ੀਕਲ ਐਕਸਰਸਾਈਜ਼, 1 hour 40 minutes of any physical exercise, it could be as simple as walking, yoga, dancing, pilates, ਕੁਝ ਵੀ ਜਿਹੜਾ ਤੁਹਾਨੂੰ ਖੁਸ਼ੀ ਦਿੰਦਾ ਹੈ। ਪਰ ਜੇ ਕੁਝ ਵੀ ਨਹੀਂ ਕਰਦੇ ਤਾਂ ਵਾਕ ਤਾਂ ਕਰ ਹੀ ਲਓ ਨਾ। ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਸ ਨੂੰ ਨਹਾਉਣ ਤੱਕ ਜਾਣ ਦੀ ਹਿੰਮਤ ਨਹੀਂ ਆਉਂਦੀ, ਉਹ ਘੰਟੇ ਵਾਸਤੇ, ਤਾਂ ਮੈਂ ਕਹਿ ਰਹੀ ਨਾ, ਉਹਨੂੰ ਫਿਰ ਜੇ 2 ਹਫ਼ਤੇ ਲਈ ਫੀਲ ਹੋ ਰਿਹਾ ਤਾਂ ਉਹਨੂੰ ਜਾਣਾ ਪੈਣਾ ਪ੍ਰੋਫੈਸ਼ਨਲੀ। ਬਟ ਮੇਰੇ ਕੋਲ ਵੀ ਜੋ ਆਉਂਦੇ, ਮੈਂ ਕਹਿੰਦੀ ਦੇਖੋ ਤੁਹਾਨੂੰ ਇਹ ਆਪਣੀ ਰੂਟੀਨ 'ਚ ਐਡ ਕਰਨੇ ਹੀ ਪੈਣੇ ਆ। ਜੇ ਆਪਾਂ ਨੂੰ ਡਾਕਟਰ ਕਹਿੰਦਾ ਕਿ ਤੁਸੀਂ ਸਪੋਜ਼ ਤੁਹਾਨੂੰ ਡਾਇਬੀਟੀਜ਼ ਹੋ ਗਿਆ,
ਤੁਸੀਂ ਕਿਸੇ ਐਂਡੋਕ੍ਰਿਨੋਲੋਜਿਸਟ ਕੋਲ ਗਏ, ਉਹਨਾਂ ਨੇ ਤੁਹਾਨੂੰ ਕਹਿਣਾ ਜੀ ਆਪਣੀ ਰੂਟੀਨ ਚੇਂਜ ਕਰੋ, ਖਾਣ ਪੀਣ ਦਾ ਕਰੋ, ਵਾਕ ਜ਼ਰੂਰ ਕਰਨਾ, ਤੁਸੀਂ ਕਰੋਗੇ ਨਾ? ਬਿਲਕੁਲ। ਤੁਸੀਂ ਕੁਐਸਚਨ ਨਹੀਂ ਕਰੋਗੇ। ਉਵੇਂ ਹੀ ਸਾਡੇ ਨਾਲ ਹੈ, ਜੇ ਅਸੀਂ ਕਹਿੰਦੇ ਹਾਂ ਤਾਂ ਉਹਦੇ ਬਿਕਾਜ਼ ਆਬਵੀਅਸਲੀ ਵੈਨ ਯੂ ਆਰ ਡੂਇੰਗ ਸਮ ਫਿਜ਼ੀਕਲ ਐਕਟੀਵਿਟੀ ਤੁਹਾਡੀ ਬੋਡੀ ਫੀਲ ਗੁੱਡ ਹਾਰਮੋਨਸ ਐਂਡ ਕੈਮੀਕਲਸ ਰਿਲੀਜ਼ ਕਰਦੀ ਹੈ, ਤੇ ਉਹ ਆਪਣੇ ਆਪ ਮੂਡ ਅਪਲਿਫਟਰਸ ਹੁੰਦੇ ਆ। ਸੋ ਯੂ ਆਰ ਆਲਰੇਡੀ ਔਨ ਦਾ ਪਾਥ, ਤੇ ਫਿਰ ਤੁਹਾਡੇ ਲਈ ਈਜ਼ੀ ਹੋ ਜਾਊਗਾ ਟੂ ਚੇਂਜ ਦਾ ਸਾਈਕਲ, ਰਾਈਟ? ਫਿਰ ਉਸ ਤੋਂ ਬਾਅਦ ਜਿਵੇਂ ਛੋਟੀ ਛੋਟੀ ਚੀਜ਼ਾਂ ਆਈ ਟੈਲ them ਕਿ ਤੁਸੀਂ ਆਪਣੇ ਬਾਰੇ ਜਾਂ ਆਪਣੇ ਨਾਲ ਕੀ ਗੱਲਾਂ ਕਰਦੇ ਹੋ। ਵੈਰੀ ਇੰਪੋਰਟੈਂਟ ਬਿਕਾਜ਼ ਮਾਈਂਡ ਨੂੰ ਰੀਅਲ ਐਂਡ ਮੇਕ ਬਿਲੀਵ ਚ ਨਹੀਂ ਫਰਕ ਪਤਾ। ਜੋ ਤੁਸੀਂ ਬੋਲੋਗੇ ਉਹ ਤੁਹਾਡੀ ਰਿਐਲਿਟੀ ਬਣਦੀ ਜਾਏਗੀ। ਦੈਟ ਇਜ਼ ਟਰੂ। ਸੋ ਯੂ ਹੈਵ ਟੂ ਬੀ ਵੈਰੀ ਕੇਅਰਫੁਲ ਕਿ ਤੁਹਾਡੇ ਮੂੰਹ ਚੋਂ ਕੀ ਨਿਕਲ ਰਿਹਾ ਹੈ ਆਪਣੇ ਬਾਰੇ, ਦੂਜਿਆਂ ਨਾਲ ਜਾਂ ਆਪਣੇ ਨਾਲ ਖੁਦ। ਸੋ ਬੀ ਕੇਅਰਫੁਲ ਆਫ ਦੈਟ ਐਂਡ ਦੈਨ ਯੂ ਨੋ ਥੋੜੀ ਜਿਹੀ ਜਿਵੇਂ ਮੈਡੀਟੇਸ਼ਨ ਕਰ ਲਈ, ਡੀਪ ਬਰੀਦਿੰਗ ਕਰ ਲਈ। ਥੀਸ ਆਰ, ਇਹ ਹੌਲੀ ਹੌਲੀ ਇਫੈਕਟ ਪਾਉਂਦਾ ਹੈ। ਇਹ ਨਹੀਂ ਕਿ ਅੱਜ ਕਰੋਗੇ ਤੁਹਾਨੂੰ ਕੱਲ੍ਹ 'ਚ ਫਰਕ ਪਵੇਗਾ। ਹੌਲੀ ਹੌਲੀ ਇਟ ਟੇਕਸ ਅਬਾਊਟ ਅ ਮੰਥ ਆਰਾਮ ਨਾਲ ਕਿ ਕੁਝ ਡਿਫਰੈਂਸ ਦਿਖੇਗਾ ਜੀ, ਬਟ ਰੈਗੂਲਰਲੀ ਰਹੋਗੇ ਤੇ ਫਿਰ ਛੇਤੀ ਹੋ ਜਾਂਦਾ। ਹਾਂਜੀ। ਕੀ ਸਾਈਕੋਲੋਜਿਸਟਸ ਖੁਦ ਇਹ ਅਪਸ ਐਂਡ ਡਾਊਨਸ ਫੇਸ ਕਰਦੇ ਹੀ ਨੇ ਲਾਈਫ ਵਿੱਚ, ਜਾਂ ਤੁਹਾਨੂੰ ਇਹ ਨਹੀਂ ਕਹਿ ਦਿੰਦੇ ਜਦੋਂ ਸਮਟਾਈਮਸ ਵੈਨ ਯੂ ਆਰ ਫੀਲਿੰਗ ਲੋ, ਜਾਂ ਕੋਈ ਸਾਈਕੋਲੋਜਿਸਟ ਜਦੋਂ ਲੋ ਫੀਲ ਕਰਦਾ ਹੈ ਤਾਂ ਅਸੀਂ ਕਹਿ ਦਿੰਦੇ ਵੀ ਯਾਰ ਤੈਨੂੰ ਤੇ ਪਤਾ ਹੀ ਹੈ ਵੀ ਕੀ ਕਰਨਾ ਹੈ, ਤੂੰ ਕਰ ਲੈ। ਬੜੀ ਆਮ ਜੀ ਗੱਲ ਹੈ, ਸਾਰੇ ਕਹਿ ਦਿੰਦੇ ਆ, ਪਰ ਗੱਲ ਇਹ ਜਿਹੀ ਹੈ ਤਾਂ ਅਸੀਂ ਵੀ ਇਨਸਾਨ, ਫੀਲਿੰਗਸ ਤੇ ਸਾਰਿਆਂ 'ਚ ਹੁੰਦੀਆਂ, ਸਾਰਾ ਕੁਝ ਹੁੰਦਾ। ਕਈ ਵਾਰ ਆਪਾਂ ਨੂੰ ਗੱਲ ਪਤਾ ਵੀ ਹੁੰਦੀ ਹੈ, ਫਿਰ ਵੀ ਆਪਾਂ ਆਪਣੇ ਆਪ ਨੂੰ ਨਹੀਂ ਰੋਕ ਪਾਉਂਦੇ। ਬਟ ਥਿੰਗ ਇਜ਼ ਕਿ ਤੁਹਾਨੂੰ ਸ਼ਾਇਦ ਛੋਟੀਆਂ ਚੀਜ਼ਾਂ ਨਾਲ ਛੇਤੀ ਡੀਲ ਕਰਨਾ ਆ ਜਾਂਦਾ ਹੈ। ਬਟ ਆਫ ਕੋਰਸ ਜੇ ਕੋਈ ਵੱਡੀ ਚੀਜ਼ ਹੁੰਦੀ ਹੈ, ਅਸੀਂ ਵੀ ਆਪਣੇ ਕੋਲੀਗਸ ਕੋਲ ਜਾਂਦੇ। ਲਾਈਕ ਅ ਡਾਕਟਰ ਕਾਂਟ ਟ੍ਰੀਟ ਹਿਮਸੈਲਫ, ਉਹ ਆਪਣੇ ਉੱਤੇ ਆਪਰੇਸ਼ਨ ਸਰਜਰੀ ਨਹੀਂ ਕਰ ਸਕਦਾ, ਉਹਨੂੰ ਵੀ ਦੂਜੇ ਡਾਕਟਰ ਦੀ ਹੈਲਪ ਚਾਹੀਦੀ ਹੈ। ਸੋ ਇਟਸ ਸਿਮਿਲਰ। ਸੋ ਯੂ ਆਰ ਸੇਇੰਗ ਕਿ ਇੱਕ ਸਾਈਕੋਲੋਜਿਸਟ ਇਫ ਨੀਡਡ ਇਨ ਗ੍ਰੀਫ ਸਿਚੁਏਸ਼ਨ ਜੋ ਆਉਂਦੀ ਹੈ ਤਾਂ ਦੂਜੇ ਸਾਈਕੋਲੋਜਿਸਟ ਕੋਲ ਜਾ ਸਕਦਾ ਹੈ। ਇਟਸ ਨਾਰਮਲ, ਇਟਸ ਵੈਰੀ ਨਾਰਮਲ, ਵਿਦਆਊਟ ਹੈਵਿੰਗ ਅ ਫੀਲਿੰਗ ਆਫ ਸ਼ੇਮ ਔਰ ਗਿਲਟ। ਯਾ ਬਿਕਾਜ਼ ਯੂ ਹੈਵ ਟੂ ਹੀਲ ਯੋਰਸੈਲਫ ਟੂ ਹੀਲ ਅਦਰਸ ਨਾ। ਤੁਹਾਨੂੰ ਆਪਣੇ ਆਪ ਨੂੰ ਵੀ ਤਾਂ ਸਹੀ ਰੱਖਣਾ ਪਏਗਾ, ਤਾਂ ਹੀ ਤੁਸੀਂ ਦੂਜਿਆਂ 'ਚ ਕੁਝ। ਹੁਣ ਜੇ ਤੁਸੀਂ ਆਪ ਹੀ ਅੰਦਰੋਂ ਕੁਝ ਹੋ ਨਹੀਂ, ਤੁਸੀਂ ਦੂਜਿਆਂ ਨੂੰ ਕੀ ਸਿਖਾਓਗੇ ਜਾਂ ਕਿਵੇਂ, ਯੂ ਨੋ ਹਾਊ ਵਿਲ ਯੂ ਫਿਲ them up if you are nothing, ਅੰਦਰੋਂ ਐਮਟੀ ਹੋ। ਸੋ ਤਾਂ ਐਂਡ ਸਾਡੇ ਓਬਵੀਅਸਲੀ ਪ੍ਰੋਫੈਸ਼ਨ 'ਚ ਜ਼ਿਆਦਾ ਲੋੜ ਪੈਂਦੀ ਹੈ ਬਿਕਾਜ਼ ਕਿੰਨਾ ਕੰਜ਼ਿਊਮ ਕਰ ਰਹੇ ਹੋ, ਇਨਟੇਕ ਬਹੁਤ ਹੋ ਰਿਹਾ ਹੈ। ਹਾਂ, ਆਪਾਂ ਵੀ ਜੋ ਮੈਂ ਦੂਜਿਆਂ ਨੂੰ ਦੱਸਦੀ, ਮੈਂ ਆਪ ਵੀ ਪ੍ਰੈਕਟਿਸ ਕਰਦੀ ਹਾਂ। ਲਾਈਕ ਆਈ ਡੂ ਅ ਫਿਜ਼ੀਕਲ ਐਕਟੀਵਿਟੀ ਰੈਗੂਲਰਲੀ। ਮੈਂ ਥੋੜ੍ਹਾ ਬਹੁਤਾ ਡੀਪ ਬਰੀਦਿੰਗ, ਮੈਡੀਟੇਸ਼ਨ ਕਰਨ ਦੀ ਕੋਸ਼ਿਸ਼ ਕਰਦੀ ਹਾਂ। ਜਿਹੜੀਆਂ ਚੀਜ਼ਾਂ ਮੈਨੂੰ ਚੰਗੀਆਂ ਲੱਗਦੀਆਂ, ਜਿਵੇਂ ਬੁੱਕਸ ਪੜ੍ਹਨਾ ਜਾਂ ਕੁਝ ਵੀ ਹੋ ਸਕਦਾ ਹੈ, ਡਾਂਸ ਕਰਨਾ ਜਾਂ ਕਿਸੇ ਲਈ ਕੁਝ ਵੀ ਹੋ ਸਕਦਾ, ਉਹ ਕਰਨਾ ਚਾਹੀਦਾ। ਬਿਕਾਜ਼ ਦੈਟ ਇਜ਼ ਹਾਊ ਵੀ ਆਰ ਫੀਲਿੰਗ ਆਰ ਐਨਰਜੀ ਅਪ। ਬੋਡੀ ਦੀ ਐਨਰਜੀ ਵੀ ਤਾਂ ਡਾਊਨ ਜਾਏਗੀ ਨਾ, ਮਾਈਂਡ ਦੀ ਵੀ। ਇੰਨਾ ਤੁਸੀਂ ਲਾ ਰਹੇ ਹੋ ਕਿਤੇ। ਸੋ ਯੂ ਹੈਵ ਟੂ ਡੂ ਆਲ ਆਫ ਥੀਸ ਥਿੰਗਸ। ਪ੍ਰੈਕਟਿਸ ਤੁਹਾਨੂੰ ਆਪ ਹੀ ਕਰਨੀ ਪੈਂਦੀ ਹੈ। ਹਾਲੇ ਵੀ ਨਾ ਕਈ ਫੈਮਲੀਜ਼ 'ਚ ਇਹ ਗੱਲ ਚੱਲਦੀ ਹੈ, ਵੈਸੇ ਤਾਂ ਕਾਫੀ ਅਵੇਅਰਨੈਸ ਆ ਗਈ ਅੱਗੇ ਨਾਲੋਂ, ਬਟ ਸਟਿਲ ਲੂਪ ਹੋਲਸ ਹਰ ਇੱਕ ਪ੍ਰੋਫੈਸ਼ਨ 'ਚ ਹੁੰਦੇ ਨੇ। ਤਾਂ ਇਹ ਗੱਲਾਂ ਚੱਲਦੀਆਂ ਨੇ ਵੀ ਸਾਈਕੋਲੋਜਿਸਟ ਨੇ ਤੈਨੂੰ ਕੀ ਹੀ ਕਹਿ ਦੇਣਾ ਹੈ, ਜੋ ਉਹਨੇ ਸਮਝਾਉਣਾ ਅਸੀਂ ਵੀ ਤਾਂ ਉਹੀ ਸਮਝਾ ਰਹੇ ਹਾਂ। ਉਹਨੇ ਵੀ ਤੈਨੂੰ ਆਹੀ ਕਹਿਣਾ ਵੀ ਉੱਠ ਕੇ ਫਿਜ਼ੀਕਲ ਐਕਟੀਵਿਟੀ ਕਰ ਲੈ, ਉਹਨੇ ਵੀ ਤੈਨੂੰ ਆਹੀ ਕਹਿਣਾ ਵੀ ਉੱਠ ਕੇ ਬਾਹਰ ਚਲ ਜਾ, ਕੁਝ ਹੱਸ ਖੇਡ ਲੈ। ਅਸੀਂ ਵੀ ਤੈਨੂੰ ਉਹੀ ਕਹਿ ਰਹੇ ਹਾਂ, ਵਾਈ ਡੂ ਯੂ ਨੀਡ ਟੂ ਗੋ। ਸੋ ਉਦੋਂ ਆਪਾਂ ਫੈਮਲੀਜ਼ ਨੂੰ ਕੀ ਸਮਝਾ ਸਕਦੇ ਹਾਂ ਕਿ ਜੋ ਤੁਸੀਂ ਕਹਿ ਰਹੇ ਹੋ ਉਹ ਇੰਪੋਰਟੈਂਟ ਤੇ ਹੈ ਹੀ ਹੈ, ਪਰ ਜੋ ਅਸੀਂ ਕਹਿਣਾ ਹੈ ਉਹ ਇੰਪੋਰਟੈਂਟ ਦੇ ਨਾਲ ਇੰਟਾਇਰਲੀ ਡਿਫਰੈਂਟ ਵੀ ਹੈ। ਹਾਂ, ਉਹੀ ਗੱਲ ਹੈ ਨਾ। ਦੇਖੋ, ਸਾਡੇ ਕੋਲ ਇੱਕ ਡਿਗਰੀ ਹੈ, ਉਹ ਲੋਕਾਂ ਨੂੰ ਸਮਝਣਾ ਪਏਗਾ ਕਿ ਅਸੀਂ ਉਹ ਪੜ੍ਹੇ ਹਾਂ, ਸਾਨੂੰ ਸਮਝ ਹੈ। ਉਹ ਕਹਿੰਦੇ ਨੇ ਵੀ ਗੱਲਾਂ ਹੀ ਕਰਨੀਆਂ ਤੁਸੀਂ, ਉਹਨੇ ਵੀ ਤੈਨੂੰ ਗੱਲਾਂ ਹੀ ਕਰਨੀਆਂ। ਗੱਲਾਂ ਹੀ ਨਹੀਂ ਨਾ ਹੁੰਦੀਆਂ ਕਰਮਨ। ਯੂ ਨੋ ਦੇयर ਆਰ ਸੋ ਮੈਨੀ ਥੈਰੇਪੀਜ਼। ਅਸੀਂ ਸਾਈਕੋਥੈਰੇਪੀ ਕਰਦੇ ਹਾਂ, ਜੋ ਟਾਕ ਥੈਰੇਪੀ ਤਾਂ ਚਲੋ ਹੈ ਹੀ ਹੈ, ਸੀਬੀਟੀ ਕਰਦੇ ਹਾਂ, ਡੀਬੀਟੀ ਕਰਦੇ ਹਾਂ, ਆਰਈਬੀਟੀ ਕਰਦੇ ਹਾਂ। ਆਈ ਐਮ ਅ ਹਿਪਨੋਥੈਰੇਪਿਸਟ, ਸੋ ਆਈ ਡੂ ਹਿਪਨੋਥੈਰੇਪੀ ਐਜ਼ ਵੈਲ। ਸੋ ਦੇयर ਆਰ ਸੋ ਮੈਨੀ ਰੇਂਜ ਆਫ ਥੈਰੇਪੀਜ਼ ਦੈਟ ਯੂ ਡੂ। ਇੱਕ ਬਸ ਗੱਲਾਂ ਨਹੀਂ ਹੁੰਦੀਆਂ। ਮੈਂ ਉਹਨਾਂ ਤੋਂ ਐਕਟੀਵਿਟੀਜ਼ ਕਰਾਉਂਦੀ ਹਾਂ, ਉਹਨਾਂ ਨੂੰ ਹੋਮਵਰਕ ਦੇਣੀ ਹੈ, ਜਿਹੜਾ ਮੈਨੂੰ ਹਰ ਹਫਤੇ ਲਿਆ ਕੇ ਵਿਖਾਉਂਦੇ। ਅਸੀਂ ਉਸ ਬਾਰੇ ਡਿਸਕਸ਼ਨ ਕਰਦੇ ਹਾਂ, ਉਹਨਾਂ ਨੂੰ ਆਪਣੇ ਥਾਟ ਪ੍ਰੋਸੈਸਿਸ ਸਮਝ ਆਉਂਦੇ ਹੈ। ਸੋ ਡਿਫਰੈਂਸ ਤਾਂ ਹੈ ਹੀ ਹੈ ਨਾ। ਹੁਣ ਇਹ ਵੀ ਅਗਰ ਜੇ ਮੈਨੂੰ ਹਲਕਾ ਜਿਹਾ ਜ਼ੁਕਾਮ ਹੋਇਆ, ਮੈਂ ਘਰੇ ਦਵਾਈ ਖਾ ਕੇ ਬਹਿ ਜਾ ਕਿ ਬਈ ਮੈਨੂੰ ਤਾਂ ਪਤਾ ਹੈ ਕਿ ਇਹਦੇ ਤਾਂ ਆਹੀ ਦਵਾਈ ਹੈ, ਪਰ ਜੇ ਉਹ ਜਾ ਹੀ ਨਹੀਂ ਰਿਹਾ, ਮੈਨੂੰ ਡਾਕਟਰ ਕੋਲ ਤਾਂ ਜਾਣਾ ਪਊਗਾ ਨਾ। ਹੁਣ ਮੈਂ ਸੈਲਫ ਡਾਇਗਨੋਸ ਕਰਕੇ ਆਪ ਹੀ ਕੋਈ ਵੀ ਦਵਾਈ ਖਾ ਲਾਂ, ਜੇ ਮੈਨੂੰ ਪਤਾ ਹੈ ਕਿ ਉਹ ਜ਼ੁਕਾਮ ਐਲਰਜੀ ਕਰਕੇ ਹੈ ਜਾਂ ਸੀਜ਼ਨ ਚੇਂਜ ਹੋ ਰਿਹਾ, ਮੈਂ ਕੁਝ ਠੰਡਾ ਖਾਦਾ ਉਹਦੇ ਕਰਕੇ, ਇਹ ਡਿਫਰੈਂਸ਼ੀਏਟ ਤਾਂ ਡਾਕਟਰ ਹੀ ਦੱਸ ਸਕਦਾ ਨਾ, ਮੈਂ ਥੋੜੀ ਆਪੇ ਕਰ ਸਕਦੀ ਹਾਂ। ਸੋ ਇਹ ਛੋਟੇ ਛੋਟੇ ਅੱਜ ਵੀ ਸੈਡਲੀ ਬਹੁਤ ਸਾਰੇ ਮੇਰੇ ਕੋਲ ਪੇਸ਼ੈਂਟਸ ਇਹੋ ਜਿਹੇ ਆਉਂਦੇ ਜਿਨ੍ਹਾਂ ਦੇ ਘਰਦਿਆਂ ਨੂੰ ਨਹੀਂ ਪਤਾ ਹੁੰਦਾ ਕਿ ਉਹ ਥੈਰੇਪੀ ਲੈ ਰਹੇ ਆ। ਆਈ ਰਿਮੈਂਬਰ ਜਦੋਂ ਮੈਂ ਸਾਈਕੋਲੋਜੀ ਪ੍ਰੈਕਟਿਸ ਕਰ ਰਹੀ ਸੀਗੀ ਤਾਂ ਮੈਨੂੰ ਬਹੁਤ ਇਦਾਂ ਦੀ ਕੰਸਲਟੇਸ਼ਨਸ ਆਉਂਦੀਆਂ ਸੀਗੀਆਂ ਕਿ ਮੇਰੇ ਘਰਦਿਆਂ ਨੂੰ ਨਹੀਂਗਾ ਪਤਾ ਐਂਡ ਆਈ ਕਾਂਟ ਅਫੋਰਡ ਦ ਫੀ ਆਲਸੋ, ਕਿਉਂਕਿ ਆਮ ਸਟਿਲ ਅ ਸਟੂਡੈਂਟ, ਸੋ ਕੁਡ ਯੂ ਪਲੀਜ਼ ਲੈਸਰ ਦੀ ਅਮਾਉਂਟ ਜਾਂ ਕੁਝ। ਤਾਂ ਮੈਨੂੰ ਇੰਨਾ ਹੁੰਦਾ ਸੀਗਾ ਕਿ ਸਿੰਸ ਯੋਰ ਫੈਮਿਲੀ ਹੈਜ਼ ਨਾਟ ਗਿਵਨ ਯੂ ਅ ਪਰਮਿਸ਼ਨ ਫॉर ਥੈਰੇਪੀ, ਮੇਬੀ ਦਿਸ ਇਜ਼ ਵਾਈ ਯੂ ਆਰ ਕਮਿੰਗ ਫॉर द थेरेपी। ऑफ कोर्स देखो, अंडरस्टैंडिंग एक
ਦੇਖ ਬੰਦਾ ਥੈਰੇਪੀ ਲਈ ਤਾਂ ਹੀ ਜਾਂਦਾ ਨਾ ਜਦੋਂ ਉਹਨੂੰ ਲੱਗਦਾ ਮੈਨੂੰ ਕੋਈ ਵੀ ਨਹੀਂ ਸਮਝ ਰਿਹਾ। ਅਲਟੀਮੇਟਲੀ ਉਹ ਤਾਂ ਹੀ ਜਾਂਦਾ ਜਦੋਂ ਉਹਦੇ ਦਿਮਾਗ ਜਾਂ ਫਿਰ ਉਹਨੂੰ ਫੀਲ ਹੁੰਦਾ ਕਿ ਮੇਰੀ ਜਿਹੜੀ ਸਿਸਟਮ ਕੁਝ ਗਲਤ ਹੋ ਰਿਹਾ, ਆਈ ਐਮ ਨਾਟ ਫੰਕਸ਼ਨਿੰਗ ਪ੍ਰੋਪਰਲੀ, ਮੇਰਾ ਕਰੀਅਰ ਵੀ ਥੱਲੇ ਜਾ ਰਿਹਾ, ਪਰਸਨਲ ਲਾਈਫ ਵੀ ਖਰਾਬ ਹੋ ਰਹੀ ਹੈ, ਮੈਂ ਨਾ ਤਾਂ ਚੰਗਾ ਇੱਕ ਚੰਗਾ ਪ੍ਰੋਫੈਸ਼ਨ 'ਚ ਕੰਮ ਕਰ ਪਾ ਰਿਹਾ, ਨਾ ਮੈਂ ਚੰਗਾ ਫਾਦਰ ਬਣ ਰਿਹਾ ਜਾਂ ਬॉयਫ੍ਰੈਂਡ ਜਾਂ ਹਸਬੈਂਡ ਜਾਂ ਜੋ ਵੀ ਜਾਂ ਸਨ ਬਣ ਰਿਹਾ, ਨਾ ਮੈਂ ਆਪਣੇ ਪੇਰੈਂਟਸ ਨੂੰ। ਤਾਂ ਹੀ ਸਾਡੇ ਕੋਲ ਆਉਂਦੇ ਨਾ ਜਦੋਂ ਉਹਨਾਂ ਨੂੰ ਲੱਗਦਾ ਇਹ 2-3 ਚੀਜ਼ਾਂ ਹੁੰਦੀਆਂ ਤੇ ਫਿਰ ਉਹ ਚੀਜ਼ਾਂ ਤਾਂ ਫਰਕ ਪੈਂਦਾ ਹੀ ਹੈ। ਤੁਸੀਂ ਕਿਹਾ ਵੀ ਤੁਸੀਂ ਹਿਪਨੋਥੈਰੇਪੀ ਵੀ ਪ੍ਰੈਕਟਿਸ ਕਰਦੇ ਹੋ ਜਾਂ ਤੁਸੀਂ ਉਹ ਮਤਲਬ ਪੜ੍ਹੀ ਵੀ ਹੋਈ ਹੈ। ਹਾਂਜੀ। How fun is it and how dangerous is it? See, I have done clinical hypnotherapy. Firstly, ਆਪਣੇ ਪਹਿਲਾਂ ਤਾਂ ਪਲੀਜ਼ ਸਾਡੀ ਆਡੀਅנס ਨੂੰ ਦੱਸੋ ਵੀ ਹਿਪਨੋਥੈਰੇਪੀ ਕੀ ਹੁੰਦੀ ਹੈ। ਹਾਂ, ਹਿਪਨੋਥੈਰੇਪੀ ਇਜ਼, ਜੇ ਮੈਂ ਲੇਮੈਨ ਲੈਂਗੁਏਜਸ 'ਚ ਬੋਲਾਂ, ਕਿ ਜਿਹੜਾ ਆਪਾਂ ਨੂੰ ਪਤਾ ਕਿ ਆਪਣਾ ਸਬਕੌਂਸ਼ੀਅਸ ਮਾਈਂਡ ਜਿਹੜਾ ਹੁੰਦਾ ਬਹੁਤ ਪਾਵਰ ਹਾਊਸ ਹੈ ਆਪਣੇ ਮਾਈਂਡ ਦਾ, ਠੀਕ ਹੈ, ਤੇ ਕੌਨਸ਼ੀਅਸ ਮਾਈਂਡ ਇੱਕ ਹੁੰਦਾ ਜਦੋਂ ਮੈਨੂੰ ਪੂਰੀ ਅਵੇਅਰਨੈਸ ਹੈ। ਓਕੇ, ਲੈਟਸ ਬ੍ਰੇਕ ਇਟ ਡਾਊਨ, ਸੌਰੀ ਟੂ ਕੱਟ ਯੂ। ਆਪਾਂ ਤਿੰਨੋਂ ਸਟੇजेस ਆਫ ਮਾਈਂਡ ਪਹਿਲਾਂ ਉਹ ਡਿਸਕ੍ਰਾਈਬ ਕਰਦੇ ਹਾਂ, ਕੌਨਸ਼ੀਅਸ, ਸਬਕੌਂਸ਼ੀਅਸ, ਅਨਕੌਂਸ਼ੀਅਸ। ਹਾਂ, ਤਾਂ ਕੌਨਸ਼ੀਅਸ ਇਜ਼ ਵੈਨ ਆਈ ਐਮ ਅਵੇਅਰ ਕਿ ਕੀ ਹੋ ਰਿਹਾ ਮੇਰੇ ਆਸ-ਪਾਸੇ ਹੁਣ, ਜਿਵੇਂ ਸਬਕੌਂਸ਼ੀਅਸ 'ਚ ਅਨਕੌਂਸ਼ੀਅਸ ਵੀ ਆ ਜਾਂਦਾ। ਸਬਕੌਂਸ਼ੀਅਸ ਕੁਝ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਮੈਨੂੰ ਪਰੇਸ਼ਾਨ ਵੀ ਕਰ ਰਹੀਆਂ ਹੁੰਦੀਆਂ ਜਾਂ ਪਿੱਛੋਂ ਆਪਣੇ ਲੈ ਕੇ ਵੀ ਆਉਂਦੇ ਕਈ ਚੀਜ਼ਾਂ ਅਸੀਂ, ਤੇ ਉਹ ਸਾਡੇ ਸਬਕੌਂਸ਼ੀਅਸ 'ਚ ਹੋ ਜਾਂਦੀਆਂ। ਹੁਣ ਦੇਖੋ, ਇੱਕ ਡੇ 'ਚ ਆਪਾਂ ਕੋਈ 50,000 ਤੋਂ ਉੱਤੇ ਸਾਡੇ ਕੋਲ ਸਟਿਮੂਲਾਈ ਆ ਰਹੇ, ਰਾਈਟ, ਸਾਨੂੰ ਨਹੀਂ ਪਤਾ ਅਸੀਂ ਸਬਕੌਂਸ਼ੀਅਸਲੀ ਕੀ ਰੱਖ ਵੀ ਰਹੇ ਹਾਂ ਆਪਣੇ ਦਿਮਾਗ 'ਚ, ਹੁੰਦਾ ਹੈ ਕਿਤੇ ਨਾ ਕਿਤੇ। ਹੁਣ ਸਾਰੇ ਤਾਂ ਨਹੀਂ ਸਾਡੇ ਕੌਨਸ਼ੀਅਸਲੀ ਅਸੀਂ ਅਵੇਅਰ ਹੈ ਕਿ ਸਭ ਚੀਜ਼ਾਂ ਵੱਲ ਧਿਆਨ ਦੇ ਪਾਉਂਦੇ, ਰਾਈਟ। ਸੋ ਐਜ਼ ਅ ਸਾਈਕੋਲੋਜਿਸਟ ਕੁਝ ਚੀਜ਼ਾਂ ਦਾ ਪਹਿਲਾਂ ਮੈਂ ਸਾਈਕੋਥੈਰੇਪੀ ਐਗਜ਼ੌਸਟ ਕਰਦੀ ਹਾਂ ਨੋਰਮਲ, ਕਿ ਜਦੋਂ ਮੈਨੂੰ ਲੱਗਦਾ ਹੈ ਕਿ ਇਹਦੇ ਨਾਲ ਠੀਕ ਹੋ ਸਕਦਾ ਹੈ ਤੇ ਮੈਨੂੰ ਕੋਈ ਡੀਪਰ ਵਰਕ ਦਾ ਜ਼ਰੂਰੀ ਨਹੀਂ ਹੈ। ਹਿਪਨੋਥੈਰੇਪੀ ਇਜ਼ ਡੀਪ ਵਰਕ ਵੈਨ ਆਈ ਗੋ ਇਨਟੂ ਸਬਕੌਂਸ਼ੀਅਸ ਆਫ ਅ ਪਰਸਨ। ਐਂਡ ਹਾਲੀਵੁੱਡ ਐਂਡ ਬਾਲੀਵੁੱਡ ਨੇ ਬਹੁਤ ਗਲਤ ਹਿਪਨੋਥੈਰੇਪੀ ਦਾ ਦਿਖਾਇਆ ਹੈ। ਉਹ ਹਿਪਨੋਸਿਸ ਹੁੰਦਾ ਹੈ, ਉਹ ਹਿਪਨੋਥੈਰੇਪੀ ਨਹੀਂ ਹੈ, ਉਹ ਵਸ਼ੀਕਰਨ ਹੈ। ਇਹੋ ਜਿਹਾ ਅਸੀਂ ਕੁਝ ਨਹੀਂ ਕਰਦੇ। ਅਸੀਂ ਕਲੀਨਿਕਲ ਹਿਪਨੋਥੈਰੇਪੀ ਹੈ, ਬੰਦਾ ਸੈਂਸਸ 'ਚ ਹੁੰਦਾ, ਉਹਨੂੰ ਪਤਾ ਹੁੰਦਾ, ਇਟਸ ਜਸਟ ਤੁਹਾਡਾ ਡੋਰ ਟੂ ਸਬਕੌਂਸ਼ੀਅਸ ਓਪਨ ਹੋ ਜਾਂਦਾ ਹੈ। ਤੋ ਜੋ ਚੀਜ਼ਾਂ ਸ਼ਾਇਦ ਤੁਹਾਨੂੰ ਵੀ ਨਹੀਂ ਪਤਾ ਸੀ, ਜਾਂ ਤੁਸੀਂ ਕੌਨਸ਼ੀਅਸ ਮਾਈਂਡ ਕੰਟਰੋਲ ਕਰਕੇ ਰੱਖਦਾ ਕਿ ਮੈਂ ਇਹ ਚੀਜ਼ਾਂ ਨਾਲ ਨਹੀਂ ਡੀਲ ਕਰਨਾ, ਨਹੀਂ ਦੱਸਣੀਆਂ, ਕਿਤੇ ਬਾਹਰ ਆਪਣੇ ਦਿਮਾਗ ਦੇ ਕੋਨੇ 'ਚ ਕਿਤੇ ਬੰਦ ਕਰਕੇ ਰੱਖੀਆਂ ਹੁੰਦੀਆਂ ਕਿ ਇਹ ਮੈਨੂੰ ਜ਼ਿਆਦਾ ਤਕਲੀਫ ਦੇ ਸਕਦੀਆਂ, ਕੋਈ ਬਚਪਨ ਦੀਆਂ ਚੀਜ਼ਾਂ, ਬਹੁਤ ਛੋਟੇ ਹੁੰਦੇ ਦੀਆਂ। ਇਨਫੈਕਟ ਸਬਕੌਂਸ਼ੀਅਸ 'ਚ ਜਦੋਂ ਤੁਸੀਂ ਵੂਮ 'ਚ ਹੁੰਦੇ ਹੋ ਆਪਣੇ ਮਦਰ ਦੇ, ਉਦੋਂ ਤੋਂ ਤੁਹਾਡਾ ਖੁੱਲ ਜਾਂਦਾ। ਸੋ ਕੁਝ ਉਦੋਂ ਦੀਆਂ ਗੱਲਾਂ ਵੀ ਪਈਆਂ ਹੁੰਦੀਆਂ ਹੁੰਦੇ ਇਹੋ ਜਿਹੇ ਕਲਾਇੰਟਸ ਜਿਹੜੇ ਉਦੋਂ ਕਰਦੇ ਆ, ਘਰ ਜਾ ਕੇ ਆਪਣੀ ਮਦਰ ਨੂੰ ਪੁੱਛਦੇ ਆ, ਐਂਡ ਦ ਮਦਰ ਇਜ਼ ਅਮੇਜ਼ਡ ਕਿ ਅੱਛਾ ਐਵੇਂ ਤੈਨੂੰ ਕਿਵੇਂ ਪਤਾ ਲੱਗਾ, ਹਾਊ ਡਿਡ ਯੂ ਗੈਟ ਟੂ ਨੋ ਦਿਸ। ਸੋ ਉਹ ਜਿਹੜਾ ਬਾਲੀਵੁੱਡ ਵਿਖਾਉਂਦਾ ਹੈ, ਹਾਲੀਵੁੱਡ ਵਿਖਾਉਂਦਾ ਹੈ, ਉਹ ਹਿਪਨੋਥੈਰੇਪੀ ਨਹੀਂ ਹੁੰਦੀ। ਤੁਸੀਂ ਬਿਲਕੁਲ ਬੇਹੋਸ਼ ਨਹੀਂ ਹੋ ਜਾਂਦੇ। ਫਰਕ ਇਹਨਾਂ ਪਰ ਉਹ ਹੁੰਦਾ ਹੈ ਨਾ। ਹਾਂ, ਫਰਕ ਇਹ ਹੈ ਕਿ ਕੌਨਸ਼ੀਅਸ ਮਾਈਂਡ ਦਾ ਉਹਦੇ ਤੇ ਕੰਟਰੋਲ ਨਹੀਂ ਹੁੰਦਾ ਸਬਕੌਂਸ਼ੀਅਸ ਮਾਈਂਡ ਦਾ। ਤੇ ਜਿਹੜੀ ਗੱਲ ਆਪਾਂ ਉਹ ਤੋਂ ਪੁੱਛ ਰਹੇ ਹਾਂ, ਜਿਹੜਾ ਸੁਣਨਾ ਚਾਹ ਰਹੇ, ਔਰ ਆਲਸੋ ਪਹਿਲਾਂ ਮੈਂ ਕੋਗਨੀਟਿਵ ਇਨਟੇਕ ਲੈਂਦੀ ਹਾਂ, ਤੇ ਜਿਹੜਾ ਕਲਾਇੰਟ ਮੈਨੂੰ ਕੰਮ ਕਹਿੰਦਾ ਮੈਂ ਉਹੀ ਕਰਦੀ ਹਾਂ, ਤੇ ਉਹਨਾਂ ਕੀ ਕਰਦੀ ਹਾਂ ਤਾਂ ਉਹੀ ਬੋਲਦੇ ਹਾਂ, ਬਿਕਾਜ਼ ਮੈਂ ਆਪਣਾ ਕੋਈ ਥਾਟ ਉਹਦੇ ਦਿਮਾਗ 'ਚ ਨਹੀਂ ਛੱਡ ਕੇ ਆ ਸਕਦੀ, ਉਹ ਪਰੇਸ਼ਾਨ ਹੋਏਗਾ ਕਲਾਇੰਟ ਉਸ ਚੀਜ਼ ਤੋਂ, ਤੇ ਆਪਾਂ ਉਨਾ ਹੀ ਕੰਮ ਕਰਦੇ ਹਾਂ। ਐਂਡ ਇਟਸ ਵੈਰੀ ਇੰਟਰਸਟਿੰਗ। ਸਟਾਰਟਿੰਗ 'ਚ ਜਦੋਂ ਅਸੀਂ ਸਿੱਖਦੇ ਹਾਂ, ਸਾਡਾ ਵੀ ਇਹੀ ਸਵਾਲ ਹੁੰਦਾ ਕਿ ਹਾਊ ਟਰੂ ਇਜ਼ ਇਟ, ਕਿ ਮੇਰਾ ਦਿਮਾਗ ਵੀ ਤਾਂ ਬਣਾ ਸਕਦਾ ਹੈ ਸਾਰੀਆਂ ਗੱਲਾਂ। ਬਟ ਦੈਨ ਜਿਹੜਾ ਸਾਨੂੰ ਜਵਾਬ ਮਿਲਦਾ, ਇਟ ਮੇਕ ਸੈਂਸ ਕਿ ਆਊਟ ਆਫ 50,000 ਔਰ ਲੱਖ ਥਿੰਗਸ ਇਨ ਦ ਵਰਲਡ ਤੁਸੀਂ ਆਹੀ ਚੀਜ਼ ਕਿਉਂ ਚੁਣੀ। ਯੂ ਕੁਡ ਹੈਵ ਚੋਜ਼ਨ ਐਨੀਥਿੰਗ, ਸੋ ਯੋਰ ਬ੍ਰੇਨ ਪਿਕਡ ਇਟ ਅਪ, ਇਟ ਮੀਨਸ ਸਮਥਿੰਗ ਨਾ, ਇਹਦਾ ਕੋਈ ਮਤਲਬ ਹੋਏਗਾ ਜੇ ਉਹਨੇ ਇਸ ਚੀਜ਼ ਨੂੰ ਚੁੱਕਿਆ ਜਾਂ ਫੜਿਆ। ਕਿੱਦਾਂ ਮਤਲਬ ਸਬਕੌਂਸ਼ੀਅਸਲੀ ਨਹੀਂ, ਜਦੋਂ ਮੈਂ ਆਪਣੇ ਜਿਹੜਾ ਮੇਰਾ ਡਾਕਟਰ ਹੈ ਜਾਂ ਜਿਹੜਾ ਮੇਰਾ ਸਾਈਕੋਲੋਜਿਸਟ ਹੈ, ਉਹਨੂੰ ਮੈਂ ਜੇ ਕੋਈ ਗੱਲ ਦੱਸ ਰਹੀ ਹਾਂ ਕਿ ਜਿਵੇਂ ਆਪਾਂ ਸਬਕੌਂਸ਼ੀਅਸ ਮਾਈਂਡ 'ਚ ਜਾਂਦੇ ਹਾਂ, ਦੋ ਤਰੀਕੇ ਨਾਲ ਹੁੰਦਾ। ਇੱਕ ਤਾਂ ਹੁੰਦਾ ਹੈ ਜਿਵੇਂ ਮਾਡਲਸ ਵਗੈਰਾ ਆਉਂਦੇ ਆ, ਜਾਂ ਪਬਲਿਕ ਸਪੀਕਰਸ ਆਉਂਦੇ, ਜਾਂ ਐਕਟਰਸ ਆਉਂਦੇ ਆ, ਕੌਨਫੀਡੈਂਸ ਲਈ ਜਾਂ ਬੱਚਿਆਂ ਨੂੰ ਪੜ੍ਹਾਈ ਲਈ, ਰਿਲੈਕਸੇਸ਼ਨ ਲਈ। ਉਹਦੇ 'ਚ ਆਪਾਂ ਜਾ ਕੇ ਉਹਨਾਂ ਦੇ ਦਿਮਾਗ 'ਚ ਇੱਕ ਚੀਜ਼ ਪਾ ਦਿੰਦੇ ਹਾਂ ਨੋਰਮਲ, ਕਿ ਇਹਦੇ ਨਾਲ ਤੁਹਾਡੀ ਕੰਸਨਟ੍ਰੇਸ਼ਨ, there is a script, you have to follow the script, ਰਾਈਟ, you can't say anything else। ਤੁਹਾਨੂੰ ਉਹ ਸਕ੍ਰਿਪਟ ਦਿੱਤੀ ਜਾਂਦੀ ਜਦੋਂ ਤੁਸੀਂ ਪੜ੍ਹਾਉਂਦੇ ਹੋ। ਮੈਨੂੰ ਜਿਵੇਂ ਜਿੱਥੋਂ ਮੈਂ ਕੀਤਾ, ਇਟਸ ਅਨ ਈਕਾ ਫਾਊਂਡੇਸ਼ਨ, ਇਟਸ ਅ ਵੈਰੀ ਗੁੱਡ ਵੈਲ ਰਿਨਾਊਂਡ ਫਾਊਂਡੇਸ਼ਨ, ਦੁਬਈ ਵੀ ਹੈ ਇਹਨਾਂ ਦੇ, ਆਲ ਓਵਰ ਵਰਲਡ ਹੈ। ਪਹਿਲੇ ਕੈਲੀਫੋਰਨੀਆ ਹਿਪਨੋਸਿਸ ਇੰਸਟੀਚਿਊਟ ਸੀ, ਫਿਰ ਇਹਦਾ ਨਾਮ ਈਕਾ ਕਰਤਾ। ਸੋ ਇੱਕ ਸਕ੍ਰਿਪਟ ਦਿੱਤੀ ਜਾਂਦੀ ਹੈ, ਤੁਹਾਨੂੰ ਉਹ ਪ੍ਰੋਪਰ ਬੋਲਣੀ ਪੈਂਦੀ ਹੈ, ਤੁਸੀਂ ਆਪਣੇ ਵਰਡਸ ਨਹੀਂ ਵਿੱਚ ਲਾ ਸਕਦੇ।
ਸੋ ਯੂ ਕੈਨ ਬੇਸਿਕਲੀ ਸਾਈਕੋਲੋਜਿਸਟਸ ਜਿਹੜੇ ਨੇ ਉਹ ਬੇਸਿਕਲੀ ਕਿਸੇ ਦੇ ਸਬਕੌਂਸ਼ੀਅਸ ਜਾਂ ਦਿਮਾਗ ਵਿੱਚ ਹਾਂਜੀ ਹਾਂਜੀ ਇੱਕ ਐਸਾ ਬੀਜ ਛੱਡ ਸਕਦੇ ਨੇ ਉਹ ਦੱਸਣਗੇ, ਆਪਾਂ ਨਹੀਂ, ਜਿਹੜਾ ਉਹ ਕਹਿਣਗੇ ਕਿ ਮੈਨੂੰ ਇਸ ਚੀਜ਼ ਦੀ ਲੋੜ ਤੇ ਹੈ। ਤੁਸੀਂ ਉਹਦੇ ਨਾਲ ਦਾ ਇੱਕ ਸੀਡ ਜਾਂ ਉਹਦੇ ਨਾਲ ਰਲਵਾ ਮਿਲਵਾ ਸੀਡ ਤੁਸੀਂ ਛੱਡ ਸਕਦੇ ਹਾਂ, ਉਹ ਮਤਲਬ ਇਨਸਾਨ ਦੂਜੇ ਇਨਸਾਨ ਦਾ ਜਿਹੜਾ ਟ੍ਰੇਨਡ ਹੈ ਉਹ ਦੂਜੇ ਇਨਸਾਨ ਦਾ ਸਬਕੌਂਸ਼ੀਅਸ ਬਦਲ ਸਕਦਾ ਹੈ। ਨਹੀਂ, ਬਦਲ ਨਹੀਂ ਸਕਦੇ ਅਸੀਂ, ਬਟ ਉਸ ਚੀਜ਼ ਨੂੰ ਕੋਈ ਇਲਾਜ ਮਤਲਬ ਇਲਾਜ ਕਰ ਸਕਦੇ ਜੇ ਤਾਂ ਸਪੋਜ਼ਿਡਲੀ ਕੋਈ ਉਹਦਾ ਟਰਾਮਾ ਹੈ ਉਸ ਚੀਜ਼ ਨੂੰ ਲੈ ਕੇ, ਸਪੋਜ਼ਿਡਲੀ ਕਿਸੇ ਸਾਲ 'ਚ ਉਹਦਾ 5 ਸਾਲ ਦੀ ਉਮਰ ਸੀ, ਕੋਈ ਟਰਾਮਾ ਸੀਗਾ, ਤੇ ਫਿਰ ਮੈਂ ਜੋ ਵੀ ਮੈਂ ਕਰਨਾ ਹੁੰਦਾ ਬੱਚੇ ਨੂੰ ਬੁਲਾਉਣਾ, ਜਿਵੇਂ ਵੀ ਕਰਨਾ ਹੈ ਉਹ ਬੁਲਾ ਕੇ ਉਹ ਹੀਲ ਕਰ ਦਿੰਦੇ ਐਨਰਜੀ। ਜਦੋਂ ਜਦੋਂ ਆਪਾਂ ਨਾਲ ਟਰਾਮਾਸ ਹੁੰਦੇ ਆ ਨਾ ਕਰਮਨ ਲਾਈਫ 'ਚ, ਆਪਣਾ ਇੱਕ ਐਨਰਜੀ ਉੱਥੇ ਰਹਿ ਜਾਂਦੀ ਹੈ। ਤੇ ਜਦੋਂ ਆਪਾਂ ਉਹ ਸਬਕੌਂਸ਼ੀਅਸ 'ਚ ਜਾਂਦੇ ਆ, ਆਪਾਂ ਉਹ ਐਨਰਜੀ ਨੂੰ ਹੀਲ ਕਰ ਦਿੰਦੇ ਆ, ਸੋ ਦੈਟ ਇਟ ਡਸਨਟ ਬੋਦਰ ਦ ਕਲਾਇੰਟ। ਬਸ ਮੈਂ ਇਹ ਤਾਂ ਹੋਇਆ ਜਿਵੇਂ ਆਪਾਂ ਕੋਈ ਥੈਰੇਪੀ ਕਰਨੀ ਹੈ। ਜੇ ਕੋਈ ਮੇਰੇ ਲਈ ਕੌਨਫੀਡੈਂਸ, ਕਿ ਮੈਨੂੰ ਕੌਨਫੀਡੈਂਸ ਚਾਹੀਦਾ ਜੀ, ਮੈਨੂੰ ਸਟੇਜ ਫਰਾਈਟ ਹੈ, ਮੈਂ ਕੱਲ ਜਾ ਕੇ ਸਪੀਚ ਬੋਲਣੀ ਹੈ ਤੇ ਮੈਨੂੰ ਨਹੀਂ ਆ ਰਿਹਾ, ਜਾਂ ਕੁਝ, ਜਾਂ ਉਹਨਾਂ ਚੀਜ਼ਾਂ, ਜਾਂ ਫੀਅਰ ਹੈ, ਜਾਂ ਐਲਕੋਹਲ ਡਿਪੈਂਡੈਂਸੀ, ਜਾਂ ਸਮੋਕਿੰਗ ਹੈ, ਜਾਂ ਫੋਬੀਆ ਹੈ, ਜਾਂ ਓਵਰ ਈਟਿੰਗ ਹੈ, ਮੈਂ ਉਹਨਾਂ ਦੇ ਦਿਮਾਗ 'ਚ ਜਾ ਕੇ ਇੱਕ ਸਕ੍ਰਿਪਟ ਹੁੰਦੀ ਹੈ ਸਾਡੇ ਕੋਲ ਬਾਈ 60-70 ਸਕ੍ਰਿਪਟਸ। ਸੋ ਅਸੀਂ ਉਹਨਾਂ 'ਚੋਂ ਸਾਰੇ ਦਿੱਤੀਆਂ ਹੋਈਆਂ, ਅਸੀਂ ਬਸ ਉਹ ਸਕ੍ਰਿਪਟ ਪੜ੍ਹਨੀ ਹੈ ਕਿ ਜਿਵੇਂ ਫੋਕਸ ਦਾ ਹੈ ਕਿ ਯੂ ਵਿਲ ਸੀ ਦ ਥਿੰਗਸ ਮੋਰ ਕਲੀਅਰਲੀ, ਤੁਹਾਡਾ ਫੌਗ ਹਟ ਜਾਏਗਾ, ਬਸ ਉਹ ਬੋਲਣਾ ਹੈ। ਐਂਡ ਦ ਪਰਸਨ ਲਿਸਨਸ, ਐਂਡ ਸਬਕੌਂਸ਼ੀਅਸ ਦਾ ਕੰਮ ਹੈ ਉਹ। ਜਿਵੇਂ ਆਪਾਂ, ਮੈਂ ਤੁਹਾਨੂੰ ਦੱਸਦੀ ਨਾ, ਤਾਂ ਹੀ ਕਹਿੰਦੇ ਨਾ ਜਦੋਂ ਆਪਾਂ ਸੌਣ ਤੋਂ 1 ਘੰਟਾ ਪਹਿਲਾਂ ਤੇ ਉੱਠਣ ਤੋਂ 1 ਘੰਟਾ ਪਹਿਲਾਂ ਬਾਅਦ, ਉਦੋਂ ਵੀ ਤੁਹਾਡਾ ਬਿਲਕੁਲ ਉਹ ਜਿਹੜਾ ਟਾਈਮ ਹੈ ਉਹ ਸਬਕੌਂਸ਼ੀਅਸ ਦਾ ਓਪਨ ਹੁੰਦਾ ਹੈ। ਉਦੋਂ ਵੀ ਜੋ ਚੀਜ਼ ਤੁਸੀਂ ਆਪਣੇ ਦਿਮਾਗ 'ਚ ਪਾ ਰਹੇ ਹੋ ਨਾ, ਸਿੱਧਾ ਸਬਕੌਂਸ਼ੀਅਸ ਜਾਏਗੀ। ਸੋ ਬੀ ਵੈਰੀ, ਮੈਂ ਬਹੁਤ ਪੇਸ਼ੈਂਟਸ ਨੂੰ ਕਹਿੰਦੀ ਹਾਂ, ਕਦੀ ਕਦੀ ਮੇਰੇ ਤੋਂ ਵੀ ਹੋ ਜਾਂਦਾ, ਬਟ ਆਈ ਟਰਾਈ ਟੂ ਇਗਨੋਰ ਇਟ, ਕਿ ਫੋਨ ਘੱਟੋ ਘੱਟ ਸੌਣ ਤੋਂ ਪਹਿਲਾਂ ਯੂਜ਼ ਕਰੋ, ਬਿਕਾਜ਼ ਉਹ ਸਿੱਧਾ ਉੱਥੇ ਜਾ ਰਿਹਾ ਹੈ, ਉਹ ਤੁਹਾਨੂੰ ਬੋਦਰ ਕਰੇਗਾ। ਤੁਸੀਂ ਸੌਣ ਤੋਂ ਪਹਿਲਾਂ ਆਪਦੇ ਨਾਲ ਨੈਗੇਟਿਵ ਗੱਲ ਵੀ ਨਹੀਂ ਕੋਈ ਕਰਨੀ, ਕਿਉਂਕਿ ਫਿਰ ਤੁਸੀਂ ਮਾਰਨਿੰਗ ਉਸੇ ਨੈਗੇਟਿਵ ਥਾਟ ਨਾਲ ਉੱਠੋਗੇ। ਜਦੋਂ ਤੁਸੀਂ ਕੌਨਸ਼ੀਅਸਨੈਸ ਚਾਹੋਗੇ, ਉਹ ਫਰਸਟ ਥਾਟ ਤੁਹਾਡਾ ਉਹੀ ਹੋਊਗਾ। ਹਾਂ, ਜਿਵੇਂ ਤੇ ਉਹਦੇ ਨਾਲ ਤੁਹਾਡਾ, ਆਮ ਸੌਰੀ ਟੂ ਕੱਟ ਯੂ, ਮੋਸਟ ਆਫ ਦ ਡੇ ਤੁਹਾਡਾ ਉਹਦੇ ਤੇ ਬੇਸ ਰਾਈਟ। ਜਦ ਜਿਸ ਮੂਡ ਨਾਲ ਆਪਾਂ ਉੱਠਦੇ ਆਂ, ਫਿਰ ਉਵੇਂ ਹੀ ਡੇ ਚੱਲਦਾ ਨਾ ਆਪਣਾ, ਬਿਕਾਜ਼ ਉਹ ਮਾਈਂਡ 'ਚ, ਜਦੋਂ ਮੈਂ ਉੱਠੀ ਉਸੇ ਮੂਡ 'ਚ ਆ ਕਿ ਮੇਰਾ ਦਿਨ ਤਾਂ ਖਰਾਬ ਹੀ ਹੋਣਾ ਹੈ, ਤੇ ਫਿਰ ਤਾਂ ਮੈਂ ਕੁਝ ਵੀ ਕਰ ਲਾਂ, ਕੁਝ ਵੀ ਚੰਗਾ ਹੋ ਜਾਏ, ਮੈਂ ਉਹਨੂੰ ਨੈਗੇਟਿਵਲੀ ਰਿਲੇਟ ਕਰ ਲੈਣਾ ਆਪਣੀ ਲਾਈਫ 'ਚ। ਇੱਕ ਤੁਸੀਂ ਕਿਹਾ ਕਿ ਦਿਮਾਗ ਨੂੰ ਮੇਕ ਬਿਲੀਵ ਤੇ ਰਿਐਲਿਟੀ 'ਚ ਫਰਕ ਨਹੀਂਗਾ ਪਤਾ, ਤੇ ਉਹਦੇ ਲਈ ਇਹ ਵੀ ਅਪਰੋਚ ਆਉਂਦੀ ਹੈ ਕਿ ਜਦੋਂ ਤੁਹਾਡੇ ਦਿਮਾਗ 'ਚ ਕੋਈ ਥਾਟ ਆਉਂਦਾ ਹੈ, ਉਹਨੂੰ ਝਟਕ ਦਿਓ। ਇੱਕ ਇਹ ਅਪਰੋਚ ਹੈ ਕਿ ਉਹਨੂੰ ਝਟਕ ਦਿਓ ਤਾਂ ਕਿ ਉਹ ਅਟੈਂਡ ਹੀ ਨਾ ਕਰੋ ਤੁਸੀਂ, ਉਹ ਬਸ ਖਤਮ ਹੋ ਜੇ। ਪਰ ਫਿਰ ਦੂਜੇ ਪਾਸੇ ਆਉਂਦਾ ਕਿ ਉਹਨੂੰ ਅਟੈਂਡ ਕਰੋ, ਸਮਝੋ ਕੀ ਚੀਜ਼ ਹੈ। ਨਹੀਂ ਸਮਝੋ, ਮੈਂ ਕਹਿ ਰਹੀ ਹਾਂ ਰੀਅਲ ਤੇ ਮੇਕ ਬਿਲੀਵ 'ਚ ਫਰਕ ਨਹੀਂ ਪਤਾ, ਇਸ ਕਰਕੇ ਜੋ ਤੁਸੀਂ ਆਪਣੇ ਬਾਰੇ ਗੱਲ ਕਰ ਰਹੇ ਹੋ। ਜਿਵੇਂ ਮੈਂ ਕਹਿੰਦੀ ਰਹੂੰਗੀ ਨਾ ਕਿ ਮੈਨੂੰ ਤਾਂ ਕੁਝ ਨਹੀਂ ਆਉਂਦਾ, ਮੈਂ ਤਾਂ ਕਿਸੇ ਕੰਮ ਦੀ ਨਹੀਂ ਗਈ, ਮੈਨੂੰ ਤਾਂ ਨਾ ਮੇਰੇ ਤੋਂ ਪੜ੍ਹਾਈ ਚੰਗੀ ਹੁੰਦੀ ਹੈ, ਨਾ ਮੈਂ ਆਮ ਨਾਟ ਅ ਗੁੱਡ ਵਾਈਫ, ਜਾਂ ਆਪਾਂ ਐਗਜ਼ਾਮਪਲ ਲੈ ਲਈਏ, ਨਾ ਮੈਂ ਚੰਗੀ ਮਦਰ ਹਾਂ, ਨਾ ਮੈਂ ਘਰ ਚੰਗਾ ਸਾਂਭਦੀ ਹਾਂ, ਨਾ ਮੇਰੇ ਤੋਂ ਕੰਮ ਹੋ ਰਿਹਾ ਹੈ, ਮੈਂ ਤਾਂ ਕੁਝ ਵੀ ਨਹੀਂ ਕਰ ਰਹੀ, ਫਿਰ ਉਹ ਹੁੰਦਾ ਜਾਏਗਾ, ਬਿਕਾਜ਼ ਉਹ ਤੁਹਾਡਾ ਥਾਟ ਪੈਟਰਨ ਬਣ ਗਿਆ। ਉਸ ਚੀਜ਼ ਨੂੰ ਕਹਿ ਰਹੀ ਹਾਂ। ਤੇ ਜੇ ਤੁਹਾਨੂੰ ਕੋਈ ਪ੍ਰੋਬਲਮ ਆ ਰਹੀ ਹੈ, ਆਫਕੋਰਸ ਆਪਾਂ ਉਹਨੂੰ ਤਾਂ ਅਟੈਂਡ ਕਰਨਾ ਹੀ ਹੈ ਨਾ। ਪ੍ਰੋਬਲਮ ਕਿੱਥੇ ਆਉਂਦੀ ਹੈ? ਜਦੋਂ ਅਸੀਂ ਆਪਣੇ ਬਾਰੇ ਹੀ ਨੈਗੇਟਿਵ ਹੋ ਜਾਂਦੇ ਹਾਂ। ਮੈਂ ਕਹਿ ਰਹੀ ਉਸ ਚੀਜ਼ ਨੂੰ ਬਦਲੋ, ਮੇਕ ਚੇਂਜਸ ਇਨ ਦੈਟ। I will handle things peacefully. ਮੈਂ ਬਹੁਤ ਚੰਗੀ ਤਰੀਕੇ ਨਾਲ ਕਾਮਲੀ ਹੈਂਡਲ ਕਰ ਰਹੀ ਹਾਂ ਚੀਜ਼ਾਂ, ਮੈਂ ਬੈਸਟ ਕਰ ਰਹੀ ਹਾਂ। So this is the problem. Yeah. ਪਰ ਇੱਥੇ my reaction and my response should be such. Yeah, but see, we can't control, ਹਮਾਰੇ ਦਿਮਾਗ में इतनी बातें ਆਉਂਦੀਆਂ, ਆਪਾਂ ਕੰਟਰੋਲ ਨਹੀਂ ਕਰ ਸਕਦੇ, ਹਿਊਮਨਲੀ ਇੰਪੋਸੀਬਲ। ਮੈਂ ਕਹਿੰਦੀ ਹਾਂ ਆਉਣ ਦਿਓ ਤੇ ਫਿਰ ਜਾਣ ਦਿਓ, ਫੜ ਕੇ ਨਾ ਬੈਠੋ ਕੋਈ ਵੀ ਥਾਟ ਨੂੰ। ਆਪਣੇ ਤੋਂ ਗਲਤੀ ਕਿੱਥੇ ਹੋ ਰਹੀ ਹੈ, ਆਪਾਂ ਉਹਨੂੰ ਫੜ ਕੇ ਬਹਿ ਜੰਨੇ ਹਾਂ। ਥਾਟਸ ਤਾਂ ਆਣਗੇ ਨਾ। Isn't that a part of acceptance? Yeah, of course, acceptance. But acceptance ਵੀ ਬਹੁਤ ਟਾਈਮ ਨਾਲ ਆਉਂਦਾ ਹੈ। ਮਤਲਬ I am still on that, I feel I'm on that path of acceptance. ਹਲੇ ਇਹਨੂੰ ਪ੍ਰੈਕਟਿਸ ਕਹਿਣਾ ਸੌਖਾ, ਪ੍ਰੈਕਟਿਸ ਕਰਨਾ ਇਜ਼ ਵੈਰੀ ਵੈਰੀ ਹਾਰਡ, ਕਿਉਂਕਿ ਹਰ ਚੀਜ਼ 'ਚ ਤੁਹਾਨੂੰ ਆਉਣੀ ਚਾਹੀਦੀ ਹੈ ਫਿਰ ਐਕਸੈਪਟੈਂਸ। ਤੇ ਉਹ ਟਾਈਮ ਲੱਗਦਾ, ਇਟਸ ਵੈਰੀ ਹਾਰਡ, ਬਟ ਕਰ ਸਕਦੇ ਹਾਂ, ਕਿਉਂ ਨਹੀਂ। ਚਲੋ ਥੋੜਾ ਆਪਾਂ ਨਾ ਥੋੜਾ ਲਾਈਟਰ ਮੂਡ ਤੇ ਜਾਂਦੇ ਹਾਂ। ਜਦੋਂ ਤੁਸੀਂ ਸਾਈਕੋਲੋਜਿਸਟ ਆਪਦੇ ਆਪ ਨੂੰ ਇੰਟਰੋਡਿਊਸ ਕਰਦੇ ਹੋ, ਤੁਹਾਡੇ ਕੋਲ ਵੀ ਆਉਂਦੇ ਹੋਣਗੇ ਲੋਕੀ ਵੀ ਮੇਰਾ ਦਿਮਾਗ ਪੜ੍ਹ ਕੇ ਦੱਸੋ ਮੈਂ ਕੀ ਸਮਝ। ਹਾਂ, ਕੁਝ ਮਿਥਸ ਹੈ, ਉਹਨਾਂ ਨੂੰ ਲੱਗਦਾ ਕਿ ਮੈਂ ਦਿਮਾਗ ਪੜ੍ਹ ਲੈਂਦੀ ਹਾਂ, ਦਿਮਾਗ ਨਹੀਂ। ਅਸੀਂ ਹੁਣ ਇੰਨਾ, ਜਦੋਂ ਤੁਸੀਂ ਇੰਨਾ ਤੁਹਾਡੇ ਕੋਲ ਐਕਸਪੀਰੀਅੰਸ ਹੋ ਜਾਂਦਾ, ਜਦੋਂ ਇੱਕ ਇਨਸਾਨ ਆ ਰਿਹਾ ਤੁਹਾਡੇ ਸਾਹਮਣੇ ਬਹਿ ਰਿਹਾ, ਉਹ ਜਿਵੇਂ ਗੱਲ ਸਟਾਰਟ ਕਰਦਾ ਉਦੋਂ ਤੁਹਾਨੂੰ ਥੋੜਾ ਅੰਦਾਜ਼ਾ ਹੋਣ ਲੱਗ ਜਾਂਦਾ ਹੈ ਕਿ
ਕੀ ਚੱਲ ਰਿਹਾ ਹੈ ਹਨਾ, ਜਿਵੇਂ ਉਹਦੇ ਬੋਡੀ ਮੇਰੇ ਬਾਰੇ ਕੀ ਤੁਸੀਂ ਜਦੋਂ ਆਏ ਕੁਝ ਮੇਰੀ ਜਜਮੈਂਟ ਦੱਸੋ। ਨਹੀਂ ਤੁਸੀਂ ਤਾਂ ਮੈਂ ਤਾਂ ਜਿਵੇਂ ਕਿਹਾ ਬਹੁਤ ਚੰਗੇ ਹੋ, ਬਹੁਤ ਯੂ نو ਯੂ ਡੂਇੰਗ ਗੁੱਡ, ਦੈਟ ਇਜ਼ ਗੁੱਡ। ਤੁਹਾਡੇ 'ਚ ਹਲੇ ਮੈਨੂੰ ਲੱਗਦਾ ਅਵੇਅਰਨੈਸ ਦੀ, ਐਕਸੈਪਟੈਂਸ ਦੀ ਬਲਬ ਹੈਗਾ ਹੈ, ਲਾਈਟ ਹੋਇਆ ਹੈ, ਤੇ ਉਹ ਹੋ ਜਾਊਗਾ ਹੌਲੀ ਹੌਲੀ। ਯੂ ਆਰ ਯੰਗ ਆਲਸੋ ਹਲੇ, ਟਾਈਮ ਨਾਲ ਆਉਂਦਾ ਸਾਰਾ ਕੁਝ, ਐਵੇਂ ਦਾ ਕੁਝ ਨਹੀਂ ਹੁੰਦਾ। ਬੋਡੀ ਆਪਾਂ ਜਦੋਂ ਦੇਖਦੇ ਹਾਂ ਕਿ ਬੋਡੀ ਲੈਂਗੁਏਜ ਕੀ ਹੈ। ਅੱਛਾ ਤੁਸੀਂ ਕਹਿ ਰਹੇ ਹੋ ਲਾਈਟ ਹੋਇਆ, ਮੈਨੂੰ ਲੱਗਾ ਤੁਸੀਂ ਕਹਿਣ ਲੱਗੇ ਹੋ ਵੀ ਹਲੇ ਘੱਟ ਹੈ, ਮੈਂ ਤਾਂ ਆਫ ਕੋਰਸ ਕਿਹਾ ਵੀ ਮੈਨੂੰ ਵੀ ਲੱਗਦਾ ਵੀ ਘੱਟ ਹੈ ਹਲੇ ਅਵੇਅਰਨੈਸ। ਲਾਈਟ ਹੋਈ ਹੈ ਨਾ ਹਲੇ, ਹਲੇ ਲਾਈਟ ਹੀ ਹੋਇਆ ਉਹਦੀ ਹਲੇ ਉਹਦੀ ਵਾਰਮਥ ਪਹੁੰਚਣ 'ਚ ਟਾਈਮ ਲੱਗੂਗਾ, ਗਲੋ ਵੀ ਪਹੁੰਚਣਾ ਹਲੇ। ਠੀਕ ਹੈ, ਮੈਂ ਸਮਝ ਹਲੇ ਮੈਂ ਤਾਂ ਆਪ ਕਹਿ ਰਹੀ ਹਾਂ, ਮੈਨੂੰ ਇੰਨੇ ਸਾਲ ਹੋ ਗਏ ਹਲੇ ਮੈਂ ਵੀ ਨਹੀਂ ਉੱਥੇ ਪਹੁੰਚੀ। ਉਹ ਤਾਂ ਕਈ ਯੂ نو ਸਮ ਗ੍ਰੇਟ ਸੋਲਸ, ਸਾਧੂ ਸੰਤ ਲੋਕ ਜਿਹੜੇ ਉੱਥੇ ਪਹੁੰਚ ਜਾਂਦੇ, ਆਪਾਂ ਤਾਂ ਹਲੇ। ਨਾਓ ਦੈਟ ਵੀ ਹੈਵ ਬ੍ਰੋਕਨ ਦਿਸ ਸਾਧੂ ਸੰਤ ਪਾਰਟ, ਉਹ ਕਹਿੰਦੇ ਨੇ ਸਾਈਕੋਲੋਜੀ ਸਾਇੰਸ ਹੈ ਯਾ, ਤੇ ਗੋਡ ਦਾ ਜਿਹੜਾ ਕਨਸੈਪਟ ਹੈ ਉਹ ਸਾਇੰਟਿਫਿਕ ਨਹੀਂ ਹੈ, ਉਹ ਪੂਰਾ ਫੇਥ ਤੇ ਬੇਸਡ ਹੈ। ਹਾਂ ਬਟ ਕੀ ਸਾਈਕੋਲੋਜਿਸਟਸ ਜਾਂ ਸਾਈਕੋਲੋਜੀ ਪ੍ਰੈਕਟਿਸ ਕਰਨ ਵਾਲੇ ਰੱਬ 'ਚ ਯਕੀਨ ਰੱਖ ਸਕਦੇ ਨੇ? ਆਫ ਕੋਰਸ ਰੱਖ ਸਕਦੇ ਆ, ਡਾਕਟਰਸ ਵੀ ਤਾਂ ਰੱਖਦੇ ਆ, ਸਾਇੰਟਿਸਟ ਵੀ ਤਾਂ ਰੱਖਦੇ ਆ। ਸੀ ਹਾਊ ਵਾਟ ਯੂ ਬਿਲੀਵ ਇਜ਼ ਨਾਟ ਕਿ ਮੈਂ ਮੰਨਦੀ ਗੋਡ ਇੱਕ ਯੂਨੀਵਰਸਲ ਪਾਵਰ ਹੈ, ਰੱਬ ਇੱਕ ਹੈ, ਉਹ ਕੁਝ ਵੀ ਹੋ ਸਕਦਾ ਤੁਹਾਡੇ ਲਈ। ਰੱਬ, ਲੋਕ ਤਾਂ ਪੱਥਰ 'ਚ ਰੱਬ ਲੱਭ ਲੈਂਦੇ ਆ। ਆਲਸੋ ਇਟ ਇਜ਼ ਐਵਰੀਥਿੰਗ। ਬਿਲੀਫ ਤੁਹਾਡਾ ਇੰਨਾ ਉਹਦੇ 'ਚ ਹੋ ਜਾਂਦਾ ਕਿ ਤੁਸੀਂ ਮੈਨੀਫੈਸਟ ਵੀ ਕਰ ਰਹੇ ਹੋ, ਲਾਅ ਆਫ ਅਟਰੈਕਸ਼ਨ ਵੀ ਵਰਕ ਕਰ ਰਿਹਾ, ਉਹ ਸਾਰਾ ਕੁਝ ਮਿਲ ਕੇ ਫਿਰ ਉਹ ਚੀਜ਼ਾਂ ਹੁੰਦੀਆਂ ਐਂਡ ਤੁਹਾਡਾ ਬਿਲੀਫ ਵੱਧਦਾ ਰਹਿੰਦਾ। ਐਂਡ ਆਈ ਥਿੰਕ ਕਿਸੇ ਇੱਕ ਚੀਜ਼ ਤੇ, ਪਾਵਰ ਤੇ, ਗੋਡ ਤੇ ਬਿਲੀਫ ਹੋਣਾ ਇਜ਼ ਅ ਵੈਰੀ ਗੁੱਡ ਥਿੰਗ। ਆਈ ਬਿਲੀਵ ਦੈਟ ਕਿ ਤੁਹਾਨੂੰ ਕਿਤੇ ਨਾ ਕਿਤੇ ਨਾ ਫਿਰ ਰਹਿੰਦਾ ਕਿ ਉਹ ਹੈ ਸਹਾਰਾ ਰਹਿੰਦਾ। ਐਂਡ ਇਟਸ ਆਈ ਥਿੰਕ ਚੰਗੀ ਗੱਲ ਹੈ, ਇਹਦੇ 'ਚ ਮਾੜੀ ਗੱਲ ਨਹੀਂ। ਕਿ ਮੈਨੂੰ ਲੱਗਦਾ ਉਹਨਾਂ ਲਈ ਈਜ਼ੀਅਰ ਹੁੰਦਾ ਚੀਜ਼ਾਂ ਨੂੰ ਹੈਂਡਲ ਕਰਨਾ, ਬਿਕਾਜ਼ ਉਹਨਾਂ ਨੂੰ ਇੱਕ ਬਿਲੀਫ ਹੈ, ਕਿਉਂਕਿ ਕੰਟਰੋਲ ਫੈਕਟਰ ਰਿਲੀਜ਼ ਹੋ ਜਾਂਦਾ ਨਾ ਫਿਰ। ਹਾਂ ਕਿ ਚਲੋ ਮੇਰੇ ਨਾਲ ਉਹ ਤਾਂ ਹੈ ਨਾ, ਮੈਨੂੰ ਵੇਖ ਲੇਗਾ, ਯੂ نو ਇਟਸ ਲਾਈਕ ਕਿ ਐਂਡ 'ਚ ਕਈ ਵਾਰ ਆਪਾਂ ਰੱਬ ਤੇ ਵੀ ਤਾਂ ਛੱਡ ਦਿੰਦੇ ਹਾਂ ਬਹੁਤ ਚੀਜ਼ਾਂ। ਦ ਮੋਰ ਕੰਟਰੋਲ ਯੂ ਟੇਕ ਆਪਣੇ ਤੇ, ਉਨਾ ਹੀ ਤੁਹਾਨੂੰ ਲੱਗੂਗਾ ਕਿ ਮੈਂ ਹੀ ਕਰਨਾ ਹੈ ਸਾਰਾ ਕੁਝ। ਫਿਰ ਉਹ ਆਪਣੇ ਤੇ ਪ੍ਰੈਸ਼ਰ ਕਿੰਨਾ ਹੈ, ਆਪਣੇ ਤੋਂ ਐਕਸਪੈਕਟੇਸ਼ਨਸ ਦਾ ਪ੍ਰੈਸ਼ਰ ਕਿੰਨਾ ਹੈ। ਐਂਡ ਜਦੋਂ ਤੁਸੀਂ ਉਹ ਮੀਟ ਨਹੀਂ ਕਰ ਪਾਉਂਦੇ ਹੋ ਤਾਂ ਫਿਰ ਤੁਸੀਂ ਆਪਦੇ ਤੇ ਬਲੇਮ ਕਰਦੇ ਹੋ, ਗਿਲਟ 'ਚ ਜਾਂਦੇ ਹੋ, ਉਹ ਹੋਰ ਤੁਹਾਡਾ ਕੌਨਫੀਡੈਂਸ ਥੱਲੇ। ਸੋ ਟੂ ਹੈਵ ਦੈਟ ਫੈਕਟਰ ਕਿ ਹਾਂ ਮੈਂ ਜਿੰਨਾ ਕਰ ਸਕਦਾ ਸੀ ਮੈਂ ਕਰ ਲਿਆ, ਨਾਓ ਦ ਕੰਟਰੋਲ ਇਜ਼ ਇਨ ਯੋਰ ਹੈਂਡਸ, ਨਾਓ ਆਮ ਗੋਇੰਗ ਟੂ ਰਿਲੈਕਸ। ਐਬਸੋਲੂਟਲੀ, ਇਹ ਚੀਜ਼ ਮੈਂ ਉਹੀ ਕਹਿ ਰਹੀ ਨਾ, ਇੱਕ ਚੰਗੀ ਚੀਜ਼ ਹੈ ਜਿਹੜੀ ਸਾਡੇ ਕਲਚਰ 'ਚ ਤਾਂ, ਇੰਡੀਆ 'ਚ ਜਾਂ ਸਾਡੇ ਕਲਚਰ 'ਚ ਬਹੁਤ ਪ੍ਰੈਵਲੈਂਟ ਹੈ। ਆਈ ਥਿੰਕ ਇਟਸ ਅ ਗੁੱਡ ਥਿੰਗ, ਇਹ ਚੰਗੀ ਚੀਜ਼ ਹੀ ਹੈ। ਇਹਦੇ ਕੋਈ ਅੰਟਿਲ ਅਨਲੈਸ ਤੁਸੀਂ ਉਹਨਾਂ ਦੀਆਂ ਫੈਨੇਟਿਸਿਜ਼ਮ ਐਂਡ ਇਹਨਾਂ ਚੀਜ਼ਾਂ 'ਚ ਵੜ ਜਾਓ, ਉਦੋਂ ਤੱਕ ਇਹ, ਜਦ ਤੱਕ ਤੁਸੀਂ ਇੱਕ ਪੋਜ਼ਿਟਿਵ ਤਰੀਕੇ ਨਾਲ ਲੈ ਰਹੇ ਹੋ ਇਸ ਚੀਜ਼ ਨੂੰ, ਇਹ ਚੰਗੀ ਚੀਜ਼ ਹੈ। ਇਹਨੂੰ ਸਾਰਿਆਂ ਨੂੰ ਮੈਨੂੰ ਲੱਗਦਾ ਕਿ ਹੋਣਾ ਹੀ ਚਾਹੀਦਾ ਕਿ ਕੁਝ ਤਾਂ ਹੈ ਜਿਹੜਾ ਮੇਰੇ ਤੇ ਧਿਆਨ ਦੇ ਰਿਹਾ, ਯੂ نو ਸਮਵਨ ਹੂ ਇਜ਼ ਟੇਕਿੰਗ ਕੇਅਰ ਆਫ ਮੀ। ਕੋਈ ਗੱਲ ਨਹੀਂ, ਯੂ نو ਮੇਰੇ ਨਾਲ ਹੁਣ ਇਸ ਤੋਂ ਮਾੜਾ ਤਾਂ ਨਹੀਂ ਹੋ ਸਕਦਾ ਨਾ, ਉਹ ਹੈ, ਮੈਂ ਐਡਾ ਕੀ ਮਾੜਾ ਕੀਤਾ, ਯੂ نو ਦੀਜ਼ ਆਰ ਥਿੰਗਸ ਦੈਟ ਵੀ ਸੇ। ਬਟ ਆਈ ਫੀਲ ਉਹੀ ਹੈ, ਸਾਇੰਸ ਵੀ ਵਰਕ ਕਰ ਰਹੀ ਹੈ, ਸਪਿਰਿਚੁਅਲਿਟੀ ਵੀ ਵਰਕ ਕਰ ਰਹੀ ਹੈ, ਸਾਰਾ ਕੁਝ ਇਕੱਠੇ, ਇਹ ਚੀਜ਼ਾਂ ਇਕੱਠੇ ਕੰਮ ਕਰਦੀਆਂ ਮੇਰੇ ਖਿਆਲ ਨਾਲ। ਮੈਨੂੰ ਇਹ ਲੱਗਦਾ, ਮੇਰਾ ਪਰਸਨਲ ਬਿਲੀਫ ਹੈ ਕਿ ਸਾਰਾ ਕੁਝ ਇਕੱਠਾ ਕੰਮ ਕਰਦਾ ਇੱਕ ਇਨਸਾਨ ਲਈ। ਇੱਕ ਚੀਜ਼ ਨੂੰ ਮੈਂ ਕਦੀ ਸੈਗਰੀਗੇਟ ਨਹੀਂ ਕਰ ਸਕਦੀ, ਬਿਕਾਜ਼ ਹੁਣ ਦੇਖੋ ਨਾ, ਜੇ ਕੋਈ ਹੁਣ ਜੇ ਸਾਡੇ ਕੋਲ ਕਲਾਇੰਟਸ ਵੀ ਆਉਂਦੇ ਆ, ਫਿਰ ਅਸੀਂ ਉਹ ਵੀ ਸਮਝਦੇ ਹਾਂ ਕਿ ਉਹ ਕੀ ਤਰੀਕੇ ਨਾਲ ਸਮਝਣਗੇ, ਤੇ ਫਿਰ ਅਸੀਂ ਉਸ ਤਰੀਕਾ ਵੀ ਯੂਜ਼ ਕਰਦੇ ਹਾਂ। ਸਮ ਪੀਪਲ ਅੰਡਰਸਟੈਂਡ ਜੇ ਤੁਸੀਂ ਥੋੜੀ ਜਿਹੀ ਰਿਲੀਜੀਅਸ ਗੱਲਾਂ ਉਹਨਾਂ ਨਾਲ ਜ਼ਿਆਦਾ ਕਰੋ, ਸਮ ਪੀਪਲ ਅੰਡਰਸਟੈਂਡ ਜੇ ਤੁਸੀਂ ਉਹਨਾਂ ਨਾਲ ਥੋੜੀ ਸਪਿਰਿਚੁਅਲ ਗੱਲਾਂ ਜ਼ਿਆਦਾ ਕਰੋ, ਮਤਲਬ ਯੂ نو ਯੂ ਹੈਵ ਟੂ। ਸੋ ਇਟ ਇਜ਼ ਗੁੱਡ ਓਨਲੀ। ਇਹਦੇ 'ਚ ਮੈਨੂੰ ਨਹੀਂ ਲੱਗਦਾ ਕਿ ਕੋਈ ਬੁਰੀ ਗੱਲ ਹੈ। ਰੱਬ 'ਚ ਵਿਸ਼ਵਾਸ ਰੱਖਣਾ ਮੈਨੂੰ ਲੱਗਦਾ ਇੱਕ ਬਹੁਤ ਚੰਗੀ ਗੱਲ ਹੈ, ਹੋਣਾ ਵੀ ਚਾਹੀਦਾ ਹੈ। ਇੱਕ ਬੰਦੇ ਨੂੰ ਕੌਨਫੀਡੈਂਸ ਮਿਲਦਾ ਹੈ, ਇੱਕ ਉਹ ਮਿਲਦੀ ਹੈ, ਸਪੋਰਟ ਮਿਲਦੀ ਹੈ। ਜਿੱਦਾਂ ਤੁਸੀਂ ਕਿਹਾ ਸਾਰਾ ਕੁਝ ਇਕੱਠਾ ਚੱਲਦਾ ਹੈ, ਤੇ ਸਾਈਕੋਲੋਜੀ ਮੈਨੀਫੈਸਟੇਸ਼ਨ ਦੇ ਲਾਅ ਆਫ ਅਟਰੈਕਸ਼ਨ ਦੀ ਗੱਲ ਕਰਦੀ ਹੈ। ਸੀ ਹੁਣ ਨਾ ਸਾਈਕੋਲੋਜੀ ਪਹਿਲਾਂ ਜਦੋਂ ਸਟਾਰਟ ਹੋਈ ਸੀ ਨਾ ਕਰਮਨ, ਉਦੋਂ ਡਿਸਆਰਡਰਸ ਤੇ ਸਟਾਰਟ ਹੋਈ ਸੀ ਕਿ ਇਹ ਡਿਸਆਰਡਰਸ ਨੇ, ਜਿਵੇਂ ਡਿਪਰੈਸ਼ਨ ਹੋ ਗਿਆ, ਫਿਰ ਜਿਵੇਂ ਆਪਾਂ ਡੀਪਰ ਜੇਡ ਹਾਰਟ, ਤੇ ਇਹਦਾ ਇਹ ਤੁਹਾਡੇ ਕੋਲ ਦਿਸ ਇਜ਼ ਹਾਊ ਯੂ ਟਰੀਟ ਦੈਮ। ਫਿਰ ਜਦੋਂ ਅਸੀਂ ਪੜ੍ਹ ਰਹੇ ਸੀ ਉਦੋਂ ਪੋਜ਼ਿਟਿਵ ਸਾਈਕੋਲੋਜੀ ਦੀ ਗੱਲ ਆਉਣੀ ਸ਼ੁਰੂ ਹੋ ਗਈ ਕਿਤੇ ਨਾ ਕਿਤੇ, ਕਿ ਕਿਵੇਂ ਇਹ ਚੀਜ਼ਾਂ ਵੀ ਮਿਲ ਕੇ ਰਲ ਕੇ ਕੰਮ ਕਰਦੀਆਂ, ਕਿ ਬੰਦਾ ਜੇ ਜ਼ਿਆਦਾ ਪੋਜ਼ਿਟਿਵ ਰਹਿੰਦਾ, ਸਾਨੂੰ ਕੀ ਕਰਨਾ ਚਾਹੀਦਾ, ਦੈਟ ਵਿਲ ਹੈਲਪ। ਹੁਣ ਹੌਲੀ ਹੌਲੀ ਮੈਂ ਵੇਖ ਰਹੀ ਸਪਿਰਿਚੁਅਲ ਗੱਲਾਂ ਵੀ ਆ ਰਹੀਆਂ ਸਾਈਕੋਲੋਜੀ 'ਚ, ਐਂਡ ਆਈ ਫੀਲ ਉਹ ਜਿਵੇਂ ਮੈਂ ਕਿਹਾ ਇਹ ਸਾਰੀਆਂ ਚੀਜ਼ਾਂ ਅੱਜ ਕੱਲ੍ਹ ਬਹੁਤ ਸਾਰੇ ਆਥਰਸ ਨੇ ਜਿਹੜੇ ਗੱਲ ਕਰਦੇ ਆ ਇਹਨਾਂ ਚੀਜ਼ਾਂ ਬਾਰੇ, ਜਿਵੇਂ ਆਪਣਾ ਲੂਇਜ਼ਾ ਹੈ ਹੀਲ ਯੋਰ ਲਾਈਫ, ਹੀਲ ਯੋਰ ਮਾਈਂਡ, ਹੀਲ ਯੋਰ, ਸ਼ੀ ਇਜ਼ ਅ ਵੰਡਰਫੁਲ ਆਥਰ, ਆਈ ਮੀਨ ਸ਼ੀ ਇਜ਼ ਅ ਗ੍ਰੇਟ ਲੇਡੀ, ਤੇ ਉਹਨੇ ਵੀ ਲਿਖੀਆਂ ਇਹ ਸਾਰੀਆਂ ਚੀਜ਼ਾਂ। ਸੋ ਆਈ ਫੀਲ ਸਪਿਰਿਚੁਅਲਿਟੀ ਦੇ ਵੀ ਸਾਈਕੋਲੋਜੀ ਤੇ ਬਹੁਤ ਬੁੱਕਸ ਨੇ। ਸੋ
everything, yeah, it's how you believe. It's what you believe actually. And ਜਦੋਂ with age I think and with experience ਜਦੋਂ ਤੁਸੀਂ ਇੰਨਾ ਕੁਝ ਵੇਖ ਲੈਂਦੇ ਹੋ ਤੁਹਾਡਾ ਹਰ ਇੱਕ 'ਚ ਵਿਸ਼ਵਾਸ ਹੁੰਦਾ ਹੈ। ਮੈਂ ਕਿਸੇ ਵੀ ਚੀਜ਼ ਨੂੰ ਨਾ ਨਹੀਂ ਕਹਿੰਦੀ ਕਿ ਹੋ ਨਹੀਂ ਸਕਦਾ, ਮੇਰੇ ਲਈ ਸਭ ਹੋ ਸਕਦਾ ਹੈ, ਸਭ ਪੋਸਿਬਿਲਿਟੀਜ਼ ਸਭ ਨੇ। ਪੋਸਿਬਿਲਿਟੀਜ਼ ਨੇ ਐਗਜ਼ੈਕਟਲੀ। ਪਰ ਉਹੀ ਜਿੱਦਾਂ ਤੁਸੀਂ ਪਹਿਲਾਂ ਕਿਹਾ ਸੀਗਾ ਕਿ ਪਰਸੈਪਸ਼ਨ ਤੇ ਹੈ, ਯਾ ਜੇ ਤੁਸੀਂ ਇਹ ਪੋਸਿਬਿਲਿਟੀ ਐਦਾਂ ਪਰਸੀਵ ਕਰਦੇ ਹੋ ਤਾਂ ਤੁਹਾਡੇ ਲਈ ਉਹ ਨਜ਼ਰੀਆ ਹੈ। ਯੈਸ ਐਂਡ ਆਈ ਵਰਕਡ ਆਲਸੋ ਲਾਈਕ ਦੈਟ ਕਿ ਮੈਂ ਆਪਣੇ ਪਰਸਨਲ ਲਾਈਫ 'ਚ ਵੀ ਮੈਨੀਫੈਸਟੇਸ਼ਨਸ ਤੇ ਕੰਮ ਕੀਤਾ। ਤੁਹਾਡੇ ਲਈ ਮੈਨੀਫੈਸਟੇਸ਼ਨਸ ਪੂਰੀਆਂ ਹੋਈਆਂ ਨੇ? ਆਫ ਕੋਰਸ ਹੋਈਆਂ। ਕੁਡ ਯੂ ਟੈਲ ਅਸ ਸਮ ਲਾਈਕ ਜਿਹੜੀਆਂ ਇੰਨੀਆਂ ਪਰਸਨਲ ਨਾ ਹੋਣ? ਹਾਂ, ਆਈ ਹੈਵ ਡਨ ਇਟ ਫॉर ਮੋਰ ਪਰਸਨਲ ਰੀਜ਼ਨਸ ਓਨਲੀ, ਬਟ ਯਾ ਜਿਵੇਂ ਮੈਂ ਸੋਚਦੀ ਸੀ ਆਪਣੇ ਪ੍ਰੋਫੈਸ਼ਨ ਨੂੰ ਵੀ ਲੈ ਕੇ ਜਾਂ ਆਪਣੇ ਆਪ ਨੂੰ ਕਿਤੇ ਵੇਖਣਾ ਜਾਂ ਕਰਨਾ, ਹੌਲੀ ਹੌਲੀ ਜਿਸ ਚੀਜ਼ ਨਾਲ ਮੈਂ ਮੈਨੀਫੈਸਟੇਸ਼ਨ ਟੈਕਨੀਕਸ ਵੀ ਯੂਜ਼ ਕੀਤੀਆਂ। ਵਾਟ ਆਰ ਦੇ? ਇੱਕ ਤਾਂ 369 ਹੈ, ਜਿਹੜਾ ਤੁਸੀਂ ਜੋ ਵੀ ਤੁਸੀਂ ਚਾਹੁੰਦੇ ਹੋ ਪਹਿਲਾਂ ਤਾਂ ਤੁਸੀਂ ਉਹ ਪ੍ਰੈਜ਼ੈਂਟ ਟੈਂਸ 'ਚ ਲਿਖਣਾ, ਛੋਟਾ ਸੈਂਟੈਂਸ ਹੋਣਾ ਚਾਹੀਦਾ। ਜਿਵੇਂ ਤੁਸੀਂ ਚਾਹੁੰਦੇ ਹੋ ਕਿ ਆਈ ਐਮ ਸਕਸੈਸਫੁਲ ਇਨ ਮਾਈ ਕਰੀਅਰ, ਰਾਈਟ, that is your sentence. In the morning you have to write it 3 times, in the evening in the afternoon you have to write it 6 times, and at night before sleeping you have to write it 9 times, right? and you would do it for 21 days or 31 days like that. ਵਾਟਰ ਵਾਲੀ ਵੀ ਹੈ, 2 ਗਲਾਸ ਲਓ, ਉੱਤੇ ਪੋਸਟ-ਇਟਸ ਲਾਓ, ਇੱਕ ਤੇ ਜਿਹੜੀ ਤੁਹਾਡੀ ਕਰੰਟ ਸਿਚੁਏਸ਼ਨ ਹੈ ਉਹਨੂੰ ਅੱਧਾ ਭਰ ਲਓ, visualize yourself in the current situation and you're unhappy, then pour that water in the next glass where you want things to happen, and ਉਸ post-it ਤੇ ਹੀ ਲਿਖੋ ਜਿਵੇਂ ਮੈਂ ਬੋਲਿਆ I'm successful in my career, and then visualize it with a smiling face, visualize that you're smiling and all, and drink that water. It's done, it's done, it's done. Say it 3 times and do it. So I've done it and it has worked also. ਕੰਮ ਵੀ ਕੀਤੀਆਂ ਮੇਰੇ ਲਈ, ਤਾਂ ਮੈਨੂੰ ਲੱਗਦਾ ਜਿਵੇਂ ਮੈਂ ਕਿਹਾ ਵਿਸ਼ਵਾਸ ਉਹ ਵੀ ਬੜਾ ਨਾ ਅੱਜ ਕੱਲ ਐਂਜਲ ਨੰਬਰਸ ਮੈਂ ਉਹ ਵੀ ਪ੍ਰੈਕਟਿਸ ਕਰਨ ਲੱਗ ਗਈ ਹਾਂ। ਆਈ ਬਿਲੀਵ ਇਨ ਐਂਜਲ ਨੰਬਰਸ ਆਲਸੋ। ਉਹਦੇ ਚ ਮਤਲਬ ਬੜਾ ਚੱਲਦਾ ਹੈ 11 ਬੇ ਫਿਰ ਲੋਕੀ ਅੱਖ ਬੰਦ ਕਰਕੇ ਵਿਸ਼ ਮੰਗ ਲੈਂਦੇ ਨੇ। ਇਜ਼ ਇਟ ਲਾਈਕ ਤੁਸੀਂ ਅੱਖ ਬੰਦ ਕਰਕੇ ਵਿਸ਼ ਮੰਗਣੀ ਹੈ ਉਦੋਂ? ਹਾਂ, ਕਿ ਤੁਸੀਂ ਵਿਜ਼ੂਅਲਾਈਜ਼ ਕਰਨਾ ਹੈ? ਈਦਰ ਆਫ ਦ ਟੂ, ਰਾਈਟ। ਮੈਂ ਤਾਂ ਜੋ ਚੀਜ਼ ਚਾਹੀਦੀ ਹੁੰਦੀ ਉਹ ਵੀ ਮੰਗ ਲੈਣੀ, ਕਈ ਵਾਰ ਮੈਂ ਵਿਜ਼ੂਅਲਾਈਜ਼ ਵੀ ਕਰ ਲੈਣੀ, ਬਟ ਆਈ ਫੀਲ ਉਹੀ ਨਾ, ਜਿਵੇਂ ਦੇਖੋ ਆਈ ਥਿੰਕ ਕਿਹਾ ਵੀ ਜਾਂਦਾ ਨਾ ਰਿਲੀਜਨ 'ਚ ਕਿ ਤੁਸੀਂ ਮੂੰਹ 'ਚੋਂ ਜੋ ਵੀ ਕੱਢਦੇ ਹੋ ਚੰਗਾ ਕੱਢਿਆ ਕਰੋ, ਕਿ ਦਿਨ 'ਚ ਇੱਕ ਵਾਰ ਮੂੰਹ 'ਤੇ ਸਰਸਵਤੀ ਜੀ ਬੈਠਦੇ। ਸੋ ਮੇਬੀ ਦੈਟ ਇਜ਼ ਵਾਟ ਆਈ ਐਮ ਸੇਇੰਗ ਕਿ ਇਹਨਾਂ ਚੀਜ਼ਾਂ ਦਾ ਕੋਈ ਮਤਲਬ ਹੈ। ਕਦੋਂ ਕੋਈ ਚੀਜ਼ ਪੂਰੀ ਹੋ ਜਾਏ ਆਪਾਂ ਨੂੰ ਨਹੀਂ ਪਤਾ। ਇਟ ਇਜ਼ ਮੈਨੀਫੈਸਟੇਸ਼ਨ, ਇਟ ਇਜ਼ ਗੋਡ, ਔਰ ਇਜ਼ ਇਟ ਲਾਅ ਆਫ ਅਟਰੈਕਸ਼ਨ, ਆਈ ਡੋਂਟ ਨੋ, ਬਟ ਐਵਰੀਥਿੰਗ ਇਜ਼ ਵਰਕਿੰਗ ਆਈ ਫੀਲ। ਸੋ ਗੋ ਹੈਡ, ਐਂਡ ਜੇ ਇਫ ਇਟ ਇਜ਼ ਵਰਕਿੰਗ ਦੈਨ ਵਾਈ ਨਾਟ। ਇਹਦੇ 'ਚ ਤੁਹਾਨੂੰ ਕੋਈ ਹਾਰਮ ਤਾਂ ਕੋਈ ਚੀਜ਼ ਕਰ ਨਹੀਂ ਨਾ ਰਿਹਾ, ਬਟ ਇਹ ਇੰਨਾ ਵੀ ਤੁਸੀਂ ਉਸ ਚੀਜ਼ 'ਚ ਡੂੰਘਾ ਨਾ ਵੜ ਜਾਓ ਕਿ ਇਸ 'ਤੇ ਹੀ ਰਿਲਾਈ ਕਰਨ ਲੱਗ ਜਾਓ। ਮਤਲਬ ਤੁਹਾਡਾ ਆਪਣਾ ਵੀ ਕੁਝ ਹੋਣਾ ਚਾਹੀਦਾ ਇਨਪੁਟ, ਤੁਸੀਂ ਆਪ ਵੀ ਕੰਮ ਕਰ ਰਹੇ ਹੋ ਉਸ ਚੀਜ਼ ਵੱਲ। ਇਹ ਨਹੀਂ ਕਿ ਬਸ ਮੈਂ ਪਾਠ ਪੂਜਾ ਕਰ ਰਿਹਾ ਤੇ ਆਪੇ ਮੈਨੂੰ ਰੋਟੀ ਮਿਲ ਜਾਣੀ, ਐ ਤਾਂ ਨਹੀਂ ਹੋਣਾ। ਤੁਹਾਨੂੰ ਵਰਕ ਤਾਂ ਕਰਨਾ ਹੀ ਪੈਂਦਾ, ਬਟ ਥਿੰਗਸ ਗੈਟ ਈਜ਼ੀਅਰ। ਦਿਸ ਇਜ਼ ਵਾਟ ਆਈ ਬਿਲੀਵ। ਇੱਕ ਨਾ ਅੱਜ ਕੱਲ੍ਹ ਮੈਨੂੰ ਬਹੁਤ ਓਵਰ ਯੂਜ਼ ਲੱਗਦਾ ਹੈ ਵਰਡ ਟਰਾਮਾ। ਯਾ, ਕਿ ਮੈਨੂੰ ਮੇਰੇ ਆ ਟਰਾਮਾ, ਪਹਿਲਾਂ ਤਾਂ ਦੱਸੋ ਵਾਟ ਇਜ਼ trauma, what is the definition of it? Trauma is, Karman, where something has deeply impacted you and ਉਹਦੀ ਚੀਜ਼ ਹਲੇ ਵੀ ਦਿਖਦੀ ਹੈ ਤੁਹਾਨੂੰ, ਉਹਦਾ ਹਲੇ ਵੀ ਇਫੈਕਟਸ ਤੁਹਾਡੇ ਤੇ ਆ ਰਹੇ ਹੈ। ਕੋਈ ਇਹੋ ਜਿਹੀ ਸਿਚੁਏਸ਼ਨ ਹੋਈ, ਕੁਝ ਇਹੋ ਜਿਹਾ ਤੁਹਾਡੀ ਲਾਈਫ 'ਚ ਹੋਇਆ, ਜਾਂ ਕਿਸੇ ਨੇ ਇਹੋ ਜਿਹੀ ਕੋਈ ਗੱਲ ਕਹਿ ਦਿੱਤੀ, ਛੋਟੇ ਹੁੰਦੇ ਕੋਈ ਬੱਚੇ ਨੂੰ ਕੋਈ ਗੱਲ ਕਹਿ ਦਿੰਦਾ, ਉਹ ਵੀ ਉਹ ਦਿਲ ਨੂੰ ਲਾ ਲੈਂਦਾ, ਤੇ ਉਹਦੇ ਨਾਲ ਕੋਈ ਵੀ ਸਿਮਿਲਰ ਚੀਜ਼ ਜਦੋਂ ਉਹਨੂੰ ਸੇਮ ਫੀਲ ਹੋਏਗੀ ਨਾ ਅੱਗੇ ਫਿਊਚਰ 'ਚ ਜਾ ਕੇ, ਉਹਨੂੰ ਉਹੀ ਸਾਰੀ ਫੀਲਿੰਗਸ ਆਉਣਗੀਆਂ ਜਿਹੜੀਆਂ ਉਹਨੂੰ ਉਦੋਂ ਹੋਈਆਂ ਸੀ। Right. Then that is what trauma is, because it has been forever with you. And ਜਦੋਂ ਵੀ similar situation where you are made to feel similar, ਜਿੱਥੇ ਤੁਹਾਨੂੰ ਕੁਝ similar ਜਿਹਾ feel ਹੋਏਗਾ ਤੇ ਉਹ ਸਾਰੀ feelings ਆ ਜਾਣਗੀਆਂ। And also ਜਿਹਦਾ deep impact ਹੈ ਕਿ ਜਿਹੜੀ ਚੀਜ਼ ਤੁਸੀਂ ਆਪਣੇ ਕਿਤੇ ਦਿਮਾਗ ਨੂੰ ਬੰਦ ਕਰਕੇ ਨਾ ਤੁਸੀਂ ਉਹਨੂੰ ਡੀਲ ਕਰਨਾ ਚਾਹੁੰਦੇ ਹੋ, ਭੱਜ ਵੀ ਰਹੇ ਹੋ ਤੇ ਬਲੌਕ ਵੀ ਕੀਤੀ ਹੋਈ ਹੈ, because it is too ਮਤਲਬ ਤੁਹਾਨੂੰ ਅੰਦਰੋਂ ਹਿਲਾ ਦਿੰਦੀ ਉਹ ਚੀਜ਼। that is trauma. ਅੱਜ ਕੱਲ੍ਹ ਉਹੀ ਮੈਂ ਕਿਹਾ ਸਲੈਂਗ ਇੰਗਲਿਸ਼ ਵਰਡ ਯੂਸੇਜ ਆਫ ਵਰਡਸ ਇਜ਼ ਐਵੇਂ ਆਪਾਂ ਸੁੱਟਦੇ ਤਾਂ ਥੋੜ੍ਹਾ ਹਾਰਡ ਹੋ ਗਿਆ। ਟਰਾਮਾ ਬਹੁਤ ਨੈਗੇਟਿਵ ਇੰਪੈਕਟ ਹੈ ਜਿਹਦਾ ਤੁਹਾਡੀ ਲਾਈਫ 'ਤੇ, ਮਤਲਬ ਤੁਹਾਡੇ ਹੱਥ ਪੈਰ ਠੰਡੇ ਹੋ ਜਾਂਦੇ ਜਦੋਂ ਤੁਸੀਂ ਸਿਮਿਲਰ ਜੀ ਸਿਚੁਏਸ਼ਨ 'ਚ ਹੋ, ਜਾਂ ਤੁਹਾਨੂੰ ਕਿਤੇ ਯਾਦ ਵੀ ਆਏ, ਤੁਹਾਡਾ ਦਿਮਾਗ ਹੀ ਨਹੀਂ ਉਸ ਚੀਜ਼ ਨੂੰ ਐਕਸੈਪਟ ਕਰਨਾ ਚਾਹੁੰਦਾ, ਨਾ ਉਸ ਚੀਜ਼ ਬਾਰੇ ਸੋਚਣਾ ਚਾਹੁੰਦਾ। ਆਈ ਥਿੰਕ ਫॉर ਮੀ ਇਟ ਵਿਲ ਬੀ ਰਿਜੈਕਸ਼ਨ ਐਂਡ ਅਬੈਂਡਨਮੈਂਟ ਨਾਓ ਦੈਟ ਵੀ ਆਰ ਸਪੀਕਿੰਗ ਆਫ ਇਟ। ਜਦੋਂ ਮੈਨੂੰ ਲੱਗਦਾ ਨਾ ਕਿ ਇਹ ਸਿਚੁਏਸ਼ਨ 'ਚ ਮੈਨੂੰ ਅਬੈਂਡਨਮੈਂਟ ਹੁਣ ਮੈਂ ਫੇਸ ਕਰਨੀ ਵੀ ਨਹੀਂ ਹੈ ਚਾਹੇ, ਬਟ ਮੈਨੂੰ ਫੀਅਰ ਆ ਜਾਂਦਾ, ਫੀਅਰ ਆਫ ਅਬੈਂਡਨਮੈਂਟ। ਯੈਸ, ਤਾਂ ਆਈ ਐਮ ਅ ਕੰਪਲੀਟਲੀ ਡਿਫਰੈਂਟ ਪਰਸਨ। ਮਾਈ ਸਮ ਸਾਈਡ ਕਮਸ ਆਊਟ ਵਿਚ ਇਜ਼ ਐਂਡ ਆਈਲ ਐਕਸੈਪਟ ਇਟ, ਵਿਚ ਇਜ਼ ਸੋ ਅਗਲੀ ਫॉर ਮੀ ਆਲਸੋ ਟੂ ਫੇਸ। ਮੈਨੂੰ ਵੀ ਨਹੀਂ ਚੰਗਾ ਲੱਗਦਾ ਉਹ ਕਿ ਵਾਟ ਐਮ ਆਈ ਡੂਇੰਗ। ਸੋ
is it safe to say that there was a trauma that happened back when I was a kid where I was abandoned or maybe I'll have to have a cognitive talk with you to no understand. there are I get it है reasons ਤੇ ਨੇ I have those reasons ਫਿਰ ਆਪਾਂ trauma healing ਵਾਸਤੇ psychologist ਕੋਲ ਜਾਈਏ ਹਾਂਜੀ trauma healing ਵਾਸਤੇ ਕਿ ਜਿਵੇਂ ਆਪਣਾ trauma ਸਮਝਣਾ enough ਨਹੀਂ ਹੈ ਸਮਝਣਾ ਤੇ ਉਹਨੂੰ ਉਹਦੇ ਨਾਲ ਸਹੀ ਤਰੀਕੇ ਨਾਲ ਕੋਪ ਕਰਨਾ ਹਲੇ ਤੁਹਾਡੀ ਕੋਪਿੰਗ ਸਟ੍ਰੈਟਜੀ ਗਲਤ ਹੈ ਹਲੇ ਤੁਸੀਂ ਉਹਨੂੰ ਜਾਂ ਤਾਂ ਫੇਸ ਨਹੀਂ ਕਰਨਾ ਚਾਹੁੰਦੇ ਜਾਂ ਉਹ ਤੋਂ ਭੱਜ ਰਹੇ ਹੋ ਤਾਂ ਉਸ ਚੀਜ਼ ਨੂੰ ਫੇਸ ਕਿਵੇਂ ਕਰਨਾ ਹੈ ਇਹ ਦੇਖੋ ਇਹ ਸਾਰੇ ਆਪਣੇ ਉਹ ਹੈ ਨਾ ਡਿਫੈਂਸ ਮੈਕੈਨਿਜ਼ਮਸ ਐਸਕੇਪਿਜ਼ਮ ਬਲੌਕਿੰਗ ਇਹ ਸਾਰੀਆਂ ਚੀਜ਼ਾਂ ਹੁਣ ਆਪਾਂ ਇੱਕ ਸਹੀ ਤਰੀਕੇ ਨਾਲ ਉਹਦੇ ਨਾਲ ਕੋਪ ਕਿਵੇਂ ਕਰਨਾ ਹੈ ਕਿ ਹਾਂ ਉਹ ਹੈ ਮੇਰੀ ਲਾਈਫ ਦਾ ਹਿੱਸਾ ਹੈ ਮੈਂ ਉਹਨੂੰ ਭੁੱਲ ਨਹੀਂ ਸਕਦੀ ਉਹ ਬਹੁਤ ਵੱਡੀ ਚੀਜ਼ ਹੈ ਹਿਊਮਨਲੀ ਇਟ ਇਜ਼ ਸਮਟਾਈਮਸ ਇੰਪੋਸੀਬਲ ਟੂ ਫੋਰਗੇਟ ਸਰਟਨ ਥਿੰਗਸ ਵਿਚ ਆਰ ਸੋ ਬਿਗ ਇਨ ਲਾਈਫ ਬਟ we have to come to a place where they don't affect you so much ਰਾਈਟ ਕਈ ਇਵੈਂਟਸ ਇੰਨੇ ਨੈਗੇਟਿਵ ਹੁੰਦੇ ਆ ਮੈਂ ਉਹਨੂੰ ਪੋਜ਼ਿਟਿਵ ਨਹੀਂ ਕਰ ਸਕਦੀ ਤੁਹਾਡੀ ਲਾਈਫ 'ਚ ਆਫ ਕੋਰਸ ਨਹੀਂ ਹੋ ਸਕਦੇ ਯੂ نو somebody who's gone through some physical you know trauma or anything like that ਮੈਂ ਉਸ ਨੂੰ ਕਿਵੇਂ ਪੋਜ਼ਿਟਿਵ ਕਰ ਸਕਦੀ ਹੋ ਹੀ ਨਹੀਂ ਸਕਦਾ ਹਾਂ ਬਟ ਮੈਂ ਉਹਨੂੰ ਨਿਊਟਰਲ ਕਰਨਾ ਦੀ ਪੂਰੀ ਕੋਸ਼ਿਸ਼ ਕਰਾਂਗੀ ਕਿ ਨਿਊਟਰਲ ਹੋ ਜਾਏ ਤੁਹਾਨੂੰ ਇੰਨਾ ਨਾ ਅਫੈਕਟ ਕਰੇ ਜਿੰਨਾ ਉਹ ਤੁਹਾਨੂੰ ਪਹਿਲਾਂ ਕਰ ਰਿਹਾ so that is how we you know deal with trauma and understand it basically ਲੋਕ ਕਹਿੰਦੇ ਨਾ ਕਿ ਕੋਈ ਗੱਲ ਨਹੀਂ ਡੀਲ ਵਿਦ ਇਟ ਸੋਚ ਲਓ ਭੁੱਲ ਜਾਓ ਨਹੀਂ ਭੁੱਲ ਸਕਦੇ ਕੁਝ ਚੀਜ਼ਾਂ ਆਪਣੀ ਲਾਈਫ 'ਚ ਇੰਨੀਆਂ ਯੂ نو ਦਰਦ ਵਾਲੀਆਂ ਹੁੰਦੀਆਂ ਜਾਂ ਇੰਨੀਆਂ ਵੱਡੀਆਂ ਹੁੰਦੀਆਂ ਆਪਾਂ ਉਹਨਾਂ ਨੂੰ ਨਹੀਂ ਭੁੱਲ ਸਕਦੇ ਆਪਾਂ ਨੂੰ ਉਹ ਥੋੜੀ ਹੋਈ ਹੈ ਭੁੱਲਣ ਦਾ ਬਿਮਾਰੀ ਥੋੜੀ ਹੋਈ ਹੋ ਸਕਦੀ ਹੈ ਬਟ ਯਾ ਸੋ ਦੈਟ ਇਜ਼ ਵਾਟ ਇਟ ਇਜ਼ ਕਦੇ ਕਦੇ ਨਾ ਸਾਨੂੰ ਦਿਨ ਵਿੱਚ ਇੱਦਾਂ ਲੱਗਦਾ ਹੈ ਵੀ ਆ ਚੀਜ਼ ਐਗਜ਼ੈਕਟਲੀ ਪਹਿਲਾਂ ਹੋਈ ਹੈ ਸੇਮ ਟੂ ਸੇਮ ਡੇਜਾ ਵੂ ਜਿਹਨੂੰ ਅਸੀਂ ਕਹਿੰਦੇ ਆ ਉਹ ਸਾਈਕੋਲੋਜੀ ਰਿਲੇਟਡ ਹੈ ਮੈਂ ਪੜ੍ਹਨ ਦੀ ਵੀ ਕੋਸ਼ਿਸ਼ ਕੀਤੀ ਸੀਗੀ ਕਿ ਡੇਜਾ ਵੂ ਅਗੇਨ ਡੇਜਾ ਵੂ ਕੈਨ ਬੀ ਆਫ ਕੋਰਸ ਆਪਾਂ ਨੂੰ ਲੱਗਦਾ ਹੈ ਕਿ ਉਹ ਪਹਿਲਾਂ ਹੋਇਆ ਤੇ ਜੇ ਆਪਾਂ ਸਪੈਸੀਫਿਕਲੀ ਡੇਜਾ ਵੂ ਹੋਵੇ ਹੁਣ ਕਈਆਂ ਨੂੰ ਇੰਟਿਊਸ਼ਨਸ ਹੁੰਦੀਆਂ ਸੋ ਅਗੇਨ ਆਈ ਸੇ ਆਈ ਬਿਲੀਵ ਇਨ ਐਵਰੀਥਿੰਗ ਤਾਂ ਹੋ ਸਕਦਾ ਉਹਨੂੰ ਪਹਿਲਾਂ ਕਿਤੇ ਧਿਆਨ 'ਚ ਵੀ ਦਿਖਿਆ ਵੀ ਹੋਵੇ ਤੇ ਉਹ ਵੀ ਹੋ ਸਕਦਾ ਬਟ ਵਾਟ ਆਈ ਬਿਲੀਵ ਇਜ਼ ਜੇ ਆਪਾਂ ਡੇਜਾ ਵੂ ਕਹਿ ਰਹੇ ਹਾਂ ਤਾਂ ਡੇਜਾ ਵੂ ਆਪਾਂ ਨੂੰ ਲੱਗਦਾ ਕਿ ਹੋਇਆ ਪਰ ਉਹ ਜਨਰਲੀ ਹੋਇਆ ਨਹੀਂ ਹੁੰਦਾ ਆਪਣੀ ਬਿਲੀਫ ਹੁੰਦੀ ਹੈ ਕਿ ਆਪਾਂ ਨੂੰ ਸਿਮਿਲਰ ਸਿਚੁਏਸ਼ਨ ਆਪਣੇ ਨਾਲ ਹੋਈ ਹੈ ਪਰ ਇੰਨਾ ਸਟਰੋਂਗ ਬਿਲੀਫ ਮਤਲਬ ਸਾਨੂੰ ਪੂਰਾ ਪਤਾ ਵੀ ਹੋਣਾ ਤੇ ਉਹ ਹਾਂ ਤਾਂ ਉਹ ਇੰਟਿਊਸ਼ਨ ਵੀ ਹੋ ਸਕਦੀ ਹੈ ਨਾ ਤੁਹਾਡੀ ਸੋ ਦੇयर इज अ डिफरेंस ਯੂ've already maybe seen it coming yeah ਪਹਿਲਾਂ ਕਿਤੇ ਹਾਂ ਤਾਂ ਡੇਜਾ ਵੂ ਇਜ਼ ਡਿਫਰੈਂਟ ਡੇਜਾ ਵੂ ਇਜ਼ ਅ ਫੀਲਿੰਗ where you feel that this has happened it might not have happened ਬਟ ਇੰਟਿਊਸ਼ਨ ਮੇ ਬੀ ਜੇ ਤੁਹਾਨੂੰ ਲੱਗ ਰਿਹਾ ਕਿ ਹੋਇਆ ਤਾਂ ਸ਼ਾਇਦ ਹੋਇਆ ਹੀ ਹੈ ਹੋ ਸਕਦਾ ਹੋਇਆ ਹੋਵੇ ਜਿਵੇਂ I said now I believe in everything ਮੇਰੀ ਨਾ ਇੱਕ ਫਰੈਂਡ ਹੈ ਹਰਪ੍ਰੀਤ ਤੇ ਅਸੀਂ ਇਕੱਠੀਆਂ ਸਾਈਕੋਲੋਜੀ ਪੜ੍ਹੀ ਸੀਗੀ ਸਾਡੀ ਇਕੱਠੀ ਸੀਗੀ ਕਲਾਸ ਰਾਈਟ ਸੋ ਉਹਨੂੰ ਨਾ ਰਾਤੀ ਕੋਈ ਵੀ ਸੁਪਨਾ ਆਉਣਾ ਨਾ ਉਹਨੇ ਸਵੇਰੇ ਫੋਨ ਕਰਕੇ ਕਰਮਨ ਮੈਨੂੰ ਆ ਸੁਪਨਾ ਆਇਆ ਸੋ ਲੈਟਸ ਇੰਟਰਪ੍ਰੀਟ ਆਰ ਡ੍ਰੀਮ ਹੁਣ ਅਸੀਂ ਡ੍ਰੀਮ ਇੰਟਰਪ੍ਰੀਟੇਸ਼ਨ ਕਰਦੇ ਆ ਇਹਨੂੰ ਐਨਾਲਾਈਜ਼ ਕਰਦੇ ਆ ਫਿਰ ਅਸੀਂ ਲੱਗੀਆਂ ਰਹਿੰਦੀਆਂ ਸੀ ਘੰਟਾ ਇਦਾਂ ਕਰਨ ਫਿਰ ਕੁਝ ਜਦੋਂ ਨਿਕਲਦਾ ਨਹੀਂ ਸੀ ਮੈਂ ਉਹਨੂੰ ਕਹਿ ਦਿੰਦੀ ਸੀ ਵੀ ਲਿਸਨ ਯੂ ਗੋ ਟੂ ਸਲੀਪ ਅਗੇਨ ਡ੍ਰੀਮ ਸਮਥਿੰਗ ਐਲਸ ਵੀ ਕੈਨ I know ਨਹੀਂ I've studied dream interpretation also so I've done that also I'm a graphologist also ਥੋੜਾ ਦੱਸੋ ਮੈਨੂੰ ਮਤਲਬ ਹਾਂ dream interpretation is what ਕਿ ਜਾਂ ਤਾਂ ਇੱਕ ਇਹੋ ਜਿਹਾ ਸੁਪਨਾ ਜਿਹੜਾ ਤੁਹਾਨੂੰ ਵਾਰੀ-ਵਾਰੀ ਆ ਰਿਹਾ ਫਿਰ ਮੇਰੇ ਕੋਲ ਕਲਾਇੰਟ ਆਉਂਦਾ ਕਿ ਮੈਨੂੰ ਇਹ ਸੁਪਨਾ ਵਾਰੀ-ਵਾਰੀ ਆਉਂਦਾ ਤੇ ਇਹਦਾ ਮਤਲਬ ਕੀ ਹੈ ਸੋ ਮੈਂ ਉਸ ਸੁਪਨੇ ਨੂੰ ਛੋਟੇ-ਛੋਟੇ ਪਾਰਟਸ 'ਚ ਕੱਟ ਕਰਦੇ ਹਾਂ ਇੱਕ ਵਰਡ ਜਿਵੇਂ ਕੋਈ ਲਾਇਨ ਦਾ ਸੁਪਨਾ ਆਇਆ ਸੋ ਆਈ ਵਿਲ ਆਸਕ ਦੈਟ ਪੇਸ਼ੈਂਟ ਵਾਟ ਡਜ਼ ਲਾਇਨ ਸਿੰਬਲਾਈਜ਼ ਟੂ ਯੂ ਸੋ ਫਿਰ ਉਹ ਸਿੰਬਲਿਜ਼ਮ ਸੇ ਯੂ ਇੰਟਰਪ੍ਰੀਟ ਦ ਡ੍ਰੀਮਸ ਹਰ ਚੀਜ਼ ਦਾ ਤੁਸੀਂ ਮਤਲਬ ਲੱਭਦੇ ਹੋ ਕਿ ਉਸ ਬੰਦੇ ਲਈ ਉਹਦਾ ਕੀ ਮਤਲਬ ਹੈ ਉਸ ਲਾਈਫ ਉਹਦੇ ਹੁਣ ਲਾਈਫ 'ਚ ਕੀ ਹੋ ਰਿਹਾ ਫਿਰ ਦੈਨ ਯੂ ਮੇਕ ਸੈਂਸ ਆਫ ਦੈਟ ਡ੍ਰੀਮ ਓਕੇ ਸੋ ਆਈਲ ਜਸਟ ਸ਼ੇਅਰ ਆਪਾਂ ਹੁਣ ਕਰਦੇ ਹਾਂ ਥੋੜਾ ਸੈਸ਼ਨ ਟਾਈਪਸ ਮੈਨੂੰ ਇੱਕ ਪੈਚ ਆਫ ਲਾਈਫ ਤੇ ਐਕਸੀਡੈਂਟਸ ਦੇ ਬਹੁਤ ਸੁਪਨੇ ਆਏ ਸੀ ਮੀ getting into an accident or my loved ones getting into an accident what could that be what was happening in your life around that time ਕਿ ਜਾਂ ਤਾਂ ਕਿਸੇ ਦੀ ਸੁਣੀ ਹੋਣੀ ਕੋਈ ਗੱਲ ਨਹੀਂ ਵੀ ਸੁਣੀ ਤੇ ਕੋਈ I lost my father to an accident but that was ਮੈਨੂੰ ਇਹ ਸੁਪਨੇ ਤਾਂ ਬਹੁਤ ਦੇਰ ਬਾਅਦ ਆਏ ਸੀਗੇ ਪਹਿਲਾਂ ਨਹੀਂ ਸੀ ਆਏ ਨਹੀਂ ਪਰ ਉਹ ਦੇਰ ਬਾਅਦ ਵੀ ਆ ਰਹੇ ਹੁਣ ਹੋ ਸਕਦਾ ਤੁਹਾਨੂੰ ਮੈਂ that is one of the reasons but during that period of life ਜਦੋਂ ਮੈਨੂੰ ਸੁਪਨੇ ਆ ਰਹੇ ਸੀਗੇ I was mostly in my room right quiet very upset ਤੁਹਾਨੂੰ ਫਿਕਰ ਹੁੰਦੀ ਹੋਗੀ ਆਪਣੇ ਪੈਰੈਂਟਸ ਦੀ ਜਾਂ ਆਪਣੇ ਲਵਡ ਵਨਸ ਦੀ ਮਮ ਦੀ ਬਹੁਤ ਸੀਗੀ ਹਾਂ ਹਨਾ ਕਿ ਤੇ ਫਿਰ ਤੁਸੀਂ ਉਹਨੂੰ ਉਸ ਤਰੀਕੇ ਨਾਲ ਇੰਟਰਪ੍ਰੀਟ ਕਰ ਰਹੇ ਸੀ
ਜਿਵੇਂ ਮੈਂ ਕਿਹਾ ਉਸ ਮੈਨੂੰ ਇਹ ਵੇਖਣਾ ਪੈਂਦਾ ਹੈ ਕਿ ਲਾਈਫ ਸੀ ਜਦੋਂ ਕੋਈ ਮੇਰੇ ਕੋਲ ਕਲਾਇੰਟ ਆਂਦਾ ਹੈ, ਸੋ ਆਈ ਹੈਵ ਟੂ ਲੁੱਕ ਐਟ ਦ ਬਾਇਓਲੋਜੀਕਲ ਐਸਪੈਕਟ, ਆਈ ਹੈਵ ਟੂ ਲੁੱਕ ਐਟ ਦ ਸਾਈਕੋਲੋਜੀਕਲ ਐਸਪੈਕਟ, ਐਂਡ ਆਈ ਹੈਵ ਟੂ ਲੁੱਕ ਐਟ ਦ ਸੋਸ਼ਲ। ਬਾਇਓਲੋਜੀਕਲ ਮਤਲਬ ਜੀਵ ਵਿਗਿਆਨਿਕ, ਸਾਈਕੋਲੋਜੀਕਲ ਮਾਨਸਿਕ ਹੋ ਗਿਆ, ਸੋਸ਼ਲ ਮਤਲਬ ਨਾ ਸਮਾਜਿਕ। ਇਹ ਤੇ ਤੁਹਾਡੇ ਲਾਈਫ 'ਚ ਹੁਣ ਕੀ ਫੈਕਟਰਸ ਨੇ, ਫਿਰ ਉਹਦੇ ਅਕੋਰਡਿੰਗਲੀ ਆਈ ਹੈਵ ਟੂ ਡਿਸਾਈਡ ਕਿ ਵਾਟ ਇਜ਼ ਦ ਵੇ ਜਾਂ ਕਿਉਂ ਹੋ ਰਿਹਾ ਤੁਹਾਡੇ ਨਾਲ ਜੋ ਵੀ ਹੋ ਰਿਹਾ। ਜਿਵੇਂ ਤੁਸੀਂ ਦੱਸਿਆ ਕਿ ਸਾਈਕੋਲੋਜੀਕਲ ਹੋ ਸਕਦਾ ਐਂਡ ਸੋਸ਼ਲ ਆਲਸੋ, ਬਿਕਾਜ਼ ਤੁਹਾਡੇ ਪੇਰੈਂਟਸ ਨਾਲ ਇਹ ਹੋਇਆ ਤੇ ਤੁਹਾਨੂੰ ਫਿਕਰ ਹੋ ਰਹੀ ਸੀ ਤੁਹਾਡੇ ਮਦਰ ਦੀ ਜਾਂ ਤੁਹਾਡੀ ਫੈਮਿਲੀ ਦੀ ਜਾਂ ਆਪਣੀ ਵੀ ਕਿਤੇ ਨਾ ਕਿਤੇ, ਤੇ ਉਹਦੇ ਆਫਟਰ ਇਫੈਕਟਸ ਤਾਂ ਬਾਅਦ 'ਚ ਵੀ ਆ ਸਕਦੇ ਨਾ ਕਰਮਨ। ਪਹਿਲਾਂ ਤਾਂ ਤੁਸੀਂ ਸ਼ੌਕ 'ਚ ਹੀ ਹੋਵੋਗੇ ਜਦੋਂ ਇਹ ਹੋਇਆ। ਸੋ ਆਫਟਰ ਇਟ ਕੈਨ ਟੇਕ ਟਾਈਮ ਫॉर ਇਟ ਟੂ ਕਮ ਟੂ ਯੋਰ ਮਾਈਂਡ ਆਲਸੋ। 100% ਯਾ ਫॉर ਇਟ ਟੂ ਅੰਡਰਸਟੈਂਡ ਵਾਟ ਰੀਅਲੀ ਹੈਪਨਡ। ਯਾ ਸੋ ਹੁਣ ਸ਼ਾਇਦ ਉਦੋਂ ਤਾਂ ਸ਼ੌਕ ਹੀ ਇੰਨਾ ਸੀ ਕਿ ਇੰਨਾ ਸੋਚ ਵੀ ਨਹੀਂ ਆਈ ਹੋਣੀ ਕਿ ਮੰਮਾ ਦੀ ਫਿਕਰ ਜਾਂ ਆਪਣੀ ਫਿਕਰ। ਹਾਂ, ਵੱਡੇ ਹੋ ਕੇ ਰਿਅਲਾਈਜੇਸ਼ਨ ਹੋਈ ਨਾ ਕਿ ਹੁਣ ਵੱਡੇ ਹੋ ਰਹੇ ਆ, ਹੁਣ ਉਹ ਵੀ ਵੱਡੇ ਹੋ ਰਹੇ ਨੇ ਨਾ। ਹਾਂ, ਨਾਓ ਆਈ ਗੈਟ ਇਟ। ਤਾਂ ਫਿਰ ਹੌਲੀ ਹੌਲੀ ਚੀਜ਼ ਆਉਂਦੀ। ਕਿਉਂਕਿ ਮੈਂ ਆਈ ਯੂਜ਼ਡ ਟੂ ਸਟੇ ਅ ਲੋਟ ਇਨ ਮਾਈ ਰੂਮ ਨਾ ਅਲੋਨ, ਤਾਂ ਫਿਰ ਮੈਨੂੰ ਉਹ ਸਾਰਾ ਕੁਝ ਗਰਾਊਂਡ ਕਰਦਾ ਸੀਗਾ। ਨਹੀਂ, ਇਟਸ ਅ ਬਿਗ loss ਆਫ ਪੇਰੈਂਟਸ, your loved one is a big loss. It takes a lot of time and sometimes years even to get over it. You cannot expect someone ਕਿ ਠੀਕ ਹੋ ਜਾਓ। ਨਹੀਂ, ਉਹ ਨਹੀਂ ਹੋ ਸਕਦਾ। Normal question है, I don't know if it's funny or not. What are father issues and mother issues? Okay, so ਇਹ ਆਈਆਂ ਫਰੋਇਡ ਤੋਂ, as you know. ਸੋ ਸਾਡੀ ਸਾਈਕੋਲੋਜੀ 'ਚ ਬਹੁਤ ਸਾਰੇ ਸਕੂਲਸ ਆਫ ਥਾਟ ਨੇ, ਹਨਾ। ਤਾਂ ਉਹਨਾਂ 'ਚੋਂ ਇੱਕ ਹੈਗੇ ਆਪਣੇ ਸਾਈਕੋਐਨਾਲਿਸਿਸ ਵਾਲੇ ਤੇ ਫਰੋਇਡ ਜਿਹਨੂੰ ਆਪਾਂ ਕਹਿ ਦਿੰਦੇ ਆ। ਉਹਨਾਂ ਨੇ ਸ਼ੁਰੂ ਕੀਤੇ ਸੀ ਮਦਰ ਇਸ਼ੂਜ਼ ਐਂਡ ਡੈਡੀ ਇਸ਼ੂਜ਼ ਐਂਡ ਫਾਦਰ ਇਸ਼ੂਜ਼, which I feel is not so relevant in our society. Yeah, this is why I said that it's going to be a funny question. Yeah, but ਬਹੁਤ ਐਵੀ ਓਵਰਯੂਜ਼ਡ ਵਰਡਸ ਨੇ ਕਿ ਯਾਰ ਇਹ ਕੁੜੀ ਦੇ ਤਾਂ ਫਾਦਰ ਇਸ਼ੂਜ਼ ਬਹੁਤ ਨੇ, ਇਹਨੂੰ ਨਹੀਂ ਆਪਾਂ ਵਿਆਹਣਾ, ਇਹਨੂੰ ਨਹੀਂ ਡੇਟ ਕਰਨਾ। ਕੁੜੀਆਂ ਕਹਿੰਦੀਆਂ ਵੀ ਤੁਹਾਡੇ ਮਦਰ ਇਸ਼ੂਜ਼ ਹੀ ਬਹੁਤ ਹੈ, ਇਟਸ ਸੋ ਹਾਰਡ ਟੂ ਬੀ ਵਿਦ ਯੂ। ਉਹੀ ਨਾ, ਆਪਾਂ ਵਰਡਸ ਬਹੁਤ ਕਰਮਨ ਐਵੇਂ ਯੂਜ਼ ਕੈਜੂਅਲੀ ਯੂਜ਼ ਕਰਨ ਲੱਗ ਗਏ। ਉਹਨਾਂ ਦਾ ਕਿੰਨਾ ਇੰਪੈਕਟ ਹੈ ਸਾਡੀ ਲਾਈਫ ਤੇ। ਹੁਣ ਮੇਰੇ ਲਈ when you're saying a mother issue is something that I directly relate to Freud. ਬਟ ਇੱਥੇ ਉਹ ਲੋਕ ਉਹ ਨਹੀਂ ਕਰ ਰਹੇ ਨਾ। ਉਹ ਮਦਰ ਇਸ਼ੂਜ਼ ਇਹ ਕਹਿ ਰਹੇ ਹੋ ਕਿ ਜ਼ਿਆਦਾ ਅਟੈਚਮੈਂਟ ਹੈ ਜਾਂ ਜ਼ਿਆਦਾ। ਅਬ ਹੁਣ ਦੇਖੋ, ਸਮਝੋ ਨਾ ਕਿ ਇੱਕ ਬੱਚਾ ਆਪਣੇ ਮਾਪਿਓ ਨਾਲ 20-25 ਸਾਲ ਰਹਿੰਦਾ ਹੈ, ਉਹਦੀ ਅਟੈਚਮੈਂਟ ਓਬਵੀਅਸਲੀ ਆਪਣੇ ਪੇਰੈਂਟਸ ਨਾਲ ਜ਼ਿਆਦਾ ਹੋਏਗੀ ਨਾ। ਤੁਹਾਨੂੰ ਉੱਥੇ ਤੱਕ ਪਹੁੰਚਣ 'ਚ ਟਾਈਮ ਲੱਗੇਗਾ, ਤੇ ਅੰਡਰਸਟੈਂਡਿੰਗ ਦੋਵਾਂ ਨੂੰ ਹੋਣੀ ਚਾਹੀਦੀ ਹੈ। ਕੁੜੀ ਨੂੰ ਵੀ ਲੱਗੂਗਾ, ਹੁਣ ਮੇਰੇ ਹਸਬੈਂਡ ਨੂੰ ਵੀ ਲੱਗੂਗਾ। ਇੱਕੋ ਦਮ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਸਾਰਾ ਕੁਝ ਭੁੱਲ ਜਾਏ ਤੇ ਮੈਂ ਹੀ ਮੈਂ ਹੋਵਾਂ? ਉਹ ਨਹੀਂ ਹੋ ਸਕਦਾ। ਇਟ ਟੇਕਸ ਟਾਈਮ, ਇਟ ਟੇਕਸ years. Then you will reach, then you will form a bond where you are above everyone else. But right now, ਹੁਣ ਜੇ ਮੈਂ ਤੁਹਾਨੂੰ ਵੀ ਕੋਈ ਕਵੇ ਕਿ you know I should be more important, your parents are not important, not possible. ਜੇ ਤੁਸੀਂ ਇਹ ਕਹਿ ਰਹੇ ਹੋ, ਬਿਕਾਜ਼ ਮੇਰੇ ਲਈ ਦੂਜੀ ਚੀਜ਼ ਹੋ ਗਈ ਸੀਗੀ। ਬਟ ਇਫ ਯੂ ਆਰ ਸੇਇੰਗ ਕਿ ਆਪਣੇ ਪੇਰੈਂਟਸ, I really want to know what are father issues and what are mother issues, Freud ਦੇ ਐਂਗਲ ਤੋਂ। Okay, so Freud was like that, if let's say mother issues, right? If a small boy is really obsessed with the mother, more obsession hai, then that is mother. Matlab he sees her like a partner also, sometimes he sees her like a, so oh mother issues hunde hai and oh father issues hunde hai where you see your parents as your partners also. You start, you know, difference karna ਤੁਹਾਡੇ ਲਈ different ਹੋ ਮਤਲਬ difficult ਹੋ ਜਾਂਦਾ ਹੈ। ਉਹਨੇ ਉਹ ਗੱਲ ਕਹੀ ਸੀ ਜੋ ਕਿ ਸਾਡੀ ਸੋਸਾਇਟੀ 'ਚ ਰੈਲੇਵੈਂਟ ਨਹੀਂ ਹੈ, ਬਿਕਾਜ਼ ਸਾਨੂੰ ਤਾਂ ਛੋਟੇ ਹੁੰਦੇ ਤੋਂ ਸਿਖਾਇਆ ਜਾਂਦਾ ਕਿ ਮਾਪਿਓ ਰੱਬ ਨੇ। When I was a little kid, up until 6th, I was very attached with my mom. ਮੈਂ ਤੁਹਾਨੂੰ ਦੱਸ ਨਹੀਂ ਸਕਦੀ ਵੀ। ਰਾਈਟ। ਐਂਡ ਮੈਂ ਇੰਨੀ ਕੋਨਾ ਨਾਲ ਸੀਗੀ ਨਾ, ਮੈਨੂੰ ਲਿਟਰਲੀ ਉਹਨਾਂ ਨੇ ਹੋਮਿਓਪੈਥਿਕ ਮੈਡੀਸਿਨ ਕਰਾਈ ਹੈ ਵੀ ਮੇਰੀ ਕੁੜੀ ਮੇਰੇ ਤੋਂ ਛੁਡਾਓ। ਮੰਮਾ ਮੈਨੂੰ ਇਦਾਂ ਕਹਿੰਦੇ ਸੀਗੇ ਵੀ ਤੂੰ ਤੇ ਸੀਤੀ ਹੋਈ ਹੈ ਮੇਰੇ ਨਾਲ, ਮੈਨੂੰ ਕਦੇ ਤਾਂ ਛੱਡਿਆ ਕਰ। ਜਦੋਂ ਮੈਂ ਮੰਮਾ ਪਾਪਾ ਨੂੰ ਇੱਕ ਪਲੇਟ 'ਚ ਖਾਣਾ ਨਹੀਂ ਸਿਖਾਉਣ ਦਿੰਦੀ, ਮੈਂ ਰੋਣ ਲੱਗ ਜਾਂਦੀ ਸੀ। ਨਹੀਂ ਬਟ ਉਹ ਮੈਂ ਇਕੱਠਿਆਂ ਨੂੰ ਡਾਂਸ ਨਹੀਂ ਸੀ ਕਰਨ ਦਿੰਦੀ, ਮੈਂ ਰੋਣ ਲੱਗ ਜਾਂਦੀ ਸੀ। ਮੈਨੂੰ ਪਤਾ ਕੀ ਲੱਗਦਾ ਸੀਗਾ ਕਿ ਯੂ ਆਰ ਮਾਈ ਡੈਡ ਐਂਡ ਯੂ ਆਰ ਮਾਈ ਮਮ, ਬਟ ਯੂ ਆਰ ਮਾਈਨ, ਮਤਲਬ ਮਾਈਨ ਫਰਸਟ। ਓ ਵਾਓ, ਉਹ ਇਸ ਕਰਕੇ ਹੋ ਸਕਦਾ ਕੁਝ ਆਈ ਹੁੰਦਾ। ਉਹੀ ਮੈਂ ਤੁਹਾਡੇ ਨਾਲ ਗੱਲ ਪ੍ਰੋਪਰ ਮੈਨੂੰ ਇਹ ਡਾਈਜੈਸਟ ਨਹੀਂ ਸੀ ਹੁੰਦਾ ਵੀ ਤੁਸੀਂ ਦੋਨੋਂ ਇੱਕ ਦੂਜੇ ਨੂੰ ਜਾਣਦੇ ਹੋ। ਕਿਉਂਕਿ ਤੁਸੀਂ ਉਹ ਸੀਗੇ ਨਾ ਪਹਿਲਾਂ ਉਹਨਾਂ ਲਈ ਸਿਰਫ ਯੂ ਵਰ ਦੀ ਮੋਸਟ ਇੰਪੋਰਟੈਂਟ ਪਰਸਨ, ਐਂਡ ਜਿਵੇਂ ਜਿਵੇਂ ਵੱਡੇ ਹੋਏ that I don't remember now.
ਹਾਂ ਫਿਰ ਉਹ ਮੈਨੂੰ ਸਬਕੌਂਸ਼ੀਅਸ ਚ ਤੁਹਾਨੂੰ ਜਾਣਾ ਪੈਣਾ ਹੈ ਨਹੀਂ, ਹਿਪਨੋਥੈਰੇਪੀ ਆਪਾਂ ਉੱਥੇ ਕਰਕੇ ਨਹੀਂ ਜਾਣਾ। ਕਲੀਨਿਕਲ ਹਿਪਨੋਥੈਰੇਪੀ ਮੇਰੇ ਪਤਾ ਕਿੰਨੇ ਕਲਾਇੰਟਸ ਵਿਚਾਰੇ ਡਰ ਜਾਂਦੇ ਫਿਰ ਮੈਂ ਕਿਹਾ ਇਹੋ ਜਿਹਾ ਮੈਂ ਕੋਈ ਬੇਹੋਸ਼ ਨਹੀਂ ਕਰਨ ਲੱਗੀ ਤੁਸੀਂ ਪੂਰੇ ਅਵੇਅਰ ਹੋਵੋਗੇ ਤੁਹਾਨੂੰ ਸਮਝ ਆਏਗਾ ਸੁਨੇਗਾ ਤੁਸੀਂ ਉੱਠ ਵੀ ਸਕਦੇ ਹੋ ਤੁਸੀਂ ਸਭ ਕੁਝ ਕਰ ਸਕਦੇ ਹੋ ਇਹੋ ਜੀ ਕੋਈ ਗਲਤੀ ਮੈਂ ਖੁਦ ਹੀ ਮੰਮਾ ਨੂੰ ਕਹਿੰਦੀ ਸੀ ਕਿ ਮੈਂ ਨਾਨੀ ਵੱਲ ਰਹਿਣ ਜਾਣਾ ਤੁਸੀਂ ਮੈਨੂੰ ਛੱਡ ਦਿਓ ਤੇ ਮੈਨੂੰ ਹਾਲੇ ਵੀ ਉਹ ਪੂਰਾ ਸੀਨ ਯਾਦ ਹੈ ਉਹ ਛੱਡ ਕੇ ਮੈਨੂੰ ਹਾਲੇ ਇੱਕ ਗਲੀ ਟੱਪੇ ਸੀ ਤੇ ਮੈਂ ਰੋਂਦੀ ਨੇ ਫੋਨ ਕਰਤਾ ਸੀਗਾ ਵੀ ਮੈਨੂੰ ਹੁਣੇ ਹੀ ਲੈਣ ਆਓ ਮੈਂ ਨਹੀਂ ਰਹਿਣਾ ਤੁਹਾਡੇ ਪਰ ਬਿਨਾਂ ਹੋ ਸਕਦਾ ਹੈ ਨਾ ਛੋਟੇ ਹੁੰਦੇ ਕੋਈ ਇਹੋ ਜੀ ਚੀਜ਼ ਤੁਹਾਨੂੰ ਕਿਤੇ ਦਿਲ 'ਚ ਲੱਗ ਗਈ ਹੋਵੇ ਜਾਂ ਤੁਹਾਨੂੰ ਇਹ ਲੱਗਦਾ ਹੋਵੇ ਕਿ ਮੈਂ ਜਿਵੇਂ ਕਿਹਾ ਨਾ ਗਰਮਨ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਫੈਕਟਰਸ ਹੁੰਦੇ ਆ ਮੈਨੂੰ ਹੁਣ ਇੱਕ ਚੀਜ਼ ਤੁਹਾਨੂੰ ਦੱਸਣੀ ਮੇਰੇ ਲਈ ਮੁਸ਼ਕਿਲ ਹੈ ਮੈਨੂੰ ਤੁਹਾਡੇ ਨਾਲ ਥੋੜਾ ਟਾਈਮ ਬਿਤਾਉਣਾ ਪਊਗਾ ਸਮਝਣਾ ਪਊਗਾ ਉਸ ਟਾਈਮ ਤੇ ਤੁਹਾਡੇ ਦਿਮਾਗ 'ਚ ਕੀ ਚੱਲਦਾ ਸੀ ਤੇ ਜੇ ਹੁਣ ਕੌਨਸ਼ੀਅਸਲੀ ਨਹੀਂ ਆ ਰਿਹਾ ਤਾਂ ਫਿਰ ਆਪਾਂ ਹਿਪਨੋਥੈਰੇਪੀ ਕਰਕੇ ਬੁਲਾ I don't ਲਾਂਗੇ want to open that door. It's going to be hard for me. Yeah, no, it's see, whenever someone does hypnotherapy, it is very hard, but you have to have the full trust on the, therapist, that I will heal everything and come. कुछ खुला नहीं छड़ के आऊँगी, don't worry. So everything will be healed. ਬਹੁਤ ਪੇਸ਼ੈਂਟਸ ਸਾਰੇ ਡਰ ਜਾਂਦੇ ਭੱਜ ਜਾਂਦੇ ਉਹਨੂੰ ਲੱਗਦਾ ਪਤਾ ਨਹੀਂ ਕੀ ਕਰ ਦੇਣਾ ਮੇਰੇ ਤੇ ਵੀ ਸਮਝ ਨਹੀਂ ਬਾਅਦ ਚ ਬੋਂਦੇ ਸੀ ਇਹੋ ਜਿਹਾ ਕੁਝ ਨਹੀਂ ਹੁੰਦਾ ਯੂ ਸਲੀਪ ਸੱਚ ਅ ਗੁੱਡ ਸਲੀਪ ਯੂ ਬਿਕਾਜ਼ ਉਹ ਇਮੋਸ਼ਨਲ ਰਿਲੀਜ਼ ਹੁੰਦਾ ਤੁਸੀਂ we'll do one. Yeah. Now I'm more intrigued. I want to do one. Definitely. Because I can't do it on myself. I'm तो running from it. मैं तो खुद भज रही हूँ. ਨਹੀਂ ਨਹੀਂ ਜਦੋਂ ਮੈਂ And also मैं पढ़ी भी नहीं है hypnotherapy. My approaches were CBT and behavioral. ਬਿਹੇਵੀਅਰਲ ਹੁੰਦੀ ਨਾ ਸਾਈਕੋਥੈਰੇਪੀ ਸੀਬੀਟੀ ਮੈਂ ਵੀ ਲੇਟਰ ਔਨ ਆਪਣੇ ਲਾਈਫ 'ਚ ਆ ਕੇ ਹਿਪਨੋਥੈਰੇਪੀ ਦਾ ਕੀਤਾ ਬਿਕਾਜ਼ ਮੈਨੂੰ ਲੱਗਦਾ ਸੀ ਕਿ ਲੌਜੀਕਲ ਨੈਕਸਟ ਸਟੈਪ ਹੁਣ ਇਹ ਹੈ ਕੁਝ ਕਲਾਇੰਟਸ ਹੈ ਜਿਨ੍ਹਾਂ ਨੂੰ ਮੈਂ ਇੰਨਾ ਕੀ ਹੀਲ ਕਰ ਪਾ ਰਹੀ ਹਾਂ ਪਰ ਮੈਂ ਉਹਨਾਂ ਨੂੰ ਜ਼ਿਆਦਾ ਕਰਨਾ ਚਾਹੁੰਦੀ ਹਾਂ ਕੁਝ ਇਸ਼ੂਜ਼ ਹੈ ਜਿਹੜੇ ਜਾ ਹੀ ਨਹੀਂ ਰਹੇ ਤੇ ਉਹ ਕਿਵੇਂ ਜਾਣਗੇ ਤੇ ਫਿਰ ਮੈਂ ਜਦੋਂ ਸਿੱਖੀ Hypnosis ਪੜਾਣੀ ਬੰਦ ਕਰਤੀ ਹੈ ਨਾ ਹੁਣ ਜਾਂ ਉਹਦੇ ਵਾਸਤੇ ਇੱਕ ਪ੍ਰੋਪਰ ਪ੍ਰੋਸੀਜਰ ਹੈ ਕੋਈ ਲਾਇਸੈਂਸ ਵਗੈਰਾ ਲੈਣਾ ਪੈਂਦਾ ਹੈ ਹਾਂ ਨਹੀਂ ਜਿਵੇਂ ਮੈਂ ਸੱਚ ਦੱਸਿਆ ਨਾ ਤੁਹਾਨੂੰ ਫਾਊਂਡੇਸ਼ਨਸ ਨੇ ਜਿਵੇਂ ਇੱਕ ਹੈ ਜਿਵੇਂ ਕੈਲੀਫੋਰਨੀਆ ਹਿਪਨੋਸਿਸ ਇੰਸਟੀਚਿਊਟ ਤੋਂ ਹੀ ਹੈਗੀ ਸੀਗੀ ਪਹਿਲਾਂ ਤੇ ਇਹ ਤੁਹਾਨੂੰ ਸਿਖਾਉਂਦੇ ਹੈ ਸੋ ਦਿਸ ਇਜ਼ ਕਲੀਨਿਕਲ ਹਿਪਨੋਥੈਰੇਪੀ ਹਿਪਨੋਸਿਸ ਨਹੀਂ ਗਾਏ ਹਿਪਨੋਥੈਰੇਪੀ ਹੈ ਸੋ ਦਿਸ ਇਜ਼ ਡਿਫਰੈਂਟ ਹਾਂਜੀ ਮੈਂ ਉਹੀ ਆਈ ਵਾਂਟਡ ਟੂ ਨੋ ਕਿ ਹਿਪਨੋਸਿਸ ਵੈਸੇ ਉਦਾਂ ਬੰਦ ਕਰਤੀ ਨਾ ਪੜਾਣੀ ਨਾਰਮਲ ਦਿਸ ਇਜ਼ ਹਿਪਨੋਥੈਰੇਪੀ ਸੋ ਥੈਰੇਪੀ ਹੈ ਨਾਲ ਐਂਡ ਕਲੀਨਿਕਲ ਹੈ ਇਟਸ ਨਾਟ ਹਿਪਨੋਸਿਸ ਆਰ देयर ਘੋਸਟਸ ਭੂਤ ਹੁੰਦੇ ਨੇ I believe in everything. I feel they are energies. They are energies and they can be because मैं souls च believe करती हूँ. ਸਾਈਕੋਲੋਜੀ ਕਹਿੰਦੀ ਹੈ ਕਿ ਭੂਤ ਹੁੰਦੇ ਨੇ Psychology ने कुछ इन्ना बारे इस बारे कुछ क्या नहीं है. This is a topic where nobody is treading. But मैंने लगता है कि energies ने there are energies that are left. See, I believe, as I said, I believe in everything and I feel है सब कुछ. But ਉਹਨਾਂ ਦੀ ਹੈ ਜੇ ਹੈ ਵੀ ਉਹ ਸਾਨੂੰ ਬੋਦਰ ਨਹੀਂ ਕਰਦੇ ਅੰਟਲ ਅਨਲੈਸ ਉਹ ਵਿਚਾਰੇ ਆਪ ਹੀ ਪਰੇਸ਼ਾਨ ਹੋ ਕੌਣ ਭੂਤ energies let's say energies I will use the word energy I will not use the word bhoot because bhoot is a very I feel Negative word. comical You don't and want to upset negative. हाँ negative and comical word for me I feel they are energies and there are good and bad energies and ਉਹ ਆਪ ਹੀ ਵਿਚਾਰੇ ਜਿਹੜੇ ਥੇ ਇੰਨੇ ਪਰੇਸ਼ਾਨ ਨੇ ਉਹਨਾਂ ਸਾਨੂੰ ਕੀ ਪਰੇਸ਼ਾਨ ਕਰਨਾ ਮਤਲਬ so they are I feel they are energies and sometimes I felt it also and oh yeah I did that was very scary at that moment but then I was over it and I handled it and I cleansed my aura and all and then I was fine so I was sleeping one day and I felt that there is this energy that is trying to enter my energy and that imagine you're sleeping and you're feeling that so that was very strong how young were you then abhi 6 months back oh wow yeah I felt that so you cleansed your aura in 6 months no next day only I had to cleanse because I got really riled up कि आ की हो गया मैं सो रही हूँ तो मैंने लग रहा है मेरी एनर्जी कोई मेरे कोई एनर्जी स्पेस चाहने की कोशिश कर रहा है मेरे कोई ऑरा चाहने की कोशिश कर रहा है and that is I don't like it like no you will also not like it if it happen to you किसी को नहीं चंगा लगेगा कि मेरी स्पेस एनर्जी च कोई आ रहा है ਮੈਂ ਅੱਖਾਂ ਖੋਲੀਆਂ ਮੈਂ ਆਸੇ-ਪਾਸੇ ਵੇਖਿਆ ਮੈਨੂੰ ਕੋਈ ਨਹੀਂ ਦਿਸਿਆ ਮੈਂ ਕਿਹਾ ਹੈ ਤਾਂ ਕੋਈ ਨਹੀਂ ਤਾਂ ਮੈਨੂੰ ਕਿਉਂ ਲੱਗ ਰਿਹਾ ਜਦ ਮੈਨੂੰ ਡਰ ਘੱਟ ਲੱਗਦਾ ਸ਼ੁਰੂ ਤੋਂ ਹੀ ਛੋਟੇ ਹੁੰਦੇ ਤੋਂ ਹੀ ਡਰ ਘੱਟ ਲੱਗਦਾ ਮੈਨੂੰ ਲੱਗਦਾ ਬਾਬਾ ਜੀ ਹੈਗੇ ਆ ਹਨਾ ਗੁਰੂ ਗੋਬਿੰਦ ਸਿੰਘ ਜੀ ਹੈਗੇ ਬਚਾ ਲੈਣਗੇ ਸਾਰੀਆਂ ਚੀਜ਼ਾਂ ਤੋਂ ਤਾਂ ਆਈ ਬਿਲੀਵ ਲਾਈਕ ਦੈਟ ਮੈਂ ਪਾਠ ਕਰਨ ਲੱਗ ਗਈ ਜਿਵੇਂ ਆਪਾਂ ਕਰਦੇ ਹਾਂ ਨਾ ਮੈਂ ਕਿਹਾ ਕਿ ਬਾਬਾ ਜੀ ਕੋਈ ਨਹੀਂ ਤੁਸੀਂ ਹੋ ਠੀਕ ਹੈ ਮੇਰੀ ਫੈਮਿਲੀ ਨੂੰ ਠੀਕ ਰੱਖਿਓ ਲਾਈਕ ਮਾਈ ਹਸਬੈਂਡ ਵਾਸ देयर ਮਾਈ ਚਾਈਲਡ ਵਾਸ देयर ਮੈਂ ਠੀਕ ਹਾਂ ਮੈਨੂੰ ਕੁਝ ਨਹੀਂ ਹੋ ਰਿਹਾ ਇਟਸ ਓਕੇ ਹੈ ਨਾ बट मैं सौन की कोशिश कर रही थी पर मैं तो सुता नहीं जा रहा सी बिकॉज दैट फोर्स वाज अ लॉट आई वाज फीलिंग इट where were you feeling it
ਚੈਸਟ ਗਟ ਮਤਲਬ ਕਿੱਦਾਂ ਦੀ ਇਟ ਫੀਲਿੰਗ ਵਾਸ ਲਾਈਕ ਸੀ ਜਿਵੇਂ ਤੁਹਾਨੂੰ ਕੋਈ ਇਟਸ ਲਾਈਕ ਜਿਵੇਂ ਤੁਹਾਨੂੰ ਕੋਈ ਥੋੜਾ ਜਿਹਾ ਜਕੜ ਰਿਹਾ ਹਾਂ ਬਟ ਇੰਨਾ ਵੀ ਨਹੀਂ ਸੀਗਾ ਕਿ ਮੈਂ ਬਹੁਤ ਹੀ ਜ਼ਿਆਦਾ ਪਰੇਸ਼ਾਨ ਹੋ ਗਈ ਮੈਂ ਹੈਂਡਲ ਕਰ ਰਹੀ ਸੀ ਆਈ ਵਾਸ ਟ੍ਰਾਈਂਗ ਟੂ ਪੁਸ਼ ਇਟ ਅਵੇ ਫਿਰ ਮੈਂ ਸਵੇਰੇ ਉੱਠੀ ਥੋੜਾ ਜਿਹਾ ਆਪਣਾ ਕਲੈਂਜ਼ਿੰਗ ਵਾਲਾ ਕਰਤਾ 5 ਵਜੇ ਉੱਠ ਕੇ ਮੈਂ ਥੋੜਾ ਜਿਵੇਂ ਆਈ ਟੁਕ ਅ ਸਾਲਟ ਬਾਥ ਆਈ ਡਿਡ ਸਮ ਮੈਡੀਟੇਸ਼ਨ ਤੇ ਠੀਕ ਵੀ ਹੋ ਗਿਆ ਸੋ ਆਈ ਬਿਲੀਵ ਕਿ ਹਰ ਚੀਜ਼ ਹੁੰਦੀ ਹੈ ਉਹ ਤੁਹਾਨੂੰ ਬੋਦਰ ਨਹੀਂ ਕਰਦੀ ਜੇ ਤੁਸੀਂ ਉਹਨੂੰ ਬੋਦਰਨਾ ਜਾਂ ਜੇ ਕੋਈ ਆਪ ਹੀ ਵਿਚਾਰਾ ਪਰੇਸ਼ਾਨ ਹੈ ਤੇ ਕੀ ਆਪਾਂ ਕੀ ਕਹਿ ਸਕਦੇ ਹਾਂ ਸੋ ਹੁੰਦਾ ਹੈ ਆਈ ਬਿਲੀਵ ਬਟ ਜਿਵੇਂ ਮੈਂ ਕਿਹਾ ਜੇ ਇਫ ਯੂ ਬਿਲੀਵ ਇਨ ਇਟ ਇਟ ਇਜ਼ ਜੇ ਤੁਸੀਂ ਇਫ ਯੂ ਡੋਂਟ ਇਟ ਇਜ਼ ਨਾਟ ਕੋਈ ਕਹੇਗਾ ਕੁਝ ਹੋਰ ਹੋ ਸਕਦਾ ਤੁਹਾਨੂੰ ਪੈਲਪੀਟੇਸ਼ਨਸ ਹੋ ਰਹੇ ਹੋਣਗੇ ਜਾਂ ਯੂ نو ਸੋ ਇਟ ਇਜ਼ ਹਾਊ ਯੂ ਬਿਲੀਵ ਐਜ਼ ਆਈ ਸੈਡ ਮੈਂ ਸਭ ਚੀਜ਼ਾਂ 'ਚ ਮੈਂ ਰੱਬ 'ਚ ਵੀ ਵਿਸ਼ਵਾਸ ਰੱਖਦੀ ਹਾਂ ਮੈਂ ਸਾਰੀਆਂ ਚੀਜ਼ਾਂ 'ਚ ਰੱਖਦੀ ਹਾਂ ਮੈਂ ਉਹਨਾਂ ਨੂੰ ਭੂਤ ਨਹੀਂ ਕਹਿੰਦੀ ਮੈਂ ਉਹਨਾਂ ਨੂੰ એનર્ਜੀਜ਼ ਕਹਿੰਦੀ ਹਾਂ ਸੋ ਦੈਟ ਇਜ਼ ਦ ਡਿਫਰੈਂਸ ਐਜ਼ ਅ ਥੈਰੇਪਿਸਟ ਯੋਰਸੈਲਫ ਵੁੱਡ ਯੂ ਸੇ ਦੈਟ ਕਦੇ ਕਦਾਈ ਤੁਸੀਂ ਵੀ ਜਜਮੈਂਟਲ ਹੁੰਦੇ ਹੋ ਜਾਂ ਤੁਸੀਂ ਕਹੋਗੇ ਕਿ ਆਈ ਐਮ ਨਾਟ ਜਜਿੰਗ ਆਈ ਐਮ ਆਬਜ਼ਰਵਿੰਗ no see ਆਪਾਂ ਹਿਊਮਨ ਨੇ ਆਪਣੀ ਹਿਊਮਨਸ ਆ ਆਪਣਾ ਠੀਕ ਹੈ ਉਹ ਗਿਲਟ ਨਹੀਂ ਲੱਗਦਾ ਵੀ ਯਾਰ ਸਾਈਕੋਲੋਜਿਸਟ ਹੋ ਕੇ ਮੈਂ ਜੱਜ ਕਰ ਨਹੀਂ ਬਾਈ ਮੈਂ ਵੀ ਆਈ ਐਮ ਆਲਸੋ ਆਈ ਕੈਨ ਆਲਸੋ ਡੂ ਇਟ ਮੈਂ ਵੀ ਤਾਂ ਕਰ ਸਕਦੀ ਹਾਂ ਨਾ ਮੈਂ ਕੋਈ ਏਡੀ ਪਾਇਸ ਥੋੜੀ ਹੋ ਗਈ ਨਹੀਂ ਪਵਿੱਤਰ ਥੋੜੀ ਹੋ ਗਿਆ ਕਿ ਮੈਂ ਕੋਈ ਰੱਬ ਥੋੜੀ ਬਣ ਚੁੱਕੀ ਹਾਂ ਕਿ ਮੈਂ ਇਹਨਾਂ ਚੀਜ਼ਾਂ ਤੋਂ ਉੱਤੇ ਉੱਠ ਚੁੱਕੀ ਹਾਂ ਇਹ ਸਾਰੀਆਂ ਚੀਜ਼ਾਂ ਮੇਰੇ 'ਚ ਵੀ ਹੈ ਆਉਂਦੀਆਂ ਨਾਰਮਲ ਇਨਸਾਨ 'ਚ ਆਉਂਦੀਆਂ ਜਿਵੇਂ ਕਿ ਮੈਂ ਕਿਹਾ ਤੁਸੀਂ ਇਹਨਾਂ ਚੀਜ਼ਾਂ ਤੋਂ ਛੇਤੀ ਬਾਹਰ ਆ ਜਾਂਦੇ ਹੋ ਇਹਨਾਂ ਚੀਜ਼ਾਂ ਤੋਂ ਤੁਸੀਂ ਛੇਤੀ ਮਤਲਬ ਯੂ نو ਐਕਸੈਪਟੈਂਸ ਆ ਜਾਂਦੀ ਕਿ ਚਲ ਠੀਕ ਹੈ ਯਾਰ ਛੱਡ ਕੋਈ ਗੱਲ ਨਹੀਂ ਕਿ ਜੇ ਉਹਨੂੰ ਠੀਕ ਲੱਗ ਰਿਹਾ ਤਾਂ ਠੀਕ ਹੈ ਜੇ ਉਹ ਐਵੇਂ ਹੈ ਤਾਂ ਠੀਕ ਹੈ ਥਾਟ ਜਿੱਦਾਂ ਅਸੀਂ ਆਫ ਕੈਮਰਾ ਗੱਲ ਕਰ ਰਹੇ ਸੀਗੇ ਕਿ ਇੰਡੀਅਨ ਸਾਈਕੋਲੋਜਿਸਟਸ ਹਲੇ ਬਹੁਤ ਸੈਂਸਿਟਿਵ ਨੇ ਕਿ ਉਹ ਪ੍ਰੋਫੈਸ਼ਨਲਿਜ਼ਮ ਤੇ ਪਰਸਨਲ ਲਾਈਫ ਵਿੱਚ ਇੱਕ ਲਾਈਨ ਡਰਾ ਨਹੀਂ ਕਰ ਪਾਉਂਦੇ ਹਾਂਜੀ ਇਹ ਬਿਗੇਸਟ ਡਰਾਬੈਕ ਆਈ ਵਾਂਟ ਕਿ ਆਪਾਂ ਫੇਰ ਉਸ ਕਨਵਰਸੇਸ਼ਨ ਨੂੰ ਨੈਵੀਗੇਟ ਕਰੀਏ ਤਾਂ ਕਿ ਜਿਹੜੇ ਲੋਕੀ ਹੀਲਿੰਗ ਵੱਲ ਜਾ ਰਹੇ ਨੇ ਜਾਂ ਜਿਹੜੇ ਕਲਾਇੰਟਸ ਨੇ ਜੋ ਥੈਰੇਪੀਜ਼ ਲੈ ਰਹੇ ਨੇ ਉਹ ਇਹ ਸਮਝ ਸਕਣ ਕਿ ਜਿਹੜੇ ਸਾਈਕੋਲੋਜਿਸਟਸ ਨੇ ਦੇ ਆਲਸੋ ਹੈਵ ਅ ਫੈਮਿਲੀ ਦੇ ਆਲਸੋ ਹੈਵ ਥੈਮਸੈਲਵਸ ਟੂ ਟੇਕ ਕੇਅਰ ਆਫ ਐਂਡ ਅੰਟਿਲ ਐਂਡ ਅਨਲੈਸ ਉਹ ਬਹੁਤ ਗ੍ਰੇਵ ਨਹੀਂ ਹੋ ਗਿਆ ਉਹਨਾਂ ਨੂੰ ਥੋੜਾ ਇੱਕ ਹਿਊਮਨ ਲਾਈਫ ਜੀ ਲੈਣ ਦਿੱਤੀ ਜਾਵੇ ਨਹੀਂ ਪਤਾ ਕਿ ਆਹੀ ਸਾਡਾ ਸਭ ਤੋਂ ਵੱਡਾ ਡਰਾਬੈਕ ਜਿਹੜਾ ਅਸੀਂ ਪਹਿਲਾਂ ਵੀ ਕਹਿ ਰਹੇ ਸੀਗੇ ਕਿ ਸਾਡੀ ਪ੍ਰੋਫੈਸ਼ਨ 'ਚ ਇਹ ਹੈ ਕਿ ਪ੍ਰੋਫੈਸ਼ਨਲਿਜ਼ਮ ਉਸ ਰਿਗਾਰਡਿੰਗ ਹਲੇ ਘੱਟ ਹੈ ਲੋਕਾਂ ਨੂੰ ਸਾਨੂੰ ਵੀ ਲੱਗਦਾ ਕਿ ਅਗਲੇ ਨੂੰ ਜਿਵੇਂ ਤੁਸੀਂ ਕਿਹਾ ਸੀ ਕਰਮਨ ਕਿ ਕੀ ਪਤਾ ਉਹ ਪਤਾ ਨਹੀਂ ਕਿੰਨਾ ਕੁ ਪਰੇਸ਼ਾਨ ਹੈ ਜਿਹੜਾ ਮੈਨੂੰ ਕਰ ਰਿਹਾ ਤੇ ਅਸੀਂ ਤਾਂ ਵੀ ਚੱਕ ਲੈਂਦੇ ਹਾਂ ਫੋਨ ਜਾਂ ਤਾਂ ਵੀ ਮੈਸੇਜ ਰਿਪਲਾਈ ਕਰ ਦਿੰਦੇ ਹਾਂ ਬਟ ਦ ਥਿੰਗ ਇਜ਼ ਕਿ ਲੋਕਾਂ ਨੂੰ ਇਹ ਥੋੜੀ ਜਿਹੀ ਸਮਝ ਆਉਣੀ ਚਾਹੀਦੀ ਹੈ ਕਿ ਇਹਦੀ ਦੂਜੀ ਵੀ ਲਾਈਫ ਹੈ ਮਤਲਬ ਪਰਸਨਲ ਲਾਈਫ ਵੀ ਹੈ ਐਂਡ ਅੰਟਿਲ ਅਨਲੈਸ ਆਫ ਕੋਰਸ ਜੇ ਤੁਸੀਂ ਬਹੁਤ ਪੇਨ 'ਚ ਹੋ ਜਾਂ ਤੁਹਾਨੂੰ ਕੋਈ ਪੈਨਿਕ ਅਟੈਕ ਹੈ ਜਾਂ ਤੁਹਾਨੂੰ ਕੁਝ ਬਹੁਤ ਜ਼ਿਆਦਾ ਥਾਟ ਸੁਸਾਈਡਲ ਜਾਂ ਕੁਝ ਇਹੋ ਜਿਹਾ ਆ ਰਿਹਾ ਹੈ ਆਫ ਕੋਰਸ ਤੁਹਾਨੂੰ ਕਰਨਾ ਚਾਹੀਦਾ ਕਿਉਂ ਆਪਾਂ ਜੇ ਆਪਾਂ ਨੂੰ ਫਿਜ਼ੀਕਲ ਕੋਈ ਇਹੋ ਜਿਹਾ ਡਿਸਟ੍ਰੈਸ ਜਾਂ ਹਾਰਟ ਅਟੈਕ ਆ ਰਿਹਾ ਤਾਂ ਵੀ ਤਾਂ ਆਪਾਂ ਹਸਪੀਟਲ 'ਚ ਭੱਜਦੇ ਆ ਨਾ ਜੀ ਤਾਂ ਉਹ ਕੋਈ ਪ੍ਰੋਬਲਮ ਨਹੀਂ ਗੀ ਜ਼ਰੂਰ ਕਰੋ ਪਰ ਛੋਟੀ ਛੋਟੀ ਨਿੱਕੀ ਮੋਟੀ ਗੱਲਾਂ ਲਈ ਵੇਟ ਕਰ ਸਕਦੇ ਹੋ ਤੁਸੀਂ ਅਗਲੇ ਦਿਨ ਲਈ ਜਾਂ ਉਹਨਾਂ ਦੇ ਟਾਈਮ ਲਈ ਵੇਟ ਕਰ ਸਕਦੇ ਹੋ ਕਿ ਮੈਮ ਜਾਂ ਸਰ ਸੋ ਐਂਡ ਸੋ ਮੈਨੂੰ ਹੋ ਰਿਹਾ ਤੁਹਾਡਾ ਨੈਕਸਟ ਅਵੇਲੇਬਲ ਟਾਈਮ ਕਦੋਂ ਹੈ ਜੇ ਕੋਈ ਪੈਨਿਕ ਅਟੈਕ ਆ ਰਿਹਾ ਆਫ ਕੋਰਸ ਕਰੋ ਨਹੀਂ ਤਾਂ ਹੋ ਸਕਦਾ ਜਿਵੇਂ ਆਪਾਂ ਪੈਨਿਕ ਅਟੈਕਸ ਦੀ ਦੱਸਦੇ ਵੀ ਹੁੰਦੇ ਆ ਕਿ ਜੇ ਤੁਹਾਨੂੰ ਇਹੋ ਜਿਹਾ ਕੁਝ ਹੋ ਰਿਹਾ ਹੈ ਤਾਂ ਯੂ ਕੈਨ ਡੂ ਦਿਸ ਰਾਈਟ ਬਟ ਅਗਰ ਤੁਹਾਡੇ ਤੋਂ ਫਿਰ ਵੀ ਨਹੀਂ ਹੈਂਡਲ ਹੋ ਰਿਹਾ ਤੇ ਕਰ ਲਓ ਮੇਰੇ ਕੋਲ ਆਉਂਦੇ ਕਈ ਵਾਰ ਕਾਲਸ you know sometimes I got a call in the late in the night at around 12 that ma'am I feel like committing suicide what do I do so I took 3 hours ਉਸ ਬੰਦੇ ਨੂੰ ਪੈਸੀਫਾਈ ਕਰਨ ਲਈ ਸਮਝਾਉਣ ਲਈ ਕਿ ਕੋਈ ਗੱਲ ਨਹੀਂ ਠੀਕ ਹੋ ਜਾਊਗਾ that is understandable once in a while right ਜਾਂ ਕੋਈ ਪੈਨਿਕ ਅਟੈਕ ਆ ਗਿਆ ਤਾਂ ਵੀ ਕਿਸੇ ਨੇ ਮੈਨੂੰ ਫੋਨ ਕਰ ਲਿਆ ਸੀ ਇੱਕ ਪੇਸ਼ੈਂਟ ਨੇ ਕਿ ਮੇਰੇ ਤੋਂ ਹੋ ਨਹੀਂ ਰਿਹਾ ਮੈਂ ਕੀ ਕਰਾਂ ਤਾਂ I talked him through it ਉਹ ਸਮਝ ਸਕਦੇ ਆ ਅਸੀਂ ਵੀ ਸਮਝਦੇ ਹਾਂ ਕਿ ਐਮਰਜੈਂਸੀ ਕੋਈ ਸਿਚੁਏਸ਼ਨ ਹੈ ਬਟ ਹੁਣ ਜੇ ਮੈਨੂੰ ਕਿਸੇ ਨੇ ਐਵੇਂ ਡਾਂਟਤਾ ਜਾਂ ਕਰਤਾ ਫਿਰ ਤੁਸੀਂ ਫੋਨ ਕਰਕੇ ਕਿ ਮੈਨੂੰ ਬਹੁਤ ਬੁਰਾ ਲੱਗ ਰਿਹਾ ਮੈਂ ਕੀ ਕਰਾਂ ਮੇਰੇ ਤੋਂ ਨਹੀਂ ਜੇ ਅਵੋਇਡੇਬਲ ਹੈ ਤੇ ਅਵੋਇਡ ਹਾਂ ਗਿਵ ਇਟ ਸਮ ਟਾਈਮ ਪੈਨਿਕ ਅਟੈਕਸ ਤੇ ਐਂਜ਼ਾਈਟੀ ਅਟੈਕਸ 'ਚ ਕੀ ਫਰਕ ਹੈ ਸੀ ਪੈਨਿਕ ਅਟੈਕ ਇਜ਼ ਸਮਥਿੰਗ ਦੈਟ ਇਜ਼ ਇਮੀਡੀਏਟਲੀ ਹੁੰਦਾ ਹੈ ਜਨਰਲੀ ਐਂਜ਼ਾਈਟੀ ਇਜ਼ ਅ ਬਿਲਡ ਅਪ ਓਵਰ ਟਾਈਮ ਤੁਸੀਂ ਇੱਕ ਚੀਜ਼ ਨੂੰ ਇੱਕ ਥਾਟ ਨੂੰ ਆਪਣੇ ਦਿਮਾਗ 'ਚ ਚਲਾ ਰਹੇ ਹੋ ਇੰਨਾ ਵੱਧ ਗਿਆ ਕਿ ਤੁਹਾਨੂੰ ਐਂਜ਼ਾਈਟੀ ਅਟੈਕ ਆ ਗਿਆ ਪੈਨਿਕ ਅਟੈਕ ਇਮੀਡੀਏਟ ਹੁੰਦਾ ਹੈ ਕੋਈ ਚੀਜ਼ ਹੋਈ ਤੁਹਾਨੂੰ ਨਾਲ ਦੀ ਨਾਲ ਸਿੰਪਟਮਸ ਕੀ ਹੈ ਦੋਨਾਂ ਦੇ ਸਿੰਪਟਮਸ ਆਲਮੋਸਟ ਸੇਮ ਹੁੰਦੇ ਆ ਪੈਲਪੀਟੇਸ਼ਨਸ ਬ੍ਰੈਥਲੈਸਨੈਸ ਸਵੈਟਿੰਗ ਸਮਟਾਈਮਸ ਨੋਜ਼ੀਆ ਹੈਡੇਕ ਯੂ ਕਾਂਟ ਬਰੀਥ ਇਟ ਸੀਮਸ ਲਾਈਕ ਅ ਹਾਰਟ ਅਟੈਕ ਓਨਲੀ Oh, then I remember one thing. I don't know if it was an anxiety attack or a panic attack because
ਇਟ ਕੁਡ ਬੀ ਬੋਥ ਯਾ ਕਿਉਂਕਿ ਮੇਰੀ ਉਦੋਂ ਆਈ ਵਾਸ ਐਂਸ਼ੀਅਸ ਆਲਸੋ ਫॉर ਅ ਲੌਂਗਰ ਪੀਰੀਅਡ ਆਫ ਟਾਈਮ ਬਟ ਮੈਂ ਡਾਕਟਰ ਦੇ ਗਈ ਸੀਗੀ ਰਾਈਟ ਉਸ ਦੈਟ ਵਨ ਫਾਈਨ ਈਵਨਿੰਗ ਆਈ ਵੈਂਟ ਟੂ ਗੈਟ ਮਾਈ ਫਿਜ਼ੀਕਲ ਚੈੱਕਅਪ ਡਨ ਰਾਈਟ ਤੇ ਉਹਨਾਂ ਨੇ ਮੈਨੂੰ ਕੋਈ ਐਸੀ ਗੱਲ ਕਹੀ ਸੀਗੀ ਵਿਚ ਉਦੋਂ ਮੈਨੂੰ ਲੱਗਿਆ ਕਿ ਠੀਕ ਹੈ ਇਟਸ ਓਕੇ ਇਟਸ ਫਾਈਨ ਵੀ ਹਾਂ ਥੋੜੀ ਹਾਂ ਮਤਲਬ ਮੈਨੂੰ ਅਫੈਕਟ ਕੀਤੀ ਸੀਗੀ ਬਟ ਮੈਂ ਉਹਦਾ ਅਸਰ ਇੰਨਾ ਲਿਆ ਨਹੀਂ ਸੀਗਾ ਮੈਂ ਸੁਣੀ ਗੱਲ ਮੈਂ ਮੰਮਾ ਨਾਲ ਗੱਲ ਕੀਤੀ ਮੈਂ ਡਰਾਈਵ ਕਰਨ ਲੱਗ ਗਈ ਐਂਡ ਦੈਨ ਸਡਨਲੀ ਮੰਮਾ ਨੇ ਕਿਸੇ ਫਲਾਵਰ ਸ਼ਾਪ ਤੇ ਰੁਕਣਾ ਸੀਗਾ ਉਹ ਬਾਹਰ ਚਲੇ ਗਏ ਤੇ ਮੈਂ ਕਾਰ 'ਚ ਬੈਠੀ ਮੈਨੂੰ ਬਹੁਤ ਪੈਲਪੀਟੇਸ਼ਨਸ ਹੋਈਆਂ ਐਂਡ ਮਾਈ ਬੋਡੀ ਟੈਂਪਰੇਚਰ ਰੋਜ਼ ਟੂ 104 ਯਾ I was normal. My body temperature rose to 104. I came home. ਮੈਂ ਜਦੋਂ ਘਰ ਆਈ ਤਾਂ ਮੰਮਾ ਮੈਂ ਦੱਸਿਆ ਹੀ ਨਹੀਂ ਉਹਨਾਂ ਨੂੰ ਮੈਂ ਇੰਨਾ ਹੀ ਕਿਹਾ ਸੀਗਾ ਕਿ ਮੈਨੂੰ ਬਹੁਤ ਬੁਖਾਰ ਫੀਲ ਹੋ ਰਿਹਾ ਤੁਸੀਂ ਬਾਹਰ ਆ ਜਾਓ ਤੇ ਉਹਨਾਂ ਨੂੰ ਵੀ ਲੱਗਿਆ ਕਿ ਪੈਸੇ ਤਾਂ ਹੈਰਾਨ ਹੋਏ ਕਿ ਗਰਮੀਆਂ 'ਚ ਬੁਖਾਰ ਕਿੱਥੋਂ ਹੋ ਗਿਆ ਉਹ ਵੀ ਇੱਕਦਮ ਹੀ ਹਨਾ ਫਿਰ ਕੋਈ ਹੁਣੇ ਤੱਕ ਤੇ ਠੀਕ ਸੀਗੀ ਫਿਰ ਉਹ ਆ ਕੇ ਵੈਸੇ ਥੋੜੀ ਮੇਰੀ ਮਮ ਰਿਲੈਕਸ ਨਹੀਂ ਲਾਈਕ ਸ਼ੀ ਇਜ਼ ਨਾਟ ਦੈਟ ਐਕਸਪ੍ਰੈਸਿਵ ਉਹ ਉਦਾਂ ਦੀਆਂ ਮਦਰਸ ਹੁੰਦੀਆਂ ਨਾ ਵੀ ਹਾਏ ਮੇਰੇ ਪੁੱਤ ਨੂੰ ਕੀ ਹੋ ਗਿਆ ਉਹ ਇਦਾਂ ਦਾ ਨਹੀਂ ਗਏ ਸ਼ੀ ਇਜ਼ ਲਾਈਕ ਠੀਕ ਹੈ ਸੌ ਜਾ ਹੋ ਜਾਊਗਾ ਠੀਕ ਐਂਡ ਸ਼ੀ ਵੈਂਟ ਅਬਾਊਟ ਯੂਜ਼ਿੰਗ ਵਾਸ਼ਰੂਮ ਤੇ ਮੈਨੂੰ ਨਹੀਂ ਪਤਾ ਹਰਮੀਨ ਜੀ ਮੈਨੂੰ ਕੀ ਹੋਇਆ ਮੈਂ ਸਡਨਲੀ ਆਈ ਸਟਾਰਟਡ ਫੀਲਿੰਗ ਕਿ ਮੈਂ ਗਈ ਹਾਂ ਉਹ ਸਿੰਕਿੰਗ ਫੀਲਿੰਗ ਨਾ that I am gone now I'm gone ਹੁਣ ਨਹੀਂ ਮੈਂ ਬਚਦੀ ਸੋ ਜਦੋਂ ਮੰਮਾ ਆਏ ਮੇਰੇ ਕੋਲ ਤੇ ਮੈਂ ਉਹਨਾਂ ਨੂੰ ਸੌਰੀ ਕਹਿ ਰਹੀ ਹਾਂ ਥੈਂਕ ਯੂ ਕਹਿ ਰਹੀ ਹਾਂ ਵੀ ਸੌਰੀ ਫॉर एवरीथिंग ਥੈਂਕ ਯੂ ਫॉर एवरीथिंग ਇਟ ਸੀਮਸ ਲਾਈਕ ਅ ਹਾਰਟ ਅਟੈਕ ਓਨਲੀ ਤੁਹਾਨੂੰ ਫੀਲ ਤੁਹਾਨੂੰ ਸੋ ਵਾਸ ਇਟ ਅ ਪੈਨਿਕ ਅਟੈਕ ਔਰ ਵਾਸਨਟ ਇਨ ਅੱਛਾ ਉਹਦੇ ਲਈ ਸੈਸ਼ਨ ਤੇ ਨਹੀਂ ਲੈਣਾ ਪੈਣਾ ਐਜ਼ ਆਈ ਸੈਡ ਦੇਖਣਾ ਪੈਣਾ ਜੇ ਕੋਈ ਪੈਨਿਕ ਅਟੈਕ ਹੈ ਇਮੀਡੀਏਟ ਜੇ ਕੋਈ ਚੀਜ਼ ਜਿਵੇਂ ਹੁਣ ਤੁਹਾਨੂੰ ਡਾਕਟਰ ਨੇ ਕਹੀ ਉਹ ਤੁਹਾਨੂੰ ਲੱਗ ਗਈ ਹੋ ਸਕਦਾ ਮੈਨੂੰ ਲੱਗੀ ਹੋਵੇ ਪਰ ਮੈਨੂੰ ਲੱਗਿਆ ਹੋਵੇ ਕਿ ਮੈਨੂੰ ਲੱਗੀ ਨਹੀਂ ਇਟ ਇਜ਼ ਗਰੋਇੰਗ ਓਵਰ ਟਾਈਮ you are thinking about it for a day or 2 or hours and then it happens got it so it could be panic attack as you said ਕਿ ਤੁਸੀਂ ਕੋਰਿਲੇਟ ਕੀਤਾ ਕਿ ਤੁਹਾਡੇ ਡਾਕਟਰ ਨੇ ਸ਼ਾਇਦ ਕਿ ਕਈ ਤੁਹਾਨੂੰ ਉਹ ਬੁਰੀ ਲੱਗ ਗਈ ਫੀਲ ਪਰ ਫਿਰ ਮੈਨੂੰ ਉਸ ਰਾਤ ਮੈਂ ਜਦੋਂ ਅਸੀਂ ਬੁਖਾਰ ਦੀ ਦਵਾਈ ਲੈਣ ਕਿਸੇ ਫਿਜ਼ੀਸ਼ੀਅਨ ਕੋਲ ਹੀ ਗਏ ਸੀਗੇ ਉਹਨਾਂ ਨੇ ਮੇਰੇ ਨਾਲ ਘੰਟਾ ਕੁ ਗੱਲ ਕੀਤੀ ਠੀਕ ਹੋ ਗਏ ਹੋਗੇ ਹਾਂ ਮੈਂ ਠੀਕ ਹੋ ਗਈ ਸੀ ਹਾਂ ਨੈਕਸਟ ਡੇ ਆਈ ਵਾਸ ਫਾਈਨ ਹਾਂ ਪੈਨਿਕ ਅਟੈਕ ਸਟੇਜ਼ ਫॉर ਅਬਾਊਟ ਔਰ ਐਂਜ਼ਾਈਟੀ ਅਟੈਕ ਸਟੇਜ਼ ਫॉर ਅਬਾਊਟ ਸਮਟਾਈਮਸ ਯੂ نو ਉਹ ਜਿਹੜੀ ਸਿੰਕਿੰਗ ਫੀਲਿੰਗ ਹੁੰਦੀ ਆ ਬਹੁਤ ਜ਼ਿਆਦਾ ਜਿਹੜਾ ਹੁੰਦਾ ਉਹ ਐਨੀਵੇਅਰ ਬਿਟਵੀਨ 3 to 4 minutes to 45 minutes ਐਨ ਆਰ ਰਹਿੰਦਾ ਹੈ ਉਸ ਤੋਂ ਬਾਅਦ ਤੁਸੀਂ ਥੋੜਾ ਜਿਹਾ ਨਾਰਮਲ ਹੋਣ ਲੱਗ ਜਾਂਦੇ ਹੋ ਕਿ ਹੈ ਨਾ ਮਾਈਂਡ ਚਲਾ ਜਾਂਦਾ ਹੈ ਫਾਈਟ ਫਰੀਜ਼ ਔਰ ਉਹਦੇ ਤੇ ਰਿਸਪੌਂਸ ਤੇ ਫਲਾਈਟ ਤੇ ਰਿਸਪੌਂਸ ਤੇ ਬੋਡੀ ਨੂੰ ਇੱਕਦਮ ਪਤਾ ਲੱਗਦਾ ਕਿ ਮਾਈਂਡ ਕਹਿ ਰਿਹਾ ਐਮਰਜੈਂਸੀ ਸਿਚੁਏਸ਼ਨ ਹੈ ਤੇ ਉਹ ਸਾਰੇ ਫਿਰ ਐਮਰਜੈਂਸੀ ਵਾਲੇ ਜੋ ਸਿੰਪਟਮਸ ਹੋਤੇ हैं ना बॉडी के ਉਹ ਆਣੇ ਸ਼ੁਰੂ ਹੋ ਜਾਂਦੇ ਆ ਤੇ ਫਿਰ ਤੁਸੀਂ ਯੂ ਹੈਵ ਟੂ ਦ ਵੇਜ਼ ਮਾਈਂਡ ਨੇ ਬੋਡੀ ਨੂੰ ਦੱਸਿਆ ਹੁਣ ਤੁਸੀਂ ਬੋਡੀ ਥਰੂ ਮਾਈਂਡ ਨੂੰ ਦੱਸੋ ਜਿਵੇਂ ਮੈਂ ਕਹਿੰਦੀ ਹਾਂ ਜੇ ਤੁਹਾਨੂੰ ਆ ਰਿਹਾ ਪੁੱਟ ਯੋਰ ਹੈਂਡਸ ਔਰ ਯੋਰ ਯੂ نو ਫੀਟ ਇਨ ਕੋਲਡ ਵਾਟਰ ਲਾਈਕ ਕੋਲਡ ਵਾਟਰ ਇਨ ਦ ਸੈਂਸ ਕਿ ਬੋਲ ਲਓ ਇੱਕ ਉਹ 'ਚ ਪਾਣੀ ਪਾਓ ਬਰਫ਼ ਪਾਓ ਹੱਥ ਪਾ ਲਓ ਜਾਂ ਪੈਰ ਪਾ ਲਓ ਤੇ ਬੋਡੀ ਰਿਲੈਕਸ ਕਰੇਗੀ ਬੋਡੀ ਦਾ ਟੈਂਪਰੇਚਰ ਥੱਲੇ ਜਾਏਗਾ ਤੇ ਉਹ ਮਾਈਂਡ ਨੂੰ ਸਿਗਨਲ ਭੇਜੇਗੀ ਕੁਛ ਇਹੋ ਜਿਹਾ ਨਹੀਂ ਹੋਇਆ ਰਿਲੈਕਸ ਨਥਿੰਗ ਇਜ਼ ਹੈਪਨਿੰਗ ਕਿਉਂਕਿ ਕਈ ਵਾਰ ਲੋਕ ਕਹਿੰਦੇ ਡੀਪ ਬਰੀਥਿੰਗ ਕਰੋ ਕਿਤੇ ਧਿਆਨ ਦਿਓ ਨਹੀਂ ਦਿੱਤਾ ਜਾਂਦਾ ਬਿਕਾਜ਼ ਤੁਸੀਂ ਇੰਨਾ ਜ਼ਿਆਦਾ ਜਾਂ ਆਈਸ ਕਿਊਬਸ ਆਪਣੇ ਹੱਥ 'ਚ ਪਾ ਲਓ ਹੋਲਡ ਕਰ ਲਓ ਕਿਉਂਕਿ ਬੋਡੀ ਨੂੰ ਠੰਡਾ ਉਹ ਸੈਂਸੇਸ਼ਨ ਜਾਏਗਾ ਫਿਰ ਉਹ ਹੌਲੀ ਹੌਲੀ ਮਾਈਂਡ ਨੂੰ ਸਿਗਨਲ ਜਾਏਗਾ ਕਿ ਕੁਝ ਨਹੀਂ ਹੋਇਆ ਇਟਸ ਓਕੇ ਰਿਲੈਕਸ ਤੇ ਇਹ ਕਰ ਸਕਦੇ ਹਾਂ ਆਪਾਂ ਬਟ ਕਈ ਵਾਰ ਨਹੀਂ ਵੀ ਹੋ ਪਾਉਂਦਾ ਸੋ ਯੂ ਹੈਵ ਟੂ ਰਸ਼ ਟੂ ਪ੍ਰੋਫੈਸ਼ਨਲਸ ਫॉर ਹੈਲਪ ਐਂਡ ਲੋਟ ਆਫ ਪੀਪਲ ਗੋ ਆਲਸੋ ਨਾ ਚਲੇ ਜਾਂਦੇ ਐਮਰਜੈਂਸੀ 'ਚ ਤਾਂ ਫਿਰ ਡਾਕਟਰਸ ਕਹਿੰਦੇ ਕਿ ਨਹੀਂ ਤੁਹਾਨੂੰ ਪੈਨਿਕ ਅਟੈਕ ਹੈ ਯੂ نو ਤੁਹਾਨੂੰ ਹਾਰਟ ਦੀ ਇਸ਼ੂ ਨਹੀਂ ਆਇਆ ਹੈ ਬਿਕਾਜ਼ ਉਹ ਲੱਗਦਾ ਹੈ ਕਿ ਜਿਵੇਂ ਹਾਰਟ ਅਟੈਕ ਉਵੇਂ ਹੀ ਫੀਲ ਹੁੰਦਾ ਤੁਹਾਨੂੰ ਸਾਹ ਨਹੀਂ ਆ ਰਿਹਾ ਹੁੰਦਾ ਤੁਹਾਨੂੰ ਲੱਗਦਾ ਮੈਂ ਤਾਂ ਗਈ ਬਸ ਮੈਂ ਨਹੀਂ ਬਚਣਾ ਅੱਜ ਤੇ ਕੁਝ ਮੈਂ ਪੇਟਰੀਆਰਕੀ ਲਈ ਇਹ ਬ੍ਰੇਕ ਕਰਨਾ ਚਾਹੁੰਦੀ ਆ ਐਂਡ ਉਹਦੇ ਲਈ ਮੈਨੂੰ ਥੋੜੇ ਇਨਸਾਈਟਸ ਦੀ ਲੋੜ ਪੈਗੀ ਕਿ ਤੁਹਾਡੇ ਕੋਲ 10 ਸਾਲ ਦੇ ਸਪੈਨ ਵਿੱਚ ਕਲਾਇੰਟਲ ਜ਼ਿਆਦਾ ਫੀਮੇਲ ਸੀ ਕਿ ਮੇਲ ਸੀਗੀ ਫੀਮੇਲਸ ਵਾਈ ਕੈਨ ਨਾਟ ਮੇਲ ਔਰ ਮੈਨ ਫੀਲ ਸੇਫ to see it is changing now Karma like lately I've seen men coming to me and being more open about it but ਸਾਡੀ ਸੋਸਾਇਟੀ 'ਚ ਜਿਵੇਂ ਸ਼ੁਰੂ ਤੋਂ ਬੱਚਿਆਂ ਨੂੰ ਪਾਲਿਆ ਹੀ ਉਵੇਂ ਜਾਂਦਾ ਕਿ ਸਟਰੋਂਗ ਹੁੰਦੇ ਸੋ ਸੈਡ ਆਈ ਹੈਵ ਅ ਫਰੈਂਡ ਆਫ ਮਾਈਨ ਜਿਹੜਾ ਇੱਕ ਅੱਧਾ ਦਿਨ ਮਤਲਬ ਰੋ ਪਿਆ ਉਹਦੀ ਬਹੁਤ ਪ੍ਰੈਸ਼ਰਸ ਹੁੰਦੇ ਨੇ ਮਰਦਾਂ ਤੇ ਵੀ ਬਹੁਤ ਪ੍ਰੈਸ਼ਰਸ ਹੁੰਦੇ ਨੇ ਆਦਮੀਆਂ ਤੇ ਉਹ ਵਿਚਾਰਾ ਕਮਿਊਨੀਕੇਟ ਨਹੀਂ ਕਰ ਰਿਹਾ ਸੀ ਕਿਸੇ ਨਾਲ ਪ੍ਰੈਸ਼ਰ ਕਮਿਊਨੀਕੇਟ ਕਰਦੇ ਕਰਦੇ ਉਹ ਰੋ ਪਿਆ ਰਾਈਟ ਪਤਾ ਉਹਨੇ ਮੈਨੂੰ 10 ਮਿੰਟਾਂ ਬਾਅਦ ਕਹਿੰਦਾ ਵੀ ਦੱਸੀ ਨਾ ਕਿਸੇ ਨੂੰ no he was like oh shit I cried I'm so weak ਵੀ ਮੈਨੂੰ ਰੋਣਾ ਨਹੀਂ ਚਾਹੀਦਾ ਹੋਈ ਨਾ I will not cry from now on ਤੇ ਭੁੱਲ ਜਾ ਕੇ ਮੈਂ ਰੋਇਆ ਸੀ I said it's okay if you cry that makes you more and that is such a good energy release ਕਿ ਨਿਕਲ ਰਿਹਾ ਅੰਦਰੋਂ ਬਟ ਉਹੀ ਹੈ ਨਾ ਕਿ ਮੈਂ ਜਿਵੇਂ ਕਿ ਕਿਹਾ ਆਪਣੇ ਕਲਚਰ ਦਾ ਇਫੈਕਟ ਪਰ ਉਹ ਕਿੰਨਾ ਆਮ ਸੋ ਸੌਰੀ ਟੂ ਕੱਟ ਯੂ ਉਹ ਕਿੰਨਾ ਇਫੈਕਟ ਕਰਦਾ ਕਿ ਜਦੋਂ ਤੁਸੀਂ ਆਪ ਦਾ ਸਾਰਾ ਇਮੋਸ਼ਨ ਇਦਾਂ ਫੜ ਕੇ ਬੈਠੇ ਹੋਏ then you come out as a frustrated if you see men have more heart attacks than women that is the reason no they're keeping it everything inside ਉਹ ਸਾਰਾ ਕੁਝ ਅੰਦਰ ਰੱਖ ਰਹੇ
ਤਾਂ ਹੀ ਮੈਨੂੰ ਜ਼ਿਆਦਾ ਹਾਰਟ ਅਟੈਕਸ ਹੁੰਦੇ ਇਫ ਯੂ ਸੀ। ਹੁਣ ਤਾਂ ਸਾਈਕੋਲੋਜੀ ਐਂਡ ਬੋਡੀ ਦਾ ਰਿਲੇਸ਼ਨ ਮੈਂ ਜਿਵੇਂ ਕਿ ਕਿਹਾ ਕਿ ਲੋਕ ਸਮਝ ਰਹੇ ਆ, ਡਾਕਟਰ ਸਮਝ ਰਹੇ ਆ, ਗੈਸਟ੍ਰੋਐਂਟਰੋਲੋਜਿਸਟ ਸੈਂਡ देयर ਕਲਾਇੰਟਸ ਟੂ ਮੀ ਜਿਨ੍ਹਾਂ ਨੂੰ ਗੱਟ ਇਸ਼ੂਜ਼ ਹੁੰਦੇ ਆ ਜਾਂ ਜਿਨ੍ਹਾਂ ਨੂੰ ਐਂਜ਼ਾਈਟੀ ਹੁੰਦੀ ਹੈ, ਉਹ ਡਾਕਟਰਸ ਹੀ ਕਹਿੰਦੇ ਕਿ ਤੁਸੀਂ ਸਾਈਕੋਲੋਜਿਸਟ ਕੋਲ ਜਾਓ ਬਿਕਾਜ਼ ਮੈਂ ਜਿਵੇਂ ਕਿ ਮੈਂ ਕਿਹਾ ਕਿ ਉਹਨਾਂ ਨੂੰ ਜ਼ਿਆਦਾ ਇਫੈਕਟ ਹੋ ਰਿਹਾ ਹੈ ਨਾ, ਤਾਂ ਹੀ ਉਹਨਾਂ ਨੂੰ ਹਾਰਟ ਅਟੈਕਸ ਜ਼ਿਆਦਾ ਹੋ ਰਿਹਾ, ਸਾਰਾ ਕੁਝ ਵਿਚਾਰੇ ਰੱਖੀ ਜਾ ਰਹੇ ਐਂਡ ਦੈਨ ਦੇ ਸਵਿਚ ਟੂ ਅਦਰ ਐਸਕੇਪਸ ਲਾਈਕ ਐਲਕੋਹੋਲਿਜ਼ਮ ਜਾਂ ਸਾਰਾ ਕੁਝ ਉਹ ਫਿਰ ਫਿਜ਼ੀਕਲ ਇਫੈਕਟ ਕਰ ਰਿਹਾ ਹੈ। ਯਾ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਸ਼ੁਰੂ ਤੋਂ ਇਹੀ ਸਿਖਾਇਆ ਜਾਂਦਾ ਨਾ, ਡੀਲ ਵਿਦ ਇਟ, ਐਡੀ ਕੋਈ ਗੱਲ ਨਹੀਂ, ਰੋ ਕਿਉਂ ਰਿਹਾ ਹੈ, ਵਾਈ ਆਰ ਯੂ ਕ੍ਰਾਈਂਗ, ਕੁੜੀਆਂ ਵਾਂਗੂ ਕਿਉਂ ਰੋ ਰਹੇ ਹੋ ਤੁਸੀਂ। ਸੋ ਆਪਾਂ ਫੀਡ ਹੀ ਉਹਦੀ ਕੰਡੀਸ਼ਨਿੰਗ ਹੀ ਉਸ ਤਰੀਕੇ ਨਾਲ ਕਰ ਰਹੇ ਕਿ ਵਿਚਾਰਾ ਜੇ ਕਹਿਣਾ ਵੀ ਚਾਹੇਗਾ ਤਾਂ ਉਹ ਕਹਿ ਨਹੀਂ ਪਾਏਗਾ। ਤੇ ਜੇ ਕੋਈ ਸਿਚੁਏਸ਼ਨ 'ਚ ਅਸੀਂ ਜੇ ਐਕਸਪੈਕਟ ਕਰਦੇ ਹਾਂ ਕਿ ਇੱਥੇ ਕੁੜੀ ਨੂੰ ਰੋਣਾ ਚਾਹੀਦਾ ਤੇ ਉਹ ਨਾ ਰੋਵੇ, ਵਾਈਸ ਵਰਸਾ ਆਪਾਂ ਉਹਨੂੰ ਫਿਰ ਪੁੱਠਾ ਬੋਲਣਾ ਸ਼ੁਰੂ ਕਰ ਦਿੰਦੇ ਆ ਵੀ ਇਟਸ ਓਕੇ ਯੂ ਕੈਨ ਕ੍ਰਾਈ, ਵਾਈ ਆਰ ਯੂ ਮੈਨਿੰਗ ਅਪ, ਇਦਾਂ ਕਿਉਂ ਸਟਿਫ ਕਿਉਂ ਹੋ ਰਹੀ ਹੈ। ਸੀ ਵੀ ਹੈਵ ਟੂ ਅੰਡਰਸਟੈਂਡ ਐਂਡ ਬੀ ਅ ਲਿਟਲ ਕੌਨਸ਼ੀਅਸ ਕਿ ਹਰ ਇੱਕ ਦਾ ਡੀਲ ਕਰਨ ਦਾ ਸਿਚੁਏਸ਼ਨ ਡਿਫਰੈਂਟ ਹੋ ਸਕਦਾ ਹੈ। ਫॉर ਯੂ ਇਟ ਇਜ਼ ਕ੍ਰਾਈਂਗ, for them it is maybe keeping quiet and keeping understanding, ਆਪਣੇ ਆਪ 'ਚ ਪਹਿਲਾਂ ਸਮਝਣਗੇ, ਪ੍ਰੋਸੈਸ ਕਰਨਗੇ, ਫਿਰ ਤੁਹਾਡੇ ਕੋਲ ਆਉਣਗੇ, ਫਿਰ ਤੁਹਾਡੇ ਕੋਲ ਹਰ ਇੱਕ ਦਾ ਤਰੀਕਾ ਡੀਲ ਕਰਨ ਦਾ ਸਿਚੁਏਸ਼ਨਸ ਡਿਫਰੈਂਟ ਹੁੰਦਾ ਤੇ ਸਾਨੂੰ ਇਸ ਚੀਜ਼ ਲਈ ਥੋੜਾ ਜਿਹਾ ਸੈਂਸਿਟਿਵ ਹੋਣਾ ਚਾਹੀਦਾ। ਤੁਸੀਂ ਕਪਲ ਥੈਰੇਪੀਜ਼ ਲਿੱਤੀਆਂ? ਯਾ ਲਈਆਂ। ਇੱਕ ਕਾਮਨ ਚੀਜ਼ ਜੋ ਸਭ ਨੂੰ ਸਮਝਾਉਣੀ ਪੈਂਦੀ ਹੀ ਪੈਂਦੀ ਹੈ, ਕਮਿਊਨੀਕੇਸ਼ਨ, ਕਿ ਜੇ ਤੁਸੀਂ ਗੱਲ ਕਰ ਰਹੇ ਹੋ ਤੇ ਦੂਜੇ ਦੀ ਗੱਲ ਸਮਝਣ ਲਈ ਕਰੋ, ਸੁਣਨ ਲਈ ਕਰੋ, ਆਪਣੀ ਗੱਲ ਰੱਖਣ ਲਈ ਨਹੀਂ, ਕਿਉਂਕਿ ਉੱਥੋਂ ਚੀਜ਼ਾਂ ਵਿਗੜਦੀਆਂ। ਐਂਡ ਰੇਜ਼ਿੰਗ ਯੋਰ ਵੌਇਸ, ਦੇਰ ਇਜ਼ ਅ ਵੇ ਆਫ ਟਾਕਿੰਗ। ਜਿਵੇਂ ਹੁਣ ਅਸੀਂ ਗੱਲ ਕਰ ਰਹੇ ਹਾਂ, ਮੈਂ ਵੀ ਕਹਿ ਰਹੀ ਹਾਂ, ਤੁਸੀਂ ਸੁਣ ਰਹੇ ਹੋ, ਤੁਸੀਂ ਕਹਿ ਰਹੇ ਹੋ, ਮੈਂ ਸੁਣ ਰਹੀ ਹਾਂ। ਜਦੋਂ ਮੈਂ ਇੱਕਦਮ ਆਪਣੀ ਵੌਇਸ ਰੇਜ਼ ਕਰ ਦੂੰਗੀ, ਤੁਹਾਡੇ ਕੰਨ ਬੰਦ ਹੋ ਜਾਣੇ ਆਟੋਮੈਟਿਕਲੀ, ਤੁਸੀਂ ਸੁਣੋਗੇ ਹੀ ਨਹੀਂ ਫਿਰ ਮੈਂ ਜੋ ਕਹਿ ਰਹੀ ਹਾਂ। ਵੂਮਨ ਨੂੰ ਬਹੁਤ ਕੰਪਲੇਨ ਰਹਿੰਦੀ ਆ ਆਪਦੇ ਹਸਬੈਂਡਸ ਤੋਂ ਕਿ ਇਹਨਾਂ ਨੂੰ ਹੁੰਦਾ ਵੀ ਹੁਣੇ ਹੀ ਸੋਲਵ ਕਰ ਲਾ ਸਾਰਾ ਕੁਝ, ਵੀ ਪ੍ਰੋਬਲਮ ਆਈ ਹੈ ਤੇ ਤੈਨੂੰ ਸੋਲੂਸ਼ਨ ਦੇ ਤਾਂ ਦਿੱਤਾ ਹੈ, ਹੁਣ ਬਸ ਕਰ, ਵਾਈ ਆਰ ਯੂ ਸਟਿਲ ਕ੍ਰਿਬਿੰਗ ਅਬਾਊਟ ਇਟ। ਉਹ ਸਾਈਕੀ ਦੀ ਜਿਹੜੀ ਅਪਰੋਚਸ ਡਿਫਰੈਂਟ ਹੈ। ਜੇ ਕਪਲ ਸੁਣ ਰਹੇ ਨੇ ਤਾਂ ਆਪਾਂ ਉਹਨਾਂ ਵਾਸਤੇ ਥੋੜਾ ਕਲੀਅਰ ਕਰੀਏ। ਸੀ ਉਹੀ ਨਾ, ਜੇ ਦੇਖੋ ਗਰਮਨ, ਜੇ ਸਾਡੇ ਕੋਲ ਆਉਂਦੇ ਕਪਲ ਥੈਰੇਪੀ, ਅਸੀਂ ਪਹਿਲਾਂ ਇੱਕ ਦੂਜੇ ਨੂੰ ਸਮਝਾ ਸੀ, ਦੇਰ ਆਰ ਟੈਸਟਸ ਆਲਸੋ, ਠੀਕ ਹੈ, ਉਹ ਵੀ ਕਰਨਾ ਹੁੰਦਾ ਉਹਨਾਂ ਦੋਵਾਂ ਤੇ ਫਿਰ ਮੈਂ ਉਹਨਾਂ ਨੂੰ ਦੋਵਾਂ ਨੂੰ ਸਮਝਾਉਂਦੀ ਹਾਂ ਕਿ ਤੁਹਾਡਾ ਵੇ ਆਫ ਡੀਲਿੰਗ ਵਿਦ ਇਮੋਸ਼ਨਸ ਇਜ਼ ਡਿਫਰੈਂਟ, ਤੁਹਾਡਾ ਲਵ ਲੈਂਗੁਏਜ ਇਜ਼ ਡਿਫਰੈਂਟ, ਅੰਡਰਸਟੈਂਡ ਦੈਟ। ਕੋਈ ਮੋਰ ਐਕਸਪ੍ਰੈਸਿਵ ਹੋ ਸਕਦਾ ਹੈ, ਕੋਈ ਬਿਨਾਂ ਬੋਲੇ ਤੁਹਾਡੇ ਲਈ ਇੰਨਾ ਕੁਝ ਕਰਦਾ, ਤੁਸੀਂ ਉਹ ਵੇਖਦੇ ਨਹੀਂ, ਕਿਉਂਕਿ ਤੁਸੀਂ ਬੋਲਦੇ ਹੋ, ਤੁਸੀਂ ਸੋਚਦੇ ਦੂਜਾ ਵੀ ਬੋਲੇ, ਤਾਂ ਜ਼ਰੂਰੀ ਨਹੀਂ, ਕਿਉਂਕਿ ਸਾਰੇ ਬੰਦੇ ਡਿਫਰੈਂਟ ਹੈ ਨਾ। ਸੋ ਯੂ ਹੈਵ ਟੂ ਅੰਡਰਸਟੈਂਡ ਕਿ ਇਹ ਡਿਫਰੈਂਸ ਰਹੇਗਾ। ਤੇ ਜਦੋਂ ਤੁਸੀਂ ਲੱਗ ਰਿਹਾ, ਸਾਰੇ ਕਹਿੰਦੇ ਨੇ ਕਿ ਹੁਣੇ ਸੋਲਵ ਕਰਕੇ, ਨਹੀਂ, ਜ਼ਰੂਰੀ ਨਹੀਂ ਹੈ। ਸਮਟਾਈਮਸ ਇਟ ਇਜ਼ ਓਕੇ ਕਿ ਜੇ ਸੋਲੂਸ਼ਨ ਨਹੀਂ ਮਿਲ ਰਿਹਾ, ਉਹਨੂੰ ਥੋੜੀ ਦੇਰ ਲਈ ਛੱਡ ਦਿਓ ਉਸ ਗੱਲ ਨੂੰ। ਟੇਕ ਸਮ ਟਾਈਮ, ਜਦੋਂ ਤੁਸੀਂ ਦੋਵੇਂ ਸੁਣਨ ਦੇ ਉਹਦੇ 'ਚ ਹੋਵੋਗੇ ਇੱਕ ਦੂਜੇ ਨੂੰ, ਦੈਨ ਕਮ ਟੂਗੈਦਰ ਐਂਡ ਸਿਟ ਐਂਡ ਟਾਕ, ਬਟ ਟਾਕ ਇਨ ਅ ਵੇ ਕਿ ਜਦੋਂ ਤੁਸੀਂ ਦੂਜੇ ਦੀ ਗੱਲ ਸੁਣ ਰਹੇ ਹੋ, ਆਪਣੀ ਗੱਲ ਨਹੀਂ ਰੱਖ ਰਹੇ ਹੋ, ਫਿਰ ਉਹਦਾ ਕੋਈ ਫਾਇਦਾ ਨਹੀਂ। ਆਲਸੋ ਪਲੀਜ਼ ਲੋਕਾਂ ਨੂੰ ਨਾ ਆਪਣੀ ਪ੍ਰੋਬਲਮਸ 'ਚ ਇਨਵੋਲਵ ਕਰੋ। ਵੈਰੀ ਇੰਪੋਰਟੈਂਟ। ਨਾ ਤੁਹਾਡਾ ਫਰੈਂਡਸ, ਨਾ ਤੁਹਾਡੇ ਪੇਰੈਂਟਸ, ਕੋਈ ਨਹੀਂ ਹੋਣਾ ਚਾਹੀਦਾ, ਬਿਕਾਜ਼ ਉਹ ਫਿਰ ਰਾਇਤਾ ਫੈਲਦਾ। ਐਂਡ ਆਲਸੋ ਉਹ ਇੱਕ ਤੁਹਾਨੂੰ, ਉਹਨਾਂ ਨੂੰ ਨਹੀਂ ਪਤਾ ਕਿ ਤੁਹਾਡੇ ਡਾਇਨਾਮਿਕਸ ਕੀ ਨੇ, ਤੁਸੀਂ ਇੱਕ ਦੂਜੇ ਦੇ ਨਾਲ ਕਿਵੇਂ ਦੇ ਹੋ। ਫਿਰ ਉਹ ਕੁਝ ਗੱਲਾਂ ਉਦੋਂ ਉਹੋ ਜਿਹੀਆਂ ਹੋ ਜਾਂਦੀਆਂ ਜਿਹੜੀਆਂ ਸਾਰੀ ਉਮਰ ਤੁਹਾਨੂੰ ਯਾਦ ਰਹਿੰਦੀਆਂ, ਉਹ ਤੁਹਾਨੂੰ ਖਲਦੀਆਂ। ਕੁਝ ਚੀਜ਼ਾਂ ਉਦੋਂ ਕਹੀਆਂ ਜਾਂਦੀਆਂ, ਕੀਤੀਆਂ ਜਾਂਦੀਆਂ ਕਿ ਉਹਨਾਂ ਤੋਂ ਵਾਪਸ ਮੁੜਨਾ ਮੁਸ਼ਕਿਲ ਹੋ ਜਾਂਦਾ। ਟਰਾਈ ਟੂ ਸੋਲਵ ਇਟ ਬਿਟਵੀਨ ਯੂ ਟੂ। ਦੂਜੇ ਜੇ ਚਾਹੀਦੀ ਹੈ ਪ੍ਰੋਫੈਸ਼ਨਲ ਹੈਲਪ ਲੈ ਲਓ, ਜਿਹੜੇ ਕਪਲ ਥੈਰੇਪਿਸਟਸ ਹੁੰਦੇ ਆ, ਬਟ ਡੋਂਟ ਲੋਕਾਂ ਨੂੰ ਨਾ ਇਨਵੋਲਵ ਕਰੋ। ਕਿ ਇੱਕ ਕਪਲ 'ਚ ਦੋਨੋਂ ਪਾਰਟਨਰਸ ਵਿਦ ਦ ਸੇਮ ਕਾਈਂਡ ਆਫ ਟਰਾਮਾ, ਵਿਦ ਦ ਸੇਮ ਕਾਈਂਡ ਆਫ backdrop, with the same kind of past experiences, come in a relationship and still be healthy? Yeah, of course. ਉਹਨਾਂ ਦੇ ਦੋਨਾਂ ਦੇ ਗਾਜ ਇੱਕੋ ਤਰੀਕੇ ਨਾਲ ਆਪਣੀਗੇ ਨਹੀਂ, ਬਟ ਦੈਨ ਮੇਬੀ ਯੂ ਵਿਲ ਅੰਡਰਸਟੈਂਡ ਈਚ ਅਦਰ ਬੈਟਰ, ਦੈਨ ਇਟ ਕੈਨ ਗੋ ਬੋਥ ਵੇਜ਼ ਨਾ। ਸੋ ਇਟਸ ਸੀ ਰਿਲੇਸ਼ਨਸ਼ਿਪ ਦਾ ਕਦੀ ਵੀ ਇਹ ਨਹੀਂ ਹੁੰਦਾ ਕਿ ਇਹ ਹੋ ਜਾਂਦੇ ਆ ਕਈ ਵਾਰ ਕਿ ਜੇ ਦੋ ਬੰਦੇ ਇਕੱਠੇ ਆ ਰਹੇ ਆ, ਸੈਟਿੰਗ ਬਿਠਾਣੀ ਪੈਂਦੀ ਹੈ, ਹੌਲੀ ਹੌਲੀ ਇੱਕ ਦੂਜੇ ਨੂੰ ਟਾਈਮ ਦਿਓ, ਇੱਕਦਮ ਨਹੀਂ ਹੁੰਦਾ। ਸੋ ਇਫ ਯੂ ਸੇ ਕਿ ਐ ਤਾਂ ਫਿਰ ਜਿਹੜੇ ਲਵ ਮੈਰਿਜਸ ਹੋਣ ਉਹਦੇ 'ਚ ਕਦੀ ਡਾਈਵੋਰਸ ਹੀ ਨਾ ਹੋਣ, ਪਰ ਰੇਟਸ ਤਾਂ ਉਹਨਾਂ 'ਚ ਵੀ ਉਨੇ ਹੀ ਹੈ ਡਾਈਵੋਰਸ ਦੇ। ਉਹ ਤਾਂ ਕਿੰਨਾ ਜਾਣਦੇ ਆਪਣੇ ਆਪ ਨੂੰ। ਟਾਈਮ ਦਿਓ, ਇੱਕ ਦੂਜੇ ਨਾਲ ਰਹਿਣਾ ਇਜ਼ ਅ ਵੈਰੀ ਵੈਰੀ ਡਿਫਰੈਂਟ ਸਟੋਰੀ ਦੈਨ ਜਸਟ ਟਾਕਿੰਗ ਐਂਡ ਦੈਨ ਗੋਇੰਗ ਟੂ ਯੋਰ ਹਾਊਸਿਸ ਸੈਪਰੇਟਲੀ ਐਂਡ ਲਿਵਿੰਗ ਲਾਈਫ। ਉਹ ਬਹੁਤ ਅੱਡ ਗੱਲ ਹੁੰਦੀ ਹੈ। ਹਾਊ ਡੂ ਯੂ ਥਿੰਕ ਹੈਜ਼ ਦਿਸ ਕਲਚਰ ਆਫ casual relationships, this hookup culture, intoxicated our minds? I feel it is not so good. I mean, I'm going against what is आजकल लोग जो no, it's important to have a dialogue.
ਬਟ ਮੈਨੂੰ ਲੱਗਦਾ ਹੈ ਕਿ ਕੈਜੂਅਲ ਰਿਲੇਸ਼ਨਸ਼ਿਪਸ ਐਜ਼ ਆਈ ਸੈਡ એનર્ਜੀਜ਼ ਆਈ ਬਿਲੀਵ ਇਨ એનર્ਜੀ ਤੁਹਾਡੀ એનર્ਜੀ ਐਕਸਚੇਂਜ ਤਾਂ ਹੋ ਹੀ ਰਹੀ ਹੈ ਨਾ ਤੁਸੀਂ ਦੂਜੇ ਬੰਦੇ ਤੋਂ ਪੋਜ਼ਿਟਿਵ ਨੈਗੇਟਿਵ ਤਾਂ ਲੈ ਹੀ ਰਹੇ ਹੋ also your when you're looking for something you'll always be looking ਤੁਹਾਨੂੰ ਤੁਸੀਂ ਹਮੇਸ਼ਾ ਉਸ ਖੋਜ 'ਚ ਹੀ ਰਹਿ ਜਾਓਗੇ ਫਿਰ ਕਿ ਇਹ ਬੰਦਾ ਇਹੋ ਜਿਹਾ ਹੈ ਇਹਦੇ 'ਚ ਇਹ ਕਮੀ ਹੈ ਇਹਦੇ 'ਚ ਇਹ ਕਮੀ ਹੈ ਉਹ ਨਹੀਂ ਹੁੰਦਾ ਹਰ ਜਿਵੇਂ ਮੈਂ ਕਿਹਾ ਸਾਰਿਆਂ 'ਚ ਸਾਰਾ ਕੁਝ ਹੈ ਤੁਹਾਨੂੰ ਆਪਣਾ ਮਨ ਟਿਕਾਣਾ ਪੈਂਦਾ ਕਿ ਬਈ ਹੁਣ ਆਹੀ ਹੈ ਮੈਂ I'll have to make it work and then you make it work see the effort has to be equal when I say not 50-50 every time cannot be 50-50 ਕਦੀ ਤੁਹਾਡੇ ਕੋਲ 50 ਨਹੀਂ ਹੋਗਾ ਦੇਣ ਲਈ ਕਦੀ ਤੁਸੀਂ ਸਿਰਫ 20 ਦੋਗੇ ਪਰ ਤੁਹਾਡਾ ਪਾਰਟਨਰ ਉਦੋਂ 80 ਦੇ ਦੇ ਕਈ ਵਾਰ ਉਹਦੇ ਕੋਲ ਇੰਨਾ ਉਹ ਪਰੇਸ਼ਾਨ ਹੋਊਗਾ ਜਾਂ ਉਹਦੇ ਤੋਂ 80 ਨਹੀਂ ਦਿੱਤਾ ਜਾ ਸਕਦਾ ਜਾਂ 50 ਨਹੀਂ ਦਿੱਤਾ ਜਾ ਸਕਦਾ ਉਹ 10 ਹੀ ਦੇ ਰਿਹਾ ਤਾਂ ਤੁਸੀਂ 90 ਦੇ ਦਿਓ ਬਟ ਇਟ ਹੈਜ਼ ਟੂ ਬੀ ਅ ਐਫਰਟ ਜੁਆਇੰਟ ਐਫਰਟ ਐਵੇਂ ਨਹੀਂ ਕਿ ਜੇ ਇੱਕ ਬੰਦਾ ਨਹੀਂ ਰਿਲੇਸ਼ਨਸ਼ਿਪ ਦਾ ਬੋਝ ਸਾਰ ਸਕਦਾ ਦੈਟ ਇਜ਼ ਉਹ ਫੇਲ ਹੀ ਹੋਊਗੀ ਉਹ ਟਫ ਹੈ ਇਹ ਕਿੰਨਾ ਕੁ ਕਰ ਲੂਗਾ ਨਾ ਕੋਈ ਵੀ ਇਨਸਾਨ ਸੋ ਦੋਨੋਂ ਤਰਫ ਤੋਂ ਆਣੀ ਚਾਹੀਦੀ ਹੈ ਐਫਰਟ ਐਂਡ ਤੁਹਾਨੂੰ ਮਨ ਵੀ ਟਿਕਾਣਾ ਪੈਂਦਾ ਐਵੇਂ ਨਹੀਂ ਕਿ ਕੈਜੂਅਲ ਰਿਲੇਸ਼ਨਸ਼ਿਪਸ ਆਈ ਮੀਨ ਜਾਂ ਈਦਰ ਬੀ ਵੈਰੀ ਕਲੀਅਰ that I'm just having fun clarity ਨਾਲ ਵੀ ਤਾਂ એનર્ਜੀਜ਼ ਐਕਸਚੇਂਜ ਹੋ ਹੀ ਰਹੀ ਹੈ ਮੈਂ ਉਹੀ ਕਿਹਾ ਨਾ ਕਿ એનર્ਜੀ ਤੁਸੀਂ ਜੇ ਆਪਣੀ ਵੀ ਦੇ ਰਹੇ ਹੋ ਉਸ ਇਨਸਾਨ ਦੀ ਵੀ ਤਾਂ એનર્ਜੀ ਲੈ ਰਹੇ ਹੋ ਨਾ ਐਂਡ ਬਹੁਤ ਲੋਕ ਆਉਂਦੇ ਹੈ that they are very dissatisfied and they are very ਆਪਣੇ ਰਿਲੇਸ਼ਨਸ਼ਿਪਸ 'ਚ ਕਿਉਂਕਿ ਤੁਸੀਂ ਇੰਨਾ ਜੰਪ ਕਰ ਚੁੱਕੇ ਹੋ ਇੱਕ ਤੋਂ ਬਾਅਦ ਇੱਕ ਤੁਹਾਨੂੰ ਆਪ ਨੂੰ ਹੀ ਨਹੀਂ ਪਤਾ ਤੁਹਾਨੂੰ ਕੀ ਚਾਹੀਦਾ ਐਂਡ ਜਿਵੇਂ ਮੈਂ ਕਿਹਾ ਕਿਸੇ ਬੰਦੇ 'ਚ ਵੀ ਤੁਹਾਨੂੰ ਸਾਰਾ ਕੁਝ ਤਾਂ ਮਿਲਣਾ ਨਹੀਂ ਇਟ ਇਜ਼ ਹਾਊ ਯੂ make that relationship when you know you want to make it work you will make it work no matter what so that is what I feel ਚਲੋ ਜਾਂਦੇ people who want to take therapy but something is stopping them and the family ਜਿਹੜੀਆਂ ਉਹਨਾਂ ਨੂੰ ਰੋਕ ਰਹੀਆਂ ਨੇ ਤੇ ਇੰਪੋਰਟੈਂਸ ਕੀ ਹੈ ਇਹਨਾਂ ਚੀਜ਼ਾਂ ਦੀ ਪਲੀਜ਼ ਹਾਂ ਸੀ ਜਿਵੇਂ ਅਸੀਂ ਗੱਲ ਕੀਤੀ ਕਿ ਮੈਂਟਲ ਹੈਲਥ ਅੱਜਕੱਲ ਬਹੁਤ ਇੰਪੋਰਟੈਂਟ ਹੈ after corona only there is a 25% increase in depression and anxiety alone and this is by WHO ਮਤਲਬ across the world ਐਂਡ ਇੱਥੇ ਵੀ ਬਹੁਤ ਵਧੀਆ ਹੈ ਚੀਜ਼ਾਂ ਨੂੰ ਬਿਕਾਜ਼ ਆਪਣੇ ਪ੍ਰੋਫੈਸ਼ਨਲ ਲਾਈਫ ਇਹੋ ਜਿਹੀ ਹੋ ਚੁੱਕੀ ਹੈ ਪਰਸਨਲ ਲਾਈਫ ਹੋ ਚੁੱਕੀ ਹੈ ਅਸੀਂ ਇੱਕ ਦੂਜੇ ਨੂੰ ਨਾ ਪੇਸ਼ੈਂਸ ਹੈ ਨਾ ਟਾਈਮ ਹੈ ਕਿਸੇ ਕੋਲ ਸਮਝਣ ਦਾ ਜੀ ਜੇ ਤੁਹਾਨੂੰ ਐਵੇਂ ਦਾ ਫੀਲ ਹੋ ਰਿਹਾ ਹੈ ਕਿ ਜਿਵੇਂ ਮੈਂ ਕਿਹਾ ਕਿ ਹੁਣ 2 ਵੀਕਸ ਤੋਂ ਉੱਤੇ ਹੋ ਚੁੱਕੇ ਹੈ ਮੇਰੀ ਲਾਈਫ ਪਰਸਨਲ ਪ੍ਰੋਫੈਸ਼ਨਲ ਇਹ ਸਾਰੀ ਇਫੈਕਟ ਹੋ ਰਹੀ ਹੈ ਇਹਨਾਂ ਚੀਜ਼ਾਂ ਤੋਂ ਤਾਂ ਮੇਰੀ ਆਪਣੀ ਪਰਸਨਲ ਲਾਈਫ ਵੀ ਕਿ ਜਿਵੇਂ ਮੈਂ ਡੇਲੀ ਰੂਟੀਨ ਆਪਣੇ ਲਈ ਕਰ ਜਿਵੇਂ ਜਿਮ ਜਾਣਾ ਸ਼ਾਇਦ ਜਾਂ ਜੇ ਮੈਂ ਵਾਕ ਕਰਦੀ ਹਾਂ ਜਾਂ ਉਹ ਵੀ ਨਹੀਂ ਕਰ ਪਾ ਰਹੀ ਤੇ ਪਲੀਜ਼ ਗੋ ਸੀਕ ਅ ਪ੍ਰੋਫੈਸ਼ਨਲ ਹੈਲਪ ਇਹਦੇ 'ਚ ਕੁਝ ਗਲਤ ਨਹੀਂ ਹੈ ਜਿਵੇਂ ਤੁਸੀਂ ਬੁਖਾਰ ਲਈ ਕਿਸੇ ਡਾਕਟਰ ਕੋਲ ਜਾਂਦੇ ਹੋ ਤੁਸੀਂ ਆਪ ਨਹੀਂ ਉਹਦਾ ਇਲਾਜ ਕਰ ਸਕਦੇ ਉਵੇਂ ਹੀ ਮੈਂਟਲ ਹੈਲਥ ਹੈ ਪੇਰੈਂਟਸ ਹੌਲੀ ਹੌਲੀ ਹੁਣ ਸਮਝ ਰਹੇ ਆ ਆਈ ਥਿੰਕ ਵੱਡੀ ਸਿਟੀਜ਼ 'ਚ ਥੋੜ੍ਹੀ ਜਿਹੀ ਅਵੇਅਰਨੈਸ ਆ ਗਈ ਹੈ ਮੇਰੇ ਕੋਲ ਬਹੁਤ ਕਲਾਇੰਟਸ ਆਉਂਦੇ ਜਿਹੜੇ ਆਪਣੇ ਸਕੂਲ ਵਾਲੇ ਬੱਚੇ ਜਾਂ ਕਾਲਜ ਵਾਲੇ ਬੱਚੇ ਵੀ ਲੈ ਕੇ ਆਉਂਦੇ ਆ ਪੇਰੈਂਟਸ ਤਾਂ ਪਰ ਆਪਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਜੋ ਇੱਕ ਪ੍ਰੋਫੈਸ਼ਨਲ ਇੱਕ ਅਥਾਰਟੀ ਫਿਗਰ ਇੱਕ ਇਨਸਾਨ ਨੂੰ ਆਬਜੈਕਟਿਵ ਹੋ ਕੇ ਸਮਝਾ ਸਕਦਾ ਹੈ ਸ਼ਾਇਦ ਤੁਸੀਂ ਨਹੀਂ ਸਮਝਾ ਸਕਦੇ ਤੁਹਾਡੀ ਸਬਜੈਕਟਿਵਿਟੀ ਆ ਜਾਏਗੀ ਉਹਦੇ 'ਚ ਜੀ ਐਂਡ ਜਿਵੇਂ ਮੈਂ ਕਿਹਾ ਜਿਵੇਂ ਆਪਾਂ ਦੂਜੀਆਂ ਚੀਜ਼ਾਂ ਲਈ ਜਾਂਦੇ ਹਾਂ ਡਾਕਟਰ ਕੋਲ ਤੇ ਉਵੇਂ ਜਾਣਾ ਚਾਹੀਦਾ ਹੈ ਤੁਹਾਡਾ ਥਰਡ ਸਵਾਲ ਕੀ ਸੀ ਮੈਂ ਵੀ ਭੁੱਲ ਗਈ ਕਿ ਵਾਈ ਇਜ਼ ਇਟ ਇੰਪੋਰਟੈਂਟ ਕਿ ਤੁਸੀਂ ਮੈਂਟਲ ਹੈਲਥ ਨੂੰ ਕੰਸੀਡਰ ਕਰਕੇ ਹਾਂ ਜਿਵੇਂ ਮੈਂ ਪਹਿਲਾਂ ਬੋਲਿਆ ਕਿ ਮਾਈਂਡ ਐਂਡ ਬੋਡੀ ਦਾ ਡਾਇਰੈਕਟ ਰਿਲੇਸ਼ਨ ਹੈ ਜੇ ਤੁਹਾਡਾ ਮੈਂਟਲ ਹੈਲਥ ਕਿਤੇ ਨਾ ਕਿਤੇ ਖਰਾਬ ਹੋ ਰਿਹਾ ਨਾ ਤੁਹਾਡੀ ਦੂਜੀਆਂ ਚੀਜ਼ਾਂ ਤੇ ਵੀ ਫਰਕ ਪਏਗਾ ਬੋਡੀ ਤੇ ਵੀ ਪਏਗਾ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਹਾਰਟ ਇਸ਼ੂਜ਼ ਹੋਣ ਲੱਗ ਜਾਂਦੇ ਆ ਗਟ ਇਸ਼ੂਜ਼ ਹੋਣ ਲੱਗ ਜਾਂਦੇ ਆ ਕੈਂਸਰ ਬਹੁਤ ਇਸ ਚੀਜ਼ ਤੋਂ ਹੁੰਦਾ ਹੈ ਜੀ ਰਿਪਰੈਸਡ ਇਮੋਸ਼ਨਸ ਤੋਂ ਬੈਕ ਏਕਸ ਬੋਡੀ ਏਕਸ ਐਂਡ ਦੈਨ ਤੁਹਾਡੀ ਪਰਸਨਲ ਲਾਈਫ ਖਰਾਬ ਹੋਣ ਲੱਗ ਜਾਂਦੀ ਹੈ ਤੁਸੀਂ ਤੁਹਾਡੇ ਕੋਲ ਇੰਪੇਸ਼ੈਂਸ ਹੋ ਜਾਂਦੀ ਹੈ ਪ੍ਰੋਫੈਸ਼ਨਲ ਲਾਈਫ ਡਾਊਨ ਚਲੀ ਜਾਣ ਲੱਗ ਜਾਂਦੀ ਹੈ ਤੇ ਤਾਂ ਕਰਕੇ ਮੈਂਟਲ ਹੈਲਥ ਇੰਪੋਰਟੈਂਟ ਹੈ ਇਸ ਚੀਜ਼ ਨੂੰ ਸਮਝੋ ਤੇ ਜਿੰਨੀ ਛੇਤੀ ਆਪਾਂ ਇਸ ਚੀਜ਼ 'ਚ ਆ ਜਾਂਦੇ ਹਾਂ ਉਹਨਾਂ ਘੱਟ ਟਾਈਮ ਲੱਗੇਗਾ ਠੀਕ ਹੋਣ ਨੂੰ ਕਈ ਲੋਕ ਆਉਂਦੇ ਇੰਨੇ ਸਾਲਾਂ ਦੇ ਬੈਗੇਜ ਲੈ ਕੇ ਤੇ ਉਹਨੂੰ ਟਾਈਮ ਵੀ ਲੱਗੇਗਾ ਸੋ ਛੇਤੀ ਆਓਗੇ ਤੇ ਆਫ ਕੋਰਸ ਇਟ ਇਜ਼ ਗੋਇੰਗ ਟੂ ਹੈਲਪ ਯੂ ਓਨਲੀ ਰਾਈਟ It was a lovely conversation. Same, I hope thonu vi you felt the same. I felt absolutely comfortable as if I'm talking to my friend Karma. Yeah, it was the feelings were mutual. बहुत सोहनी conversation ਸੀ ਕਿ ਜਿੱਦਾਂ ਮੈਂ ਚਾਹੁੰਦੀ ਸੀ ਬਿਲਕੁਲ ਉਵੇਂ ਹੋਇਆ. Thank you so much. Thank you so much for being so insightful and for being so knowledgeable. God bless your studies. God bless your mother-in-law who persuaded. Yeah. My husband, my mother-in-law, my parents, everyone together have really helped me. ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕਿ ਮੈਂ
MA ਸੈਕੰਡ ਈਅਰ 'ਚ ਸੀ ਜਦੋਂ ਮੇਰਾ ਆਈ ਗॉट ਮੈਰਿਡ। ਮੈਂ ਆਪਣੇ ਫਾਈਨਲ ਦੇ ਵੀ ਪੇਪਰ ਨਹੀਂ ਦਿੱਤੇ ਸੀਗੇ, ਤਾਂ ਉਹ ਵੀ ਦਿੱਤੇ। ਫਿਰ ਮੈਂ PhD ਵੀ ਕੀਤੀ ਐਂਡ ਆਈਵ ਬੀਨ ਮੈਂ ਪਹਿਲਾਂ ਅਸਿਸਟੈਂਟ ਪ੍ਰੋਫੈਸਰ ਵੀ ਜੌਬ ਵੀ ਕੀਤੀ। ਸੋ ਦੇ ਆਲ ਹੈਵ ਬੀਨ ਵੈਰੀ ਇੰਪੋਰਟੈਂਟ ਪਾਰਟਸ ਇਨ ਮਾਈ ਲਾਈਫ, ਗਾਈਡਿੰਗ ਫੋਰਸਿਸ, ਜਿਨ੍ਹਾਂ ਨੇ ਮੈਨੂੰ ਇੱਥੋਂ ਤੱਕ ਪਹੁੰਚਾਇਆ। ਐਂਡ ਆਈ ਥੈਂਕ ਆਂਟੀ ਜੀ, ਹਾਂ ਆਂਟੀ ਜੀ ਵੀ ਆ ਕੇ ਤਰੀਕੇ ਨਾਲ ਸਮਝਾ ਗਏ ਮੈਂਟਲ ਹੈਲਥ ਜਦੋਂ ਬੈਠੇ ਸੀ, ਕਹਿੰਦੇ ਆਪਣੇ ਆਪ ਨੂੰ ਆਪ ਹੀ ਸੋਹਣਾ ਕਹੋ ਤਾਂ ਹੀ ਸੋਹਣਾ ਮਹਿਸੂਸ ਕਰੋਗੇ। ਸੋ ਉਹ ਮੈਨੂੰ ਲੱਗਦਾ ਉਹ ਵੀ ਸ਼ੀ ਇਜ਼ ਆਲਸੋ ਵੈਰੀ ਨਾਈਸ ਸਾਈਕੋਲੋਜਿਸਟ। ਸਾਡੇ ਬਜ਼ੁਰਗ ਵੈਸੇ ਵੀ ਬਹੁਤ ਚੰਗੇ ਸਾਈਕੋਲੋਜਿਸਟ ਨੇ। ਐਬਸੋਲੂਟਲੀ। ਐਂਡ ਮਾਈ ਮਦਰ ਇਨ ਲਾ, ਆਈ ਨੋ ਸ਼ੀ ਇਜ਼ ਵੈਰੀ, ਮੈਨੂੰ ਪਤਾ ਬਹੁਤ ਸਪੋਰਟ ਕਰਦੇ ਆ। ਆਫ ਕੋਰਸ ਤੁਹਾਡਾ ਇੱਥੇ ਆਏ ਨੇ ਅੱਜ। ਹਾਂਜੀ ਆਫ ਕੋਰਸ ਸ਼ੀ ਇਜ਼ ਸਪੋਰਟਿਵ। ਯਾ ਸ਼ੀ ਇਜ਼ ਵੈਰੀ ਸਪੋਰਟਿਵ। ਥੈਂਕ ਯੂ ਸੋ ਮਚ। ਥੈਂਕ ਯੂ, ਇਜ਼ ਲਵਲੀ। ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ।